ਵੱਡ ਭਾਗੀ ਉਨ ਮਾਨਿਓ ਰਿਦ ਸ਼ਬਦ ਵਸਾਇਓ। ਵੱਡ ਭਾਗੀ ਉਹਨੂੰ ਮਾਨਿਓ ਰਿਦ ਸ਼ਬਦ ਵਸਾਇਓ। ਰਿਦ ਸ਼ਬਦ ਵਸਾਇਓ। ਵੱਡੇ ਭਾਗਾਂ ਕਰਕੇ ਉਨਮਨੀ ਅਵਸਥਾ ਹੋ ਗਈ। ਉਨਮਨੀ ਅੰਤਰ ਧਿਆਨ ਹੋ ਗਿਆ। ਉਨਮਨੀ ਅਵਸਥਾ ਹੁੰਦੀ ਹੈ ਤਿਰਕੁਟੀ ਛੱਡ ਕੇ ਬਾਹਰ ਨੂੰ, ਜਿਹੜੇ ਅੱਖਾਂ ਹੈ ਬਾਹਰ ਨੂੰ ਦੇਖਣਾ, ਗਿਆਨ ਇੰਦਰੀਆਂ ਤੇ ਬਜਾਏ ਆਪਣੇ ਗਿਰਬਾਨ ਵਿੱਚ ਸਿਰ ਨੀਵਾਂ ਕਰ ਦੇਖਣਾ, ਜਿਹੜਾ ਇਹ ਉਨਮਨੀ ਅਵਸਥਾ ਹੈ। ਜਦ ਆਪਾਂ ਅਨੁਮਾਨ ਵੀ ਲਾਉਣੇ ਨਾ ਕਿਸੇ ਗੱਲ ਦਾ, ਫਿਰ ਬਾਹਰ ਨੂੰ ਨਹੀਂ ਝਾਕਦੇ, ਅੰਦਰ ਨੂੰ ਝਾਕਦੇ। ਅੰਦਾਜ਼ਾ ਲਾਉਣੇ ਜਾਂ ਕਿਸੇ ਗੱਲ ਦਾ, ਫਿਰ ਅੰਦਰ ਨੂੰ ਝਾਕਦੇ ਆ ਨਾ, ਬਾਹਰ ਨੂੰ ਕੀ ਝਾਕਣ। ਬਾਹਰ ਤਾਂ ਜਦ ਦੇਖ ਲਿਆ, ਜੋ ਅੰਦਾਜ਼ਾ ਲੱਗਦਾ ਹੈ, ਅੰਦਾਜ਼ਾ ਬੁੱਝਣ ਨੂੰ ਕਹਿੰਦੇ ਨੇ। ਅੰਦਾਜ਼ਾ ਲਾਉਣ ਨਾਲ ਬੁੱਝਣਾ ਕੋਈ ਗੱਲ ਹੁੰਦੀ। ਬੜੇ ਭਾਗੀ ਉਹਨੂੰ ਮਾਨਿਓ ਰਿਦ ਸ਼ਬਦ ਵਸਾਇਓ। ਰਿਦ ਸ਼ਬਦ ਵਸਾਇਓ। ਵੱਡੇ ਭਾਗਾਂ ਕਰਕੇ ਬੁੱਝਣ ਵਾਲੀ ਗੱਲ ਬੁੱਝ ਲਈ, ਜੋ ਬੁੱਝਣਾ ਸੀ ਬੁੱਝ ਲਿਆ। ਸ਼ਬਦ ਹਿਰਦੇ 'ਚ ਵਸ ਗਿਆ। ਗੁਰਬਾਣੀ ਦਾ ਜਿਹੜਾ ਉਪਦੇਸ਼ ਸੀ ਸਾਰਾ ਹਿਰਦੇ 'ਚ ਵਸ ਗਿਆ, ਹਿਰਦੇ 'ਚ ਵਸਾ ਲਿਆ। ਇਹ ਬੁੱਝ ਲਿਆ ਵੀ ਇਹਨੂੰ ਹਿਰਦੇ 'ਚ ਵਸਾਉਣਾ ਜਿਹੜਾ ਹੈਗਾ ਇਹ ਲਾਹੇ ਦਾ ਕੰਮ। ਬਾਕੀ ਸਭ ਛੱਡਣਾ ਜਿਹੜਾ ਹੈਗਾ, ਬਾਕੀ ਸੰਸਾਰ ਦਾ ਤਿਆਗ ਕਰਨਾ, ਉਹ ਕੋਈ ਘਾਟੇ ਦਾ ਕੰਮ ਨਹੀਂ ਹੈ। ਜੇ ਸੰਸਾਰ ਦਾ ਸਾਰੀ ਚਿੰਤਾ ਛੱਡ ਦਿੱਤੀ ਜਾਵੇ, ਇਕੱਲੇ ਆਪਣੇ ਲਾਹਾ ਜਿਹੜਾ ਨਾਮ ਦੇ ਸਮਝਣ ਦੀ ਚਿੰਤਾ ਕੀਤੀ ਜਾਵੇ, ਹੁਕਮ ਦੇ ਵਿੱਚ ਰਹਿਣ ਦੀ ਚਿੰਤਾ ਕੀਤੀ ਜਾਵੇ, ਇਹ ਫਾਇਦੇਮੰਦ ਹੈ। ਦੂਜੀ ਨਹੀਂ, ਇਹ ਅਨੁਮਾਨ ਲਾ ਲਿਆ, ਫੈਸਲਾ ਕਰ ਲਿਆ। ਜਦੋਂ ਇਹ ਫੈਸਲਾ ਕਰਦਾ ਉਦੋਂ ਵੱਡੇ ਭਾਗ ਹੁੰਦੇ। ਜਿੱਦਣ ਇਹ ਫੈਸਲਾ ਹੋ ਗਿਆ ਉਦਣ ਹੀ ਵੱਡੇ ਭਾਗ ਨੇ। ਫੈਸਲਾ ਆਪੇ ਹੀ ਕਰਨਾ, ਫੈਸਲਾ ਕਿਸੇ ਨੇ ਨਹੀਂ ਕਰਨਾ। ਵੱਡੇ ਭਾਗੀ ਅਨੁਮਾਨਿਓ ਅਨੁਮਾਨਿਓ ਰਿਦ ਸ਼ਬਦ ਵਸਾਇਓ। ਰਿਦ ਸ਼ਬਦ ਜੋ ਬੁੱਝਣਾ ਸੀ ਬੁੱਝ ਲਿਆ, ਜੋ ਸਮਝਣਾ ਸੀ ਸਮਝ ਲਿਆ। ਦੁਨੀਆ 'ਚ ਕੋਈ ਲਾਭ ਨਹੀਂ ਹੈ। ਮਨ ਮਾਨਕ ਸੰਤੋਖਿਓ ਗੁਰ ਨਾਮ ਦ੍ਰਿੜਾਇਓ। ਬਸ ਮਨ ਮਾਨਕ ਸੀ ਜਿਹੜਾ ਸੰਤੋਖ 'ਚ ਆ ਗਿਆ। ਮਾਇਆ ਦੀ ਦੌੜ ਦੇ ਵਿੱਚ ਕੋਈ ਲਾਭ ਨਹੀਂ ਹੈ। ਇਹ ਨਹੀਂ ਰਜਦਾ ਮਨ। ਤ੍ਰਿਸ਼ਨਾ ਜਿਹੜੀ ਹੈ, ਇਹ ਤ੍ਰਿਸ਼ਨਾ ਮਾਇਆ ਅਗਨ ਸਭ ਇੱਕੋ ਜਿਹੀ। ਮਾਇਆ ਤਾਂ ਅੱਗ ਨਾਲ ਖੇਲਾਂਗੇ ਤੇ ਸਾਡਾ ਹੱਥ ਪੈਰ ਸੜਨਗੇ। ਅੱਗ ਨਾਲ ਖੇਡਾਂਗੇ ਤਾਂ ਜਲਣ ਪੈਦਾ ਹੋਊਗੀ, ਤ੍ਰਿਸ਼ਨਾ ਹੋਊਗੀ ਪੈਦਾ। ਮਨ ਮਾਨਕ ਸੰਤੋਖਿਓ। ਇਸ ਕਰਕੇ ਸੰਤੋਖ ਹੋ ਗਿਆ ਮਨ ਨੂੰ। ਜਿਹੜਾ ਮਨ ਮਾਨਕ ਸੀ ਪਹਿਲਾਂ ਪੱਥਰ ਸੀ। ਦੇਖੋ ਪਹਿਲਾਂ ਮਨ, ਇਹੀ ਮਨ ਪੱਥਰ ਹੈ। ਜਦ ਮਾਇਆ ਪਿੱਛੇ ਭਜਦਾ ਫਿਰ ਇਹ ਪੱਥਰ ਹੈ। ਜਦ ਸੰਤੋਖ ਹੋ ਜਾਂਦਾ ਉਹੀ ਮਨ ਮਾਨਕ ਹੋ ਜਾਂਦਾ। ਇਹਦੀ ਕੀਮਤ ਵੱਧ ਜਾਂਦੀ ਹੈ। ਮਾਨਕ ਦਾ ਮਤਲਬ ਕੀਮਤ ਵੱਧ ਗਈ ਬੰਦੀ। ਫਿਰ ਅਮੁੱਲ ਹੋ ਗਿਆ ਗੁਣ ਇਹਦੇ, ਫਿਰ ਅਮੁੱਲ ਗੁਣ ਹੋ ਗਏ। ਇਹ ਮਨ ਦੇ ਗੁਣ ਅਮੁੱਲ ਹੋ ਗਏ, ਇਹਦੀ ਕੋਈ ਕੀਮਤ ਨਹੀਂ ਰਹੀ। ਪਹਿਲਾਂ ਤਾਂ ਰੋਟੀ ਆ ਦਾਲ ਰੋਟੀ ਬਦਲੀ ਜਾ ਰਹੀ ਸੀ। ਜਿਹੜੀ ਜ਼ਿੰਦਗੀ ਸੀ ਮਨ ਕਾਹਦੇ ਵਾਸਤੇ ਗਵਾਰਿਆ ਸੀ? ਜਾ ਰੋਟੀ ਆਟੇ ਲਾਉਣ ਸਿਉ ਸੋਨ ਸਮਾਨ ਸਰੀਰ, ਆਹ ਕੁਛ ਕਰਦਾ ਸੀ। ਕਿੱਡਾ ਅਕਲ ਵਾਲਾ ਸੀ ਇਹ ਭਲਾ। ਇਹਦੀ ਅਕਲ ਪਾਗਲਾਂ ਵਾਲੀ ਅਕਲ ਸੀ, ਪੱਥਰ ਅਕਲ ਸੀ, ਪੱਥਰ ਜੜ ਬੁੱਧੀ ਸੀ ਇਹਦੇ ਕੋਲ। ਸੰਸਾਰੀ ਲੋਕਾਂ ਕੋਲ ਜੜ ਬੁੱਧੀ ਹੈ ਸਾਰਿਆਂ ਕੋਲ। ਜਦ ਅੰਤਰ ਧਿਆਨ ਹੋ ਗਿਆ ਬਾਹਰ ਛੱਡ ਕੇ ਮਾਇਆ ਦਾ, ਮਾਇਆ ਦੀ ਦੌੜ, ਫਿਰ ਇਹ ਮਾਨਕ ਹੋ ਗਿਆ। ਫਿਰ ਇਹਦੀ ਕੀਮਤ ਵਧੀ ਹੈ। ਭਗਤਾਂ ਦੀ ਕੀਮਤ ਤਾਂ ਹੀ ਜ਼ਿਆਦਾ ਹੈ। ਮਨ ਮਾਨਕ ਸੰਤੋਖਿਓ, ਤਾਂ ਹੀ ਕਹਿੰਦੇ ਬਹੁਤ ਭਗਤ ਬਰਾਬਰ ਹੋਰ ਨਾ ਕੋਈ। ਮਾਨਕ ਉਹਦਾ ਮਨ ਮਾਨਕ ਹੈ, ਦੂਜੇ ਮਨ ਪੱਥਰ ਨੇ। ਗੁਰ ਨਾਮ ਦ੍ਰਿੜਾਇਓ। ਗੁਰ ਨਾਮ ਦ੍ਰਿੜਾਇਓ।
ਜਿਹੜਾ ਗੁਰਦੇਵ ਉਹਨੇ ਨਾਮ ਦ੍ਰਿੜ ਕਰਾਤਾ, ਉਹ ਦ੍ਰਿੜ ਕਰਾਤਾ, ਉਹਨੇ ਤਾਂ ਦ੍ਰਿੜ ਕਰਾਤਾ, ਇਹਨੇ ਮੰਨ ਲਿਆ। ਜੇ ਦ੍ਰਿੜ ਕਰਾਉਣ ਵਾਲੇ ਕਰਾਇਆ, ਇਹਨੇ ਮੰਨਿਆ ਨਹੀਂ ਤੇ ਗੱਲ ਨਹੀਂ ਬਣਦੀ। ਦ੍ਰਿੜ ਤਾਂ ਕਰਾਇਆ ਨਾਮ ਗੁਰ ਮਨ ਨੂੰ, ਅੰਤਰਾਤਮਾ ਨਹੀਂ। ਦ੍ਰਿੜ ਤਾਂ ਮਨਾਇਆ ਤਾਂ ਬੁੱਧੀ ਨਹੀਂ ਹੈ, ਬਣਾਇਆ ਨਾ ਮਨੂੰ। ਮਨ ਸਮਝਾਵਣ ਕਾਰਨ ਕਛੁਕ ਪੜੀਏ ਗਿਆਨ। ਉਹ ਜਿਹੜਾ ਗਿਆਨ ਪੜਿਆ ਉਹ ਗੁਰ ਗਿਆਨ ਹੈ, ਉਹਨੇ ਮਨ ਦ੍ਰਿੜ ਕੀਤਾ ਹੈ, ਉਹਨੇ ਮਜ਼ਬੂਤ ਕੀਤਾ ਹੈ ਵੀ ਨਹੀਂ ਮੰਨ ਜਾ ਤੂੰ। ਗਿਆਨ ਨਾਲ ਨਾ, ਗਿਆਨ ਕਾ ਬੰਦਾ ਮੰਨ ਰਿਹਾ। ਉਹ ਗਿਆਨ ਨੇ ਮਨ ਨੂੰ ਹੌਸਲਾ ਦਿੱਤਾ ਹੈ। ਜੋ ਗੁਰਬਾਣੀ ਦਾ ਗਿਆਨ ਸੀ ਉਹਨੇ ਐਡਾ ਹੌਸਲਾ ਦਿੱਤਾ। ਮਾਇਆ ਨੂੰ ਕੌਡੀ ਇਹਨੇ ਮੰਨ ਲਿਆ, ਮਾਇਆ ਨੂੰ ਕੌਡੀ ਮੰਨ ਲਿਆ। ਹੀਰਾ ਜਨਮ ਨਾਮ ਜਿਹੜਾ ਹੀਰਾ ਮੰਨ ਲਿਆ। ਹਰ ਹੀਰਾ ਹੈ, ਹਰ ਵਿਸਰੇ ਪ੍ਰਭ ਹੀਰੇ। ਆਪਣਾ ਮੂਲ ਤਾਂ ਵਿਸਾਰਿਆ ਹੈ ਜਿਹੜਾ ਹੀਰਾ, ਉਹਨੂੰ ਛੱਡ ਕੇ ਰਤਨ ਤਿਆਗ ਕੌਡੀ ਸੰਗ ਰਚਾਂ। ਸਾਜ ਛੋੜ ਝੂਠ ਸੰਗ ਮਚਾਂ। ਇਹ ਜਿਹੜਾ ਇਹਨੂੰ ਦੱਸਿਆ ਉਹ ਤਾਂ ਚੋਟ ਖਾ ਕੇ ਪਿੱਛੇ ਮੁੜਿਆ, ਚੋਟ ਖਾ ਕੇ ਪਿੱਛੇ ਮੁੜਿਆ ਵੀ ਓਹੋ ਤੂੰ ਤਾਂ ਗਲਤ ਪਾਸੇ ਜਾ ਰਿਹਾ। ਭਾਵੇਂ ਸੰਸਾਰ ਸਾਰੇ ਜਾ ਰਿਹਾ ਜਾਵੇ, ਅਸੀਂ ਕੀ ਲੈਣਾ। ਹਾਂਜੀ, ਅਗੰਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ। ਅਗੰਮ ਅਗੋਚਰ ਪਾਰ ਬ੍ਰਹਮ, ਭਾਵੇਂ ਪਾਰ ਬ੍ਰਹਮ ਮਨੁੱਖੀ ਬੁੱਧੀ ਤੇ ਪਰੇ ਹੈ, ਅਗੰਮ ਅਗੋਚਰ ਹੈ, ਅੱਖਾਂ ਨੂੰ ਦੇਖਿਆ ਨਹੀਂ, ਦੀਦਾ ਨਹੀਂ ਹੁੰਦਾ। ਸਤਿਗੁਰ ਦਰਸਾਇਓ, ਸਤਿਗੁਰ ਨੇ ਸਮਝਾਇਆ, ਦਰਸ਼ਨ ਕਰਾਇਆ ਇਸ ਗੱਲ ਦਾ, ਇਹੀ ਸਮਝਾਇਆ। ਦਰਸਾਇਆ ਉਹਦਾ ਮਤਲਬ ਸਮਝਾਇਆ ਹੀ ਹੈ। ਭਾਵੇਂ ਉਹ ਅਗੰਮ ਅਗੋਚਰੇ ਹੈ, ਕੋਈ ਮੂਰਤੀ ਮਾਰਤੀ ਨਹੀਂ, ਕੋਈ ਸਾਹਮਣੇ ਆ ਕੇ ਨਹੀਂ ਖੜਾ ਹੋਇਆ, ਕੁਛ ਵੀ ਸਮਝੇ ਆਈ ਹੈ। ਅਗੰਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ, ਦਰਸਾਇਓ। ਇਹ ਤਾਂ ਉਹਨੇ ਦਰਸ਼ਨ ਕਰਾਤਾ, ਸਮਝਾਤਾ। ਸ਼ਬਦ ਹੁਕਮ ਤਾਂ ਅਗੰਮ ਅਗੋਚਰੇ ਹੈ, ਨਾ ਤਾਂ ਹੁਕਮ ਕਿਸੇ ਦੇ ਅਧੀਨ ਹੈ, ਕਿਸੇ ਤੇ ਉਹਨੂੰ ਕੋਈ ਮਤਲਬ ਹੈ, ਨਾ ਸਾਡੇ ਗਿਆਨ ਇੰਦਰੀਆਂ ਦੇ ਬਸ ਵਿੱਚ ਹੈ। ਉਹ ਗਿਆਨ ਇੰਦਰੀਆਂ ਦੇ ਰੇਂਜ ਵਿੱਚ ਹੈ, ਇਹਨੂੰ ਦੇਖ ਲੈਣ, ਸਮਝ ਲੈਣ, ਪਕੜ 'ਚ ਆ ਜਾਵੇ। ਹਾਂਜੀ, ਗੁਰ ਅਰਜਨ ਘਰ ਗੁਰੂ ਰਾਮਦਾਸ ਅਨੁਭਵ ਠਹਿਰਾਇਓ। ਗੁਰ ਅਰਜਨ ਘਰ, ਗੁਰੂ ਅਰਜਨ ਦੇ ਹਿਰਦੇ ਵਿੱਚ ਗੁਰੂ ਰਾਮ ਦਾਸ ਅਨੁਭਵ ਠਹਿਰਾਇਓ। ਗੁਰੂ ਰਾਮਦਾਸ ਨੇ ਉਪਦੇਸ਼ ਕਰਕੇ ਉਹਦੇ ਵੀ ਅਨੁਭਵ ਪੈ ਰਹਿਤ ਹਿਰਦਾ ਕਰਤਾ। ਠਹਿਰਾਇਓ, ਠਹਿਰਾਇਓ, ਮਨ ਉਹਦਾ ਐਸਾ ਠਹਿਰਾਇਆ, ਐਸਾ ਉਹਨੂੰ ਉਪਦੇਸ਼ ਕੀਤਾ, ਉਹਨੂੰ ਵੀ ਜਿਹੜੀ ਮਾਇਆ ਦੀ ਸੀ ਨਾ ਦੌੜ, ਉਹ 'ਚੋਂ ਬਾਹਰ ਕੱਢ ਲਿਆ। ਮਾਇਆ ਦੀ ਦੌੜ ਦੀ ਚਿੰਤਾ ਜਿਹੜੀ ਸੀ, ਮਾਇਆ ਦੀ ਚਿੰਤਾ ਸੀ, ਦੁਨਿਆਵੀ ਲੋੜਾਂ ਦੀ ਚਿੰਤਾ ਸੀ, ਉਹ 'ਚੋਂ ਬਾਹਰ ਕੱਢ ਲਿਆ। ਉਹਦੇ ਮਗਰ ਭੱਜਣ ਦੀ ਲੋੜ ਨਹੀਂ ਹੈ। ਉਹ ਹੁਕਮ ਨਾਲ ਜੋ ਮਿਲਣਾ ਮਿਲਦਾ ਹੀ ਰਹਿਣਾ। ਉਹਨੂੰ ਕੋਈ ਨਾ ਰੋਕ ਸਕਦਾ, ਨਾ ਉਹ ਵਧਾਈ ਜਾ ਸਕਦੀ ਹੈ, ਨਾ ਉਹ ਘਟਾਈ ਜਾ ਸਕਦੀ ਹੈ। ਸਾਡੀ ਨਾ ਕੋਸ਼ਿਸ਼ ਨਾ ਘਟੇ, ਨਾ ਬਿਨਾਂ ਕੋਸ਼ਿਸ਼ ਤੇ ਘਟੇ। ਘੱਟ ਵੱਧ ਉਹ 'ਚ ਕੁਛ ਨਹੀਂ ਹੋਣਾ, ਜੋ ਹੁਕਮ ਹੁੰਦਾ ਰਹਿਣਾ। ਹਾਂਜੀ, ਜਨਕ ਰਾਜ ਵਰਤਾਇਆ ਸਤਜੁਗ ਆਲੀਣਾ। ਜਨਕ ਰਾਜ ਵਰਤਾਇਆ। ਜਿਹੜਾ ਜਨਕ ਹੈ, ਜਿਹਨੇ ਜਾਣ ਲਿਆ ਸਭ ਕੁਛ, ਉਹ ਜਨਕ ਹੈ। ਉਹਨੇ ਇੱਕ ਕਿਸਮ ਦਾ ਰਾਜ ਵਰਤਾਇਆ। ਰਾਜ, ਜਨਕ ਰਾਜ ਵਰਤਾਇਆ, ਰਾਜ ਵਰਤਾਇਆ। ਜਿਹਨੇ ਲੈਣਾ ਲੈ ਲਓ ਰਾਜ। ਉਹ ਰਾਜ ਦੇ ਰਿਹਾ, ਅਵਿਨਾਸ਼ੀ ਰਾਜ ਵੰਡ ਰਿਹਾ, ਅਵਿਨਾਸ਼ੀ ਰਾਜ ਵੰਡ ਰਿਹਾ, ਅਵਿਨਾਸ਼ੀ ਰਾਜ ਦੀ ਸਿੱਖਿਆ ਵੰਡ ਰਿਹਾ, ਅਵਿਨਾਸ਼ੀ ਰਾਜ ਪ੍ਰਾਪਤ ਕਰਨ ਦੀ ਵਿਧੀ ਸਮਝਾ ਰਿਹਾ। ਸਤਜੁਗ, ਔਰ ਉੱਥੇ ਜਿੱਥੇ ਆਪ ਜਿਹੜੀ ਉਹਦੀ ਸੰਗਤ ਹੈ, ਉਹਦੇ ਵਿੱਚ ਅਵਿਨਾਸ਼ੀ ਰਾਜ ਵਰਤ ਰਿਹਾ। ਉੱਥੇ ਕੋਈ ਡਿਸਟਰਬ ਨਹੀਂ ਹੈ ਮਨ, ਕੋਈ ਮਾਇਆ ਦੀ ਦੌੜ ਪਿੱਛੇ ਨਹੀਂ ਹੈ ਭੱਜਿਆ ਹੋਇਆ। ਸਭ ਭਾਣੇ ਦੇ ਅੰਦਰ ਹੁਕਮ 'ਚ ਬੈਠ ਕੇ ਸੁਣਦੇ ਨੇ, ਸਮਝਦੇ ਨੇ, ਔਰ ਹੁਕਮ 'ਚ ਰਹਿੰਦੇ ਨੇ, ਚੱਲਦੇ ਨੇ। ਉੱਥੇ ਇਹੀ ਵਰਤਦਾ।
ਸਤਜੁਗ ਵਰਤਦਾ। ਸਤਜੁਗ ਆਲੀਣਾ। ਸਮਝ ਲਓ ਵੀ ਸਤਜੁਗ ਧਰਤੀ ਤੇ ਆ ਗਿਆ ਔਰ ਸਾਰੇ ਉਹ ਸਤਜੁਗ ਵਿੱਚ ਲੀਨ ਹੋਏ ਹੋਈ ਹੈ ਸੰਗਤ। ਸੰਗਤ ਸਾਰੀ ਸਤਜੁਗੀ ਸੰਗਤ ਹੈ, ਉਹਦੀ ਸੰਗਤ ਵਿੱਚ ਸਤਜੁਗ ਵਰਤਦਾ। ਝੂਠ ਵਾਸਤੇ ਕੋਈ ਜਗ੍ਹਾ ਨਹੀਂ ਹੈ, ਝੂਠਿਆਂ ਵਾਸਤੇ ਕੋਈ ਜਗ੍ਹਾ ਹੀ ਨਹੀਂ, ਨਿੰਦਕ ਵਾਸਤੇ ਕੋਈ ਜਗ੍ਹਾ ਹੀ ਨਹੀਂ। ਝੂਠੇ ਦੂਰ ਦੂਰ ਤੱਕ ਗੱਲਾਂ ਕਰਦੇ ਨੇ, ਸਾਹਮਣੇ ਨਹੀਂ ਕੋਈ ਆਉਂਦਾ। ਹਾਂਜੀ, ਗੁਰ ਸ਼ਬਦੇ ਮਨ ਮਾਨਿਆ ਅਪਤੀਜ ਪਤੀਣਾ। ਗੁਰ ਸ਼ਬਦ ਦੇ ਮਨ ਮਾਨਿਆ, ਜਿਹੜੇ ਮਨ ਹੈ ਸੰਗਤ ਦਾ, ਜਿਹਦਾ ਵੀ ਗੁਰ ਸ਼ਬਦ ਨਾਲ ਗੁਰਬਾਣੀ ਦੇ ਉਪਦੇਸ਼ ਨਾਲ ਮਨ ਮੰਨ ਜਾਂਦਾ ਹੈ। ਔਰ ਉੱਥੇ ਸੰਗਤ ਦਾ ਗੁਰ ਸ਼ਬਦ ਨਾਲ ਮਨ ਮੰਨਿਆ ਹੋਇਆ, ਜਿਹੜੇ ਸੰਗਤ ਹੈ ਸਾਰੀ ਸੰਗਤ ਦਾ ਗੁਰ ਸ਼ਬਦ ਨਾਲ ਮਨ ਮੰਨਿਆ ਹੋਇਆ। ਅਪਤੀਜ ਪਤੀਣਾ। ਇਸ ਕਰਕੇ ਜਿਹੜਾ ਮਨ ਭਰੋਸਾ ਨਹੀਂ ਨਾ ਕਰਦਾ ਕਿਸੇ ਤੇ ਵੀ, ਪਤੀਜਣਾ ਹੁੰਦਾ ਭਰੋਸਾ ਕਰਨਾ। ਮਨ ਨਹੀਂ ਭਰੋਸਾ ਕਰਦਾ ਕਿਸੇ ਵੀ ਧਰਮ ਤੇ। ਧਰਮ ਨੂੰ ਲੋਕ ਧਾਰਨ ਜ਼ਰੂਰ ਕਰਦੇ ਨੇ, ਭਰੋਸਾ ਨਹੀਂ ਹੈ ਕਿਸੇ ਤੇ। ਸ਼ਰਧਾ ਨਹੀਂ ਹੁੰਦੀ ਧਰਮ ਤੇ। ਸ਼ਰਧਾ ਸਾਰੇ ਹੀ ਕਰਦੇ ਨੇ, ਭਰੋਸਾ ਕੋਈ ਵੀ ਨਹੀਂ। ਭਰੋਸਾ ਕੋਈ ਬਿਰਲਾ ਕਰਦਾ। ਅਪਤੀਜ ਪਤੀਣਾ ਭਰੋਸਾ ਕਰਨਾ। ਸ਼ਰਧਾ ਵਾਲੇ ਤੇ ਕਿਸੇ ਦਾ ਭਰੋਸਾ ਨਹੀਂ ਹੁੰਦਾ। ਸ਼ਰਧਾ ਵਾਲੀ ਸਿੱਖੀ ਉਹ ਹੁੰਦੀ ਆ ਕੱਚੀ। ਜਿਨ ਮਨ ਹੋਰ ਮੁਖ ਹੋਰ। ਸ਼ਰਧਾ ਵਾਲੇ ਸਿੱਖ ਨੇ ਮੂੰਹ 'ਚ ਸਿੱਖੀ ਆ, ਅੰਦਰ ਹੈ ਨਹੀਂ। ਉਹ ਤਾਂ ਹੀ ਕਹਿੰਦੇ ਨੇ ਅਸੀਂ ਸਿੱਖਾਂ। ਸਿੱਖੀ ਨਾਲ ਪ੍ਰੀਤ ਨਹੀਂ ਹੈ। ਗੁਰਬਾਣੀ ਸੱਚ ਨਾਲ ਪ੍ਰੇਮ ਨਹੀਂ ਹੈ। ਪ੍ਰੇਮ ਤਾਂ ਮਾਇਆ ਨਾਲ ਹੈ, ਝੂਠ ਨਾਲ ਹੈ, ਸੱਚ ਨਾਲ ਨਹੀਂ ਹੈ। ਸਿੱਖੀ ਸੱਚ ਹੈ, ਸੱਚ ਹੈ। ਸਿੱਖੀ ਤਾਂ ਸੱਚੀ ਹੈ, ਸੱਚ ਨਾਲ ਜੋੜਦੀ ਹੈ। ਸਿੱਖੀ ਦੀ ਗੱਲ ਸੱਚੀ ਗੱਲ ਹੈ। ਇਹਦੇ ਨਾਲ ਪ੍ਰੇਮ ਕਿਸੇ ਦਾ ਹੈ ਨਹੀਂ। ਮੂੰਹ ਨਾਲ ਕਹਿੰਦੇ ਨੇ ਅਸੀਂ ਸਿੱਖਾਂ, ਅੰਦਰੋਂ ਕਹਿੰਦੇ ਵੀ ਸਿੱਖੀ ਤਾਂ ਔਖੀ ਹੈ, ਉਹ ਅਸੀਂ ਸਿੱਖ ਹੈਗੇ। ਸਿੱਖੀ ਦੀ ਗੱਲ ਤਾਂ ਚੱਲਣਾ, ਸਿੱਖੀ ਤੇ ਚੱਲਣਾ ਤਾਂ ਔਖਾ, ਉਹ ਅਸੀਂ ਸਿੱਖਾਂ। ਪਤਾ ਨਹੀਂ ਕਿਹੋ ਜਿਹੇ ਸਿੱਖ ਨੇ, ਕਿਵੇਂ ਸਿੱਖ ਨੇ, ਕਿਵੇਂ ਮੰਨਦੇ ਨੇ ਆਪਣੇ ਆਪ ਨੂੰ ਸਿੱਖੋ। ਜਿਹੜਾ ਮੰਨ ਲਵੇ ਅੰਦਰੋਂ, ਉਹ ਅਪਤੀਜ ਹੋ ਜਾਂਦਾ। ਅਪਤੀਜ ਤਾਂ ਮਨ ਹੈ ਉਹ ਸਭ ਦਾ। ਸਿੱਖੀ ਨੂੰ ਨਹੀਂ ਮੰਨਦਾ ਮਨ, ਇਸੇ ਕਰਕੇ ਨਹੀਂ ਅੱਜ ਮੰਨਦਾ ਲੋਕਾਂ ਦਾ। ਮਨ ਨਹੀਂ ਮੰਨਦਾ ਕਿਸੇ ਦਾ ਵੀ। ਪਤੀਣਾ ਪਰ ਉਹ ਸੰਗਤ ਦਾ ਮਨ ਮੰਨਿਆ ਹੋਇਆ, ਜਿਹੜੀ ਗੁਰੂ ਅਰਜਨ ਦੇ ਕੋਲ ਸੰਗਤ ਹੈ ਬੈਠੀ, ਉਹਦਾ ਮਨ ਮੰਨਿਆ ਹੋਇਆ। ਜਿਹੜੀ ਵੀਣਿਆਂ ਦੀ ਸੰਗਤ ਹੈ ਜਾਂ ਦੂਜੀ ਸੰਗਤ ਹੈ, ਇਹ ਜਿਹੜੇ ਇਹ ਗੁਰ ਸਤਗੁਰ ਕੇ ਸਿੱਖ ਨੇ, ਇਹ ਅਪਤੀਜ ਪਤੀਣੇ ਨੇ। ਦੋ ਕਿਸਮ ਦੇ ਸਿੱਖ ਹੋ ਗਏ ਨਾ ਇੱਥੇ ਆ ਕੇ। ਗੁਰ ਸਤਗੁਰ ਕਾ ਜੋ ਸਿੱਖਾ ਖਾਏ। ਇਹ ਸੰਗਤ ਜਿਹੜੀ ਗੁਰੂ ਘਰ 'ਚ ਆ ਕੇ ਹਾਜ਼ਰੀ 'ਚ ਉਪਦੇਸ਼ ਦੋ ਸੁਣਦੀ ਹੈ, ਜੁੜੀ ਹੋਈ ਹੈ, ਉਹਨਾਂ ਦੇ ਮਨ ਤਾਂ ਮੰਨੇ ਹੋਏ ਨੇ ਗੁਰਬਾਣੀ ਨਾਲ। ਜਿਹੜੇ ਦੂਏ ਨੇ ਉਹ ਹਟਵਾਂ ਪ੍ਰਚਾਰ ਕਰਦੇ ਨੇ। ਉਹ ਅੱਜ ਜਿਹੜਾ ਪ੍ਰਚਾਰ ਹੋ ਰਿਹਾ ਜਿਵੇਂ ਗੁਰਦੁਆਰਿਆਂ 'ਚ, ਉਹ ਇਹੋ ਜਿਹਾ ਪ੍ਰਚਾਰ ਕਰਦੇ ਸੀ। ਗੁਰਬਾਣੀ ਤੋਂ ਹਟਵਾਂ, ਮੂੰਹ 'ਚ ਹੋਰ ਮਨ 'ਚ ਹੋਰ। ਉਹਨਾਂ ਦਾ ਮਨ ਨਹੀਂ ਸੀ ਮੰਨਦਾ ਸਿੱਖੀ ਨੂੰ। ਜੇ ਸਿੱਖੀ ਨੂੰ ਉਹਨਾਂ ਦਾ ਮਨ ਮੰਨਦਾ ਹੁੰਦਾ, ਉਹਨਾਂ 'ਚੋਂ ਵੀ ਉਹੋ ਜਿਹੇ ਸਿੱਖ ਨਿਕਲਦੇ। ਸ੍ਰੀ ਚੰਦ ਦੇ ਚੇਲੇ ਚੋਂ ਜਾਂ ਦਾਸੂ ਦੇ ਚੇਲਿਆਂ ਚੋਂ, ਜਿਹੜੇ ਉਹਨਾਂ ਨਾਲ ਜੁੜੇ ਹੋਏ ਸੀ, ਜਾਂ ਜਿਹੜੇ ਗੋਇੰਦਵਾਲ ਜੁੜੇ ਹੋਏ ਸੀ, ਜਾਂ ਮੀਣਿਆਂ ਨਾਲ ਜੁੜੇ ਹੋਏ ਸੀ, ਜਿਹੜੇ ਪਿਰਥੀਏ ਨਾਲ, ਇਹਨਾਂ 'ਚੋਂ ਇੱਕ ਸਿੱਖ ਕਿਉਂ ਨਹੀਂ ਕੰਮ ਦਾ ਨਿਕਲਿਆ ਕੋਈ ਵੀ। ਸਿੱਖੀ ਦਾ ਪ੍ਰਚਾਰ ਤਾਂ ਉਹ ਵੀ ਕਰਦੇ ਹੀ ਰਹੇ। ਇੱਕ ਵੀ ਖਰਾ ਸਿੱਖ ਨਹੀਂ ਨਿਕਲਿਆ। ਖਰਾ ਤਾਂ ਨਿਕਲਦਾ ਜੇ ਆਪ ਖਰੇ ਹੁੰਦੇ ਹੋ ਨਾ। ਆਪ ਉਹਨਾਂ ਦਾ ਮਨ ਮੰਨਿਆ ਹੋਇਆ ਸਿੱਖੀ ਨੂੰ, ਨਾ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ। ਸਿੱਖੀ ਦਾ ਪ੍ਰਚਾਰ ਨਹੀਂ ਕੀਤਾ। ਉਹਨਾਂ ਨੇ ਤਾਂ ਸਿੱਖੀ ਨੂੰ ਕਰਾਹੇ ਪਾਉਣ ਦਾ ਪ੍ਰਚਾਰ, ਜਿਵੇਂ ਅੱਜ ਹੋ ਰਿਹਾ। ਅੱਜ ਸਿੱਖੀ ਦਾ ਪ੍ਰਚਾਰ ਹੋ ਰਿਹਾ, ਕਰਾਹੇ ਪਾਉਣ ਦਾ ਪ੍ਰਚਾਰ ਹੋ ਰਿਹਾ।
ਸਿੱਖੀ ਦੇ ਉਲਟ ਵਿਆਖਿਆ ਕਰਕੇ ਕਰਾਹੇ ਪਾਉਣ ਦਾ ਪ੍ਰਚਾਰ ਹੋ ਰਿਹਾ, ਔਰ ਗੁਰੂ ਦੀ ਗੋਲਕ ਦੇ ਸਿਰ ਤੇ ਹੋ ਰਿਹਾ। ਪੈਸਾ ਖਰਚ ਕੇ ਉਲਟਾ ਪ੍ਰਚਾਰ ਹੋ ਰਿਹਾ, ਗੋਲਕ ਦਾ ਪੈਸਾ। ਜਿਨ੍ਹਾਂ ਇਹਨਾਂ ਧਰਮ ਪ੍ਰਚਾਰ ਕਮੇਟੀ ਹੈ, ਇੱਕ ਵੀ ਇਹਨਾਂ ਕੋਲ ਬੰਦਾ ਨਹੀਂ ਜਿਹਨੂੰ ਗੁਰਮਤਿ ਦਾ ਗਿਆਨ ਔਰ ਮੰਨਣ ਨੂੰ ਤਿਆਰ ਨਹੀਂ। ਇਹੀ ਮੀਣਿਆਂ ਦਾ ਪ੍ਰਚਾਰ ਸੀ। ਇਹ ਅਪਤੀਜ ਪਤੀਣਾ ਮਨ ਨਹੀਂ ਮੰਨ ਸਕਦਾ ਐਡੀ ਛੇਤੀ ਕਿਸੇ ਦਾ, ਕਿਸੇ ਧਰਮ ਵਾਲੇ ਦਾ ਵੀ ਮਨ ਮੰਨਦਾ ਨਹੀਂ। ਕੋਈ ਵੀ ਧਰਮ, ਕੋਈ ਵੀ ਮਤ ਹੈ, ਜੇ ਉਸ ਮਤ ਨੂੰ ਵੀ ਕੋਈ ਮਨ ਮੰਨ ਲਵੇ ਫਿਰ ਉਹ ਮਤ 'ਚ ਉਹਦਾ ਜੀ ਨਹੀਂ ਲੱਗਦਾ, ਉਹ ਪਛਾਣ ਲੈਂਦਾ ਅੱਜ ਖੋਟ ਕੀ ਹੈ। ਜੀ ਨੇ ਜਿਹੜੀ ਮਤ ਹੈ ਉਹਦੇ ਨੂੰ ਮੰਨ ਲਿਆ, ਉਹ ਮਤ ਨੂੰ ਫਿਰ ਉਹ ਮੰਨਣ ਤੇ ਹਟ ਜਾਂਦਾ। ਕੋਈ ਜਿੰਨਾ ਸੱਚ ਹੈ ਜੇ ਉਹ ਮੰਨ ਲਿਆ ਉਹਨੇ, ਉਹਦੇ ਵਾਲਾ ਝੂਠ ਉਹਨੂੰ ਦਿਖਣ ਲੱਗ ਜਾਂਦਾ। ਜਿੱਦਣ ਕਬੀਰ ਨੇ ਹਿੰਦੂ ਮਤ ਦਾ ਸੱਚ ਸਮਝ ਲਿਆ, ਉਹਨੂੰ ਪਤਾ ਲੱਗ ਗਿਆ ਕਬੀਰ ਬੇੜਾ ਜਰਜਰਾ ਫੂਟੇ 6,000, ਵੀ ਤਾਂ ਹਜ਼ਾਰਾਂ ਹੀ ਕਮੀਆਂ ਨੇ ਇਹਦੇ ਵਿੱਚ। ਜੇ ਅੱਧਾ ਸੱਚ ਵੀ ਸਮਝ ਆ ਜਾਵੇ, ਅੱਧਾ ਸੱਚ ਸਾਰੀਆਂ ਮੱਤਾਂ 'ਚ ਹੈ, ਜੇ ਅੱਧੇ ਸੱਚ ਨੂੰ ਕੋਈ ਮੰਨ ਲਵੇ ਤਾਂ ਬਾਕੀ ਦਾ ਅੱਧਾ ਜਿਹੜਾ ਝੂਠ ਹੈ ਆਪੇ ਨਹੀਂ ਉਹਨੂੰ ਮੰਨਦਾ। ਜੇ ਕੋਈ ਇਸ ਗੱਲ ਨੂੰ ਮੰਨ ਲਵੇ ਵੀ ਉਹ ਇੱਕ ਹੈ ਪਰਮੇਸ਼ਰ, ਤਾਂ ਸ਼ਰੀਕ ਹੈ ਖੁਦਾ ਆਪੇ ਹੀ ਨਹੀਂ ਮੰਨਦਾ ਇਸਲਾਮ ਵਾਲਿਆਂ ਦਾ। ਤੇ 33 ਕਰੋੜ ਦੇਵਤਾ ਨਹੀਂ ਮੰਨਦਾ, ਬਰਮਾ ਵਿਸ਼ਨੂੰ ਸ਼ਿਵ ਜੀ ਨੂੰ ਨਹੀਂ ਮੰਨਦਾ, 7 ਦੇਵੀਆਂ ਨੂੰ ਨਹੀਂ ਮੰਨਦਾ, ਮੂਰਤੀ ਪੂਜਾ ਨਹੀਂ ਕਰਦਾ, ਤੀਰਥਾਂ ਨੂੰ ਨਹੀਂ ਮੰਨਦਾ, ਦਾਨ ਪੁੰਨ ਨੂੰ ਨਹੀਂ ਮੰਨਦਾ, ਬਾਹਰ ਮਾਇਆ ਦੇ ਨੂੰ। ਇਹ ਤਾਂ ਮਾਲਕ ਹੈ, ਕੁਛ ਵੀ ਨਹੀਂ ਮੰਨ ਸਕਦਾ। ਅੱਧਾ ਸੱਚ ਵੀ ਪਤਾ ਲੱਗ ਜਾਂਦਾ, ਝੂਠ ਦਾ ਆਪੇ ਪਤਾ ਲੱਗ ਜਾਂਦਾ। ਜੇ ਅੱਧਾ ਸੱਚ ਜਿਹੜਾ ਮੱਤ ਵਿੱਚ ਹੈ ਉਹੀ ਵਿਆਕੁਲ ਕਰਦਾ। ਅੱਧੇ ਸੱਚ ਨਾਲ ਵਿਆਕੁਲ ਕੀਤਾ ਗੁਰੂ ਅਮਰਦਾਸ ਨੂੰ, ਅੱਧੇ ਸੱਚ ਨਾਲ ਵਿਆਕੁਲ ਕੀਤਾ ਸੀ ਗੁਰੂ ਅੰਗਦ ਨੂੰ। ਅੰਦਰੋਂ ਨਹੀਂ ਸੀ ਮੰਨੇ ਹੋਏ ਵੀ ਮੂਰਤੀ 'ਚ ਹੈ, ਲੇਕਿਨ ਰਾਹ ਵੀ ਕੋਈ ਨਹੀਂ ਦੱਸਦਾ ਵੀ ਗੱਲ ਅਸਲ 'ਚ ਹੈ ਕੀ। ਮਿਲੂਗਾ ਕਿੱਥੋਂ, ਜਾਂ ਕਿੱਥੋਂ ਦਾ ਪਤਾ ਲੱਗਾ ਮਿਲੂਗਾ ਜਦ ਹੀ ਇੱਕ ਸਕਿੰਟ ਛੱਡ ਕੇ ਰਾਹ। ਫਿਰ ਕੀ ਕੀਤਾ, ਟੁਕਦਮ ਕਰਾਰੀ ਜੇ ਕਰੇ ਹਾਜ਼ਰ ਹਜ਼ੂਰ ਖੁਦਾਏ, ਇੱਕਦਮ ਵੱਢ ਕੇ ਪਿਛਲੀ ਬਾਹਰ ਮਾਰੀ, ਇੱਕ ਝਟਕੇ ਨਾਲ ਤੋੜ ਪਿਛਲੀ ਛੱਡਤੀ ਲਾਈਨ। ਜਦ ਇੱਕ ਝਟਕੇ ਨਾਲ ਛੱਡੂ ਫਿਰ ਅਪਤੀਜ ਪਤੀਣਾ, ਫਿਰ ਮਨ ਮੰਨਦਾ। ਹਾਂਜੀ, ਗੁਰ ਨਾਨਕ ਸਚ ਨੀਮ ਸਾਜ, ਸਤਿਗੁਰ ਸੰਗ ਲੀਣਾ। ਗੁਰੂ ਨਾਨਕ ਸੱਚ ਨੀਮ ਸਾਜ, ਗੁਰੂ ਨਾਨਕ ਨੇ ਸੱਚ ਦੀ ਨਿਉ ਭਰੀ ਆ। ਆ ਜਿਹੜੇ ਕਹਿੰਦੇ 2 ਕਰੋੜ ਸਿੱਖ ਬਣਾਤਾ, ਉਹਦਾ ਮਹਿਲ ਬਣਾਤਾ, ਕਿੱਥੇ ਸੀ ਨਿਉ ਦੇ ਵਿੱਚ? ਤਾਂ ਇੱਕ ਬੰਦਾ ਵੀ ਨਹੀਂ ਬਹਿ ਸਕਦਾ ਨਿਉ ਦੀ ਕੋਈ ਛਾਂ। ਗੁਰੂ ਨਾਨਕ ਦੀ ਸਿੱਖੀ ਪ੍ਰਗਟ ਨਹੀਂ ਸੀ ਸੰਸਾਰ 'ਚ, ਉਹ ਤਾਂ ਨਿਉ ਭਰੀ ਹੈ, ਹਿਰਦੇ 'ਚ ਬੀਜੀ ਹੈ, ਕੁਛ ਆਦਮੀਆਂ ਦੇ ਅੰਦਰ ਬੀਜੀ ਹੈ ਸਿੱਖੀ, ਬਾਹਰ ਨਹੀਂ। ਪਬਲਿਕ ਨਾਲ ਨਹੀਂ ਗੱਲ ਕਰੀ। ਨੀਮ ਸਾਜੀ ਹੈ, ਨੀਮ ਸਾਜੀ ਹੈ। ਨੀਮ ਤਾਂ ਥੱਲੇ ਜ਼ਮੀਨ 'ਚ ਹੁੰਦੀ ਹੈ, ਉਹ ਤਾਂ ਬੀਜ ਕੇ ਆਏ ਨੇ ਸਿੱਖੀ ਲੋਕਾਂ ਦੇ ਹਿਰਦਿਆਂ 'ਚ। ਉੱਪਰ ਨਵਾਂ ਧਰਤੀ ਤੋਂ ਉੱਪਰ ਤਾਂ ਲੈਣੇ ਨੇ ਚੱਕਿਆ ਪੰਥ ਧਰਮ ਕਾ ਕੀਆ, ਲੈਣੇ ਪੰਥ ਧਰਮ ਕਾ ਕੀਆ। ਜਦ ਉੱਪਰ ਆਈ ਹੈ ਨਾ ਉਹ ਜ਼ਮੀਨ ਤੇ, ਜਦ ਪਤਾ ਲੱਗਿਆ ਥੱਲੇ ਭਰੀ ਹੋਈ ਹੈ। ਥੱਲੇ ਵਾਲੀ ਤਾਂ ਬਰਾਬਰ ਹੋ ਜਾਂਦੀ ਹੈ, ਥੱਲੇ ਵਾਲੀ ਕੋਈ ਦੀਦੀ ਹੁੰਦੀ ਹੈ। ਇੱਕ ਇੱਕ ਗੱਲ ਇੱਥੋਂ ਸਾਬਤ ਹੋ ਜਾਣੀ ਹੈ ਜਿਹੜੀ ਅਸੀਂ ਕਹੀ ਹੋਈ ਹੈ। ਇਹ ਤਾਂ ਬੱਕ ਮਾਰੀ ਜਾਂਦਾ ਨੇ ਕਿ ਇੱਕ ਗੱਲ ਗੁਰਬਾਣੀ 'ਚ ਇਤਿਹਾਸ ਦੀ ਸਾਬਤ ਹੋਈ ਜਾਂਦੀ ਹੈ। ਇਹਨਾਂ ਨੂੰ ਕੀ ਪਤਾ ਇੱਥੇ ਕੀ ਲਿਖਿਆ ਹੈ। ਉਹ ਨੀਮ ਕਹਿੰਦਾ ਨਿਉ ਕਿਤੇ ਦੀਦੀ ਹੁੰਦੀ ਹੈ। ਕਿਸੇ ਮਕਾਨ ਦੀ ਨਿਉ ਦਿਖਾਓ ਮੈਨੂੰ, ਕਿਤੇ ਮਕਾਨ ਉਤਲਾ ਦੀਦਾ, ਥੱਲੇ ਨਿਉ ਕਿੱਥੇ ਦੀਦੀ ਹੈ? ਨਿਉ ਤਾਂ ਗੁਪਤ ਹੁੰਦੀ ਹੈ। ਉਹਨਾਂ ਨੇ ਗੁਪਤ ਪ੍ਰਚਾਰ ਕੀਤਾ। ਬਸ ਉਸ ਆਦਮੀ ਨਾਲ ਗੱਲ ਕੀਤੀ ਹੈ ਜਿਹੜੇ ਆਦਮੀ ਕੁਛ ਜਾਣਦੇ ਸੀ ਪਹਿਲਾਂ ਵੀ ਇਹਨਾਂ ਨੂੰ ਬਦਲੀਏ। ਉਹ ਫਿਰ ਬੰਦੇ ਗਾਹਾਂ ਉਹਨਾਂ ਨੇ ਕੀਤਾ ਪ੍ਰਚਾਰ ਸਾਰੇ, ਤਾਂ ਹੀ ਨਾਨਕ ਦਾ ਨਾਮ ਚੱਲਦਾ ਹੈ। ਉਹਨੇ ਕਿਹਾ ਵੀ ਤੂੰ ਗਾਹਾਂ ਦੀ ਗੱਲ ਹੁਣ ਤੂੰ ਛੇੜ, ਧਰਤੀ ਤੋਂ ਉੱਪਰ ਤੂੰ ਕੱਢ ਗੱਲ ਨੂੰ ਪਬਲਿਕ ਦੇ ਵਿੱਚ। ਪਬਲਿਕ ਦੇ ਵਿੱਚ ਉਹ ਸੰਤੇ ਗੱਲ ਕਰਦਾ ਤਾਂ ਜਿਹੜੇ ਸੰਤ ਦੇ ਡੇਰੇ ਜਾ ਕੇ ਆਉਂਦੇ ਤੇ, ਇਹ ਉਹ ਸੰਤ ਨਾਲ ਗੱਲ ਕਰਦੇ ਸੀ, ਪਬਲਿਕ ਨਾਲ ਨਹੀਂ ਸੀ ਕਰਦੇ, ਤਾਂ ਕਿ ਪਬਲਿਕ ਦੀ ਸ਼ਰਧਾ ਉਹ ਸੰਤ ਤੋਂ ਨਾ ਟੁੱਟ ਜਾਵੇ।
ਉਹ ਬਣੇ ਰਹਿਣ, ਸੰਤ ਨਾਲ ਜੁੜੇ ਰਹਿਣ। ਇਹ ਹੀ ਸੰਤ ਚਾਹੁੰਦੇ ਹੁੰਦੇ ਨੇ ਵੀ ਅਸੀਂ ਜੁੜੇ ਰਹੀਏ, ਸਾਡੀ ਪਬਲਿਕ ਸਾਤੇ ਬਾਗੀ ਨਾ ਹੋ ਜਾਵੇ। ਉਹਨਾਂ ਕਹਾ ਭਾਈ ਜਿੱਥੇ ਤਾਈ ਤੁਸੀਂ ਪੜ੍ਹਾਤਾ ਸੰਗਤ ਨੂੰ, ਉੱਥੇ ਦੀ ਪੜ੍ਹਾਤਾ, ਗਾਹਾਂ ਦੀ ਪੜ੍ਹਾਈ ਤੁਸੀਂ ਉਹ ਪੜ੍ਹਾਓ, ਹੋਰ ਗਾਹਾਂ ਦੀ ਹੋਰ ਪੜ੍ਹਾ ਦਿਓ। ਸਰੀਰ ਨਾਲ ਛੱਡ ਕੇ, ਮਾਇਆ ਨਾਲ ਛੱਡ ਕੇ, ਕਾਇਆ ਨਾਲ ਜੋੜਤੇ। ਬਾਹਲੇ ਸਰੀਰ ਨਾਲ, ਮੂਰਤੀ ਨਾਲ ਛੱਡ ਕੇ ਆਤਮਾ ਨਾਲ ਜੋੜਤੇ। ਆਤਮਾ ਦੀ ਪੜ੍ਹਾਈ ਪੜ੍ਹਾਇਆ ਕਰੋ, ਆਤਮ ਗਿਆਨ ਦੀ ਪੜ੍ਹਾਈ ਪੜ੍ਹਾਇਆ ਕਰੋ। ਹਾਂ, ਗੁਰੂ ਨਾਨਕ ਸੱਚ ਨੀਮ ਸਾਜ। ਗੁਰੂ ਨਾਨਕ ਨੇ ਸੱਚ ਦੀ ਨੀਮ ਸਾਜੀ ਹੈ। ਸਿਰਫ ਨੇ ਉਹ ਓਨੀ ਹੀ ਹੁੰਦੀ ਹੈ ਜਿਹੜੀ ਦੀਂਦੀ ਨਹੀਂ ਹੁੰਦੀ, ਧਰਤੀ 'ਚ ਹੁੰਦੀ ਹੈ। ਗੁਰੂ ਨਾਨਕ ਨੇ ਜਿਹਨੂੰ ਉਪਦੇਸ਼ ਦਿੱਤਾ, ਗੁਪਤੇ ਦਿੱਤਾ, ਇਕੱਲੇ ਬੰਦੇ ਨੂੰ ਫੜ ਕੇ, ਜਿਨ੍ਹਾਂ ਦੇ ਡੇਰਿਆਂ 'ਤੇ ਸੰਤਾਂ ਦੇ ਗਏ ਨੇ। ਜੋਗੀਆਂ ਨਾਲ ਚਰਚਾ ਤਾਂ ਕੀਤੀ ਹੈ, ਜੋਗੀਆਂ ਇਕੱਲੇ ਚਲੇ ਗਏ, ਜੋਗੀ ਹਟੇ ਨਹੀਂ, ਵਿਰੋਧ ਕਰਨ ਲੱਗੇ ਸੀ। ਫਿਰ ਇਕੱਠੀ ਸੰਗਤ ਵਿੱਚ ਚਰਚਾ ਸਿਰਫ ਜੋਗੀਆਂ ਨਾਲ ਕੀਤੀ। ਜਿੰਨਾ ਭੰਡੀ ਪ੍ਰਚਾਰ ਕਬੀਰ ਨੇ ਕੀਤਾ, ਜੋਗੀਆਂ ਦਾ ਪੰਡਤ ਦਾ ਗੁਰੂ ਨਾਨਕ ਨੇ ਨਹੀਂ ਕੀਤਾ ਹੈ ਇਸ ਤਰੀਕੇ ਨਾਲ। ਉਹ ਕਬੀਰ ਵਾਲਾ ਹੀ ਦੱਸਿਆ ਉਹਨਾਂ ਨੇ ਤਾਂ ਵੀ ਆਹ ਦੇਖੋ ਕਬੀਰ ਨੇ ਕੀ ਲਿਖਿਆ। ਜੋ ਕੀਤਾ ਹੋਇਆ ਸੀ ਕਬੀਰ ਦਾ ਉਹੀ ਹਾਈਲਾਈਟ ਕੀਤਾ ਵੀ ਭਗਤ ਆਹ ਗੱਲ ਕਹਿੰਦੇ ਨੇ, ਤੁਸੀਂ ਆਓ ਨਾਲੇ ਭਗਤਾਂ ਨੂੰ ਮੰਨਦੇ ਹੋ, ਨਾਲੇ ਆਹ ਗੱਲ। ਇਹ ਬੰਦੇ ਉਹੀ ਭਗਤਾਂ ਨੂੰ ਦੀ ਗੱਲ ਦਾ ਪ੍ਰਚਾਰ ਕਰ ਰਹੇ ਨੇ ਜਿਹੜੇ ਜਿਨ੍ਹਾਂ ਤੋਂ ਭਗਤ ਖਿਲਾਫ ਨੇ। ਜੋ ਭਗਤ ਗੱਲ ਕਹਿ ਰਹੇ ਨੇ, ਜਿਹੜੀ ਗੱਲ ਤੇ ਭਗਤ ਖਿਲਾਫ ਸੀ ਉਹੀ ਦਾ ਗੱਲ ਦੁਬਾਰਾ ਕਹਿਣ ਲੱਗੇ, ਤੁਸੀਂ ਕਰਨ ਲੱਗੇ ਉਹਨਾਂ ਦੀ ਬਾਣੀ ਦਾ ਅਰਥ ਕਰਕੇ। ਇਹੀ ਦੱਸਿਆ ਜਿਵੇਂ ਬਾਣੀ, ਭਗਤ ਬਾਣੀ ਦੇ ਅਰਥ ਕੀ ਬਣਦੇ ਨੇ, ਇਹੀ ਆਪਣੀ ਬਾਣੀ 'ਚ ਉਹਨਾਂ ਨੇ ਦੱਸਿਆ ਅਰਥਾ ਕੇ। ਦੇਖੋ ਨਾ, ਆ ਜਿਹੜਾ ਸੂਤਕ ਪਾਤਕ ਹੈ ਕਬੀਰ ਨੇ ਵੀ ਲਿਆ, ਇਹਨਾਂ ਨੇ ਵੀ ਲਿਆ। ਚੌਕੇ ਦੀ ਗੱਲ ਕਬੀਰ ਨੇ ਵੀ ਕੀਤੀ, ਇਹਨਾਂ ਨੇ ਵੀ ਕੀਤੀ ਹੈ। ਸਾਰੇ ਉਹੀ ਪੁਆਇੰਟ ਚੱਕੇ ਹੋਏ ਨੇ। ਹਾਂਜੀ, ਗੁਰੂ ਨਾਨਕ ਸੱਚ ਨੀਮ ਸਾਜ, ਸਤਿਗੁਰ ਸੰਗ ਲੀਣਾ। ਸਤਿਗੁਰ ਸੰਗ ਲੀਣਾ, ਸਤਿਗੁਰ ਦਾ ਜਿਹੜਾ ਸੰਗਤ ਪ੍ਰਾਪਤ ਕੀਤੀ ਹੈ, ਸੱਚ ਦੀ ਨੀਮ ਸਾਜੀ ਹੈ। ਸਤਿਗੁਰ ਦੇ ਨਾਲ, ਸੱਚ ਦੇ ਗਿਆਨ ਨਾਲ ਸੰਗਤ ਰੱਖੀ ਕਰਾਈ ਆ ਸਾਰਿਆਂ ਨੂੰ। ਸੰਗ ਲੀਣਾ, ਸੱਚ ਦੇ ਗਿਆਨ ਦੀ ਸਾਰਿਆਂ ਨੂੰ ਜਾਣਕਾਰੀ ਦਿੱਤੀ ਹੈ। ਜਿਹਨੂੰ ਵੀ ਲੀਨ ਕੀਤਾ ਆਪਣੇ ਨਾਲ ਜੋੜਿਆ, ਸੱਚ ਦਾ ਗਿਆਨ ਦੇ ਕੇ ਜੋੜੇ। ਜਿਹਨੂੰ ਵੀ ਆਪਣੇ ਨਾਲ ਲੀਨ ਕੀਤਾ, ਆਪਣੇ ਨਾਲ ਜਿਹੜੀ ਆਤਮਾ ਨੂੰ ਜੋੜਿਆ, ਸੱਚ ਦਾ ਗਿਆਨ ਦੇ ਕੇ ਜੋੜਿਆ ਉਹਨੂੰ। ਗੁਰ ਅਰਜਨ ਘਰ ਗੁਰੂ ਰਾਮਦਾਸ ਅਪਰੰਪਰ ਬੀਣਾ। ਗੁਰ ਅਰਜਨ ਘਰ ਗੁਰੂ ਅਮਰਦਾਸ। ਲੇਕਿਨ ਜਿਹੜਾ ਅਰਜਨ ਹੈ ਉਹਨੂੰ ਉਪਦੇਸ਼ ਨਾਨਕ ਵਾਲਾ ਨਹੀਂ ਹੋਇਆ। ਨਾਨਕ ਵਾਲਾ ਜਿਹੜਾ ਉਪਦੇਸ਼ ਸੀਗਾ, ਅਮਰਦਾਸ ਲੈਣੇ ਤੱਕ ਦਾ ਉਪਦੇਸ਼ ਸੀ। ਉਹ ਇਸ ਤਰੀਕੇ ਨਾਲ ਜਿਵੇਂ ਲੈਣੇ ਨੂੰ ਪੜ੍ਹਾਇਆ ਨਾਨਕ ਨੇ, ਔਰ ਲੈਣੇ ਨੇ ਗਾਹਾਂ ਅਮਰਦਾਸ ਨੂੰ ਪੜ੍ਹਾਇਆ, ਉਹ ਜੀ ਇੱਥੇ ਸਟੱਡੀ ਨਹੀਂ ਹੋਈ ਗਾਹਾਂ, ਉਹ ਤਰੀਕਾ ਨਹੀਂ ਵਰਤਿਆ। ਅਰਜਨ ਨੂੰ ਰਾਮਦਾਸ ਨੇ ਆਪਣੀ ਬੋਲੀ 'ਚ ਪੜ੍ਹਾਇਆ ਸਿੱਧਾ। ਘਰ ਸੀ ਨਾ, ਉਹ ਜਿਹੜੇ ਬੰਦੇ ਸੰਤ ਪੜ੍ਹਾਏ ਸੀ ਉਹ ਦਿਸ਼ਾਹੀਨ ਹੋਏ ਹੋਏ ਸੀ, ਗੁਰੂ ਨਾਨਕ ਨੇ ਪੜ੍ਹਾਏ ਨੇ। ਉਸ ਵੇਲੇ ਜਿਹੜੇ ਬੰਦੇ ਪੜ੍ਹਾਏ ਜਾਂਦੇ ਸੀ, ਇਹਨਾਂ ਨੂੰ ਧਰਮ ਦਾ ਪ੍ਰਚਾਰ ਕੀਤਾ, ਉਹ ਬੰਦੇ ਪਹਿਲਾਂ ਹੋਰ ਧਰਮ ਦੇ ਧਾਰਨੀ ਸੀ। ਹੋਰ ਧਰਮ ਉਹਨਾਂ ਦਾ ਛਡਾ ਕੇ ਆਪਣੇ ਧਰਮ 'ਚ ਲਿਆਂਦੇ ਗਏ। ਤੇ ਪੰਜਵੇਂ ਪਾਤਸ਼ਾਹ ਦਾ ਹੋਰ ਧਰਮ ਹੈ ਨਹੀਂ ਸੀ, ਉਹ ਤਾਂ ਇਸੇ ਘਰ ਪੈਦਾ ਹੋਏ ਸੀ। ਇਸ ਕਰਕੇ ਉਹਨਾਂ 'ਤੇ ਉਹ ਥਿਊਰੀ ਨਹੀਂ ਉਹ ਲਾਗੂ ਹੋ ਸਕਦੀ, ਨਾ ਚੌਥੇ 'ਤੇ ਹੋਈ ਹੈ। ਨਾ ਤਾਂ ਚੌਥੇ ਗੁਰੂ ਰਾਮਦਾਸ ਨੂੰ, ਗੁਰੂ ਤੀਜੇ ਪਾਤਸ਼ਾਹ ਨੂੰ ਉਹ ਕੰਮ ਕਰਨਾ ਪਿਆ ਜਿਹੜਾ ਅੰਗਦ ਨੇ ਉਹਨਾਂ ਨਾਲ ਕੀਤਾ ਸੀ ਵਰਤੀ। ਉਹਨਾਂ ਦੇ ਅੰਦਰ ਜਿਹੜੀ ਮਨੌਤ ਸੀ ਤੀਰਥਾਂ ਦੀ, ਗੰਗਾ ਦੀ, ਔਰ ਗੰਗਾ ਬਾਰੇ ਬਹੁਤ ਕੁਝ ਪੜ੍ਹਿਆ ਹੋਇਆ ਤਾਂ, ਸਾਖੀਆਂ ਸੀ ਪੜ੍ਹੀਆਂ ਹੋਈਆਂ, ਉਹ ਅੰਦਰੋਂ ਧੋਤੀਆਂ ਸੀ।
ਗੁਰੂ ਅੰਗਦ ਨੇ। ਧੋਣਾ ਪੈਂਦਾ ਮਨੌਤ, ਪਿਛਲੀ ਮਨੌਤ ਧੋਣੀ ਪੈਂਦੀ ਹੈ, ਸਮਝਾਉਣੀ ਪੈਂਦੀ ਹੈ। ਸਿਮਰਤ ਸ਼ਾਸਤਰ ਦਾ ਜਿਹੜਾ ਗਿਆਨ ਸੀ ਸ਼ੁੱਧ ਕਰਨਾ ਪਿਆ ਗੁਰੂ ਅੰਗਦ ਨੂੰ। ਸੋਧੇ ਸਿਮਰਤ ਸ਼ਾਸਤਰ ਸਗਲ ਹੈ ਨਾ, ਉਹੀ ਗਿਆਨ ਸ਼ੁੱਧ ਕਰਕੇ ਸਮਝਾਉਣਾ ਪਿਆ। ਗੰਗਾ ਉਹ ਨਹੀਂ ਹੁੰਦੀ, ਗੰਗਾ ਗਿਆਨ ਦੀ ਹੁੰਦੀ ਹੈ। ਇੱਥੋਂ ਹੀ ਚੱਲ ਪਈ ਗੱਲ ਅੱਡ, ਇੱਥੋਂ ਅੱਡ ਗੱਲ ਚੱਲ ਪਈ। ਬਾਹਰਲੀ ਗੰਗਾ ਛੜਾਤੀ, ਅੰਦਰਲੀ ਗੰਗਾ ਸ਼ੁਰੂ ਕਰ ਲਈ। ਐਵੇਂ ਉਹਨਾਂ ਨੇ ਬਾਹਰਲੀ ਮੂਰਤੀ ਛਡਾ ਕੇ ਆ ਸਰੀਰ ਦੀ ਮੂਰਤੀ ਆਪਣੇ ਦੀ ਸ਼ੁਰੂ ਕਰ ਲਈ ਅੰਗਦ ਨੂੰ। ਯਾ ਤੇਰੀ ਜਿਹੜੀ ਮੂਰਤੀ ਹੈ ਇਹਦੇ ਵਿੱਚ ਹੀ ਹੈ, ਜਿਹਦਾ ਤਾਂ ਦਰਸ਼ਨ ਕਰਨਾ ਤੇਰੇ ਵਾਲੀ ਮੂਰਤੀ 'ਚ, ਉਹ 'ਚ ਕਿੱਥੇ ਹੈ? ਉਹ ਜਿਹੜੀ ਮੂਰਤੀ ਜਾ ਰਹੀ ਹੈ ਦਰਸ਼ਨ ਕਰਨ, ਉਹਦੇ ਤਾਂ ਆਪਣੇ ਵਿੱਚ ਲਈ ਫਿਰਦਾ। ਤੇਰੀ ਮੂਰਤੀ ਬਾਹਰ ਦਰਸ਼ਨ ਕਰਨ ਜਾਇਆ, ਮੂਰਤੀ ਦੇ ਵਿੱਚ ਸਭ ਕੁਛ ਹੈ। ਇਹਦੇ ਬਾਹਰੋਂ ਕੀ ਟੋਲਦਾ, ਬਾਹਰ ਟੋਲੇ ਸੇ ਪਰ ਭਲਾ ਉਹੀ ਗੱਲ ਕਹੀ ਸੀ, ਹੋਰ ਕੀ ਕਹੀ ਸੀ। ਇੱਥੋਂ ਮੋੜਤਾ। ਇਹ ਕਰਨਾ ਨਹੀਂ ਪਿਆ ਨਾ ਰਾਮਦਾਸ ਵਾਸਤੇ, ਇਹ ਗੱਲ ਥਿਊਰੀ ਦੀ ਲੋੜ ਪਈ ਆ, ਨਾ ਅਰਜਨ ਵਾਸਤੇ ਪਈ ਆ। ਆਹ ਗੱਲ ਹੈ ਇੱਥੇ, ਇੱਥੋਂ ਲਾਈਨ ਐਂ ਬਦਲਦੀ ਹੈ ਆ ਕੇ, ਕਿਉਂਕਿ ਉਹਨਾਂ ਨੂੰ ਉਹ ਬਿਮਾਰੀ ਉਹ ਨਹੀਂ ਹੈ। ਜਿਹੜੀ ਬਿਮਾਰੀ ਪਹਿਲਾਂ ਛੂਤ ਦੀ ਹੋਈ ਹੈ, ਉਹ ਛੂਤ ਦੀ ਬਿਮਾਰੀ ਹੈ। ਦੂਆ ਧਰਮ ਹੁਣ ਸਿੱਖਾਂ ਨੂੰ ਛੂਤ ਦੀ ਬਿਮਾਰੀ ਹੈ, ਗੁਰਦੁਆਰਿਆਂ ਛੂਤ ਦੀ ਬਿਮਾਰੀ ਫੈਲੀ ਹੋਈ ਹੈ। ਗੁਰਮਤਿ ਕੁਛ ਹੋਰ ਕਹਿੰਦੀ ਹੈ, ਬਿਮਾਰੀ ਕੁਛ ਹੋਰ ਹੈ। ਉੱਥੇ ਛੂਤ ਦੀ ਬਿਮਾਰੀ ਹੈ, ਹੋਰ ਕੀ ਹੈ? ਸਾਹ ਦੇ ਮੱਤੇ ਬਿਮਾਰ ਕਰਤੀ ਇਹਨਾਂ ਨੇ। ਬਿਮਾਰੀ ਆ ਗਈ, ਹੰਕਾਰ ਆ ਗਿਆ ਵਿੱਚ, ਰੋਗ ਵਿੱਚੇ ਹੈ। ਇਹ ਜਰਾਸੀਮ ਬੱਚੇ ਲਈ ਫਿਰਦੇ ਨੇ ਛੂਤ ਦੇ ਸਾਰੇ ਹੀ, ਹੰਕਾਰ ਦੇ। ਜੇ ਹੰਕਾਰ ਨਾ ਹੁੰਦਾ ਤਾਂ ਗੁਰਦੁਆਰਿਆਂ 'ਚ ਇਹ ਹਾਲ ਹੁੰਦੇ। ਹੰਕਾਰ ਕਿਵੇਂ ਆ ਵੜਿਆ ਗੁਰਦੁਆਰਿਆਂ 'ਚ? ਗੋਲਕ ਦਾ ਮਾਇਆ ਦਾ ਲਾਲਚ ਕਿਵੇਂ ਆ ਵੜਿਆ? ਲੋਕ ਕਿਵੇਂ ਆ ਵੜਿਆ? ਕ੍ਰੋਧ ਕਿਵੇਂ ਆ ਵੜਿਆ? ਇਹ ਕਿੱਧਰ ਦੀ ਆਏ ਨੇ? ਜੇ ਗੁਰਬਾਣੀ ਨੂੰ ਮੰਨਦੇ ਆ ਜਾਂਦੇ। ਉਹ ਹਿਰਦੇ ਤਾਂ ਇਹ ਆਪੇ ਲੈ ਕੇ ਆਉਣੇ ਹੋ। ਗੁਰੂ ਘਰ 'ਚ ਕਾਹਨੂੰ ਹੁੰਦੇ ਨੇ? ਜਾਂ ਘਰੋਂ ਆਉਣੇ ਹੋ, ਇਹ ਪੰਡਾਂ ਦੀਆਂ ਪੰਡਾਂ ਅੰਦਰੇ ਲੈ ਕੇ ਆਉਣੇ ਹੋ ਤੁਸੀਂ। ਇਹਨਾਂ ਨੂੰ ਬਾਹਰ ਨਹੀਂ ਰੱਖ ਕੇ ਆਉਂਦੇ, ਅੰਦਰ ਲੈ ਵੜਦੇ ਨੇ। ਕਿ ਅੰਦਰ ਕਿਹੜਾ ਕੋਈ ਕਹਿਣ ਵਾਲਾ ਵੀ ਕਿਉਂ ਲੈ ਕੇ ਆਏ ਹੋ ਕ੍ਰੋਧ? ਅੰਦਰ ਤਾਂ ਕੋਈ ਬੋਲਣ ਵਾਲਾ ਹੈ ਉਹ ਨਹੀਂ, ਵਰਜਣ ਵਾਲਾ ਕੋਈ ਹੈ ਹੀ ਨਹੀਂ। ਹਾਂਜੀ, ਗੁਰੂ ਅਰਜਨ ਘਰ ਗੁਰੂ ਰਾਮਦਾਸ, ਗੁਰੂ ਅਰਜਨ ਦੇ ਘਰ, ਗੁਰੂ ਅਰਜਨ ਦੇ ਹਿਰਦੇ 'ਚ ਗੁਰੂ ਰਾਮਦਾਸ ਦੀ ਜਿਹੜੀ ਹੈ ਨਾ ਆਵਾਜ਼ ਬੀਣਾ, ਉਹ ਬੋਲਦੀ ਹੈ ਜੋ ਸੁਣਿਆ। ਉਹ ਬੀਣਾ ਜੋ ਵਜਾਈ ਆ, ਜੋ ਬੋਲਿਆ ਗੁਰੂ ਰਾਮਦਾਸ ਨੇ ਉਪਦੇਸ਼ ਕੀਤਾ, ਉਹੀ ਗੂੰਜਦੀ ਉਹਦੇ ਹਿਰਦੇ 'ਚ। ਅਪਰੰਪਰ ਬੀਣਾ, ਸਿੱਧੀ ਉਹ ਬੀਣਾ ਗੂੰਜਦੀ ਹੈ। ਸਿੱਧੀ ਉਹ ਤੁਰਕੀ ਬਾਣੀ ਨਾਲ ਜੋੜਿਆ ਉਹਨੂੰ। ਅਪਰੰਪਰ ਬੀਣਾ ਹੀ ਵੱਜੀ ਹੈ, ਸਿੱਧੀ ਹੋਈ ਡਾਇਰੈਕਟ। ਉਹ ਦੂਈ ਪਹਿਲਾਂ ਨਹੀਂ ਵੱਜੀ, ਭੇਰੀ ਛੱਡੋ ਰੱਡ। ਉਹ ਭੇਰੀ ਛੱਡੋ ਰੱਡ ਨਹੀਂ ਹੋਈ ਇੱਥੇ, ਉੱਥੇ ਭੇਰੀ ਛੱਡੋ ਰੱਡ ਹੈ। ਨਾਨਕ ਦੇ ਵੀ ਭੇਰੀ ਛੱਡੋ ਰੱਡ ਸੀ ਪਹਿਲਾਂ। ਉਹਨੇ ਗਿਆਨ ਪੜ੍ਹਨਾ ਪਿਆ, ਬੇਦੀ ਹੈ ਤਾਂ ਹੀ। ਬੇਦੀ ਇਹ ਨੇ ਜਿਨ੍ਹਾਂ ਦੇ ਭੇਰੀ ਛੱਡੋ ਰੱਡ ਸੀ, ਜਿਨ੍ਹਾਂ ਦੇ ਡਵਰੂ ਵੱਜਦਾ ਸੀ ਦੋ ਕਿਸਮ ਦੀ। ਆਪਣਾ ਪਾਣਾ ਵੀ, ਗੁਰਕਾ ਪਾਣਾ ਵੀ ਸੀ। ਰਾਮਦਾਸ ਦੇ ਤਾਂ ਆਪਣਾ ਪਾਣਾ ਪੈਦਾ ਹੀ ਨਹੀਂ ਹੋਇਆ। ਆਪਣਾ ਪਾਣਾ ਹੀ ਨਹੀਂ ਪੈਦਾ ਹੋਇਆ ਬਚਪਨ ਤੇ ਹੀ, ਗੁਰਕੇ ਪਾਣੇ 'ਚ ਚੱਲਿਆ। ਗੁਰਕਾ ਪਾਣਾ ਹੀ ਸੀ ਉੱਥੇ, ਛੋਟਾ ਸੀ, ਗੁਰਕਾ ਪਾਣਾ ਚੱਲਦਾ ਸੀ। ਆਗਿਆ 'ਚ ਚੱਲੇ ਨੇ ਜਿਵੇਂ ਸੰਗਤ ਚੱਲਦੀ ਸੀ ਬਚਪਨ 'ਚ, ਉਹੀ ਪੜ੍ਹਾਈ ਪੜ੍ਹ ਗਿਆ। ਬਾਗੀ ਹੋਇਆ ਹੀ ਨਹੀਂ, ਮਨਵਾਸੀ ਰਾਜਾ ਬਣਿਆ ਹੀ ਨਹੀਂ। ਇਹ ਗੱਲ ਦਾ ਫਰਕ ਹੈ, ਬੇਦੀ ਸੋਢੀਆਂ ਦਾ ਆਹੀ ਫਰਕ ਹੈ, ਹੋਰ ਨਹੀਂ ਫਰਕ ਕੋਈ। ਜਿਹੜੇ ਡਾਇਰੈਕਟ ਪੜ੍ਹਦੇ ਨੇ ਬਚਪਨ ਤੋਂ ਸੋਢੀ ਨੇ, ਜਿਹੜੇ ਦੂਏ ਨੇ ਬੇਦੀ ਨੇ। ਗਿਆਨ ਤਾਂ ਜ਼ਰੂਰ ਪੜ੍ਹਦੇ ਨੇ ਦੋਏ, ਪਰ ਜਿਹੜਾ ਮਾਇਆ ਛਡਾਉਣ ਵਾਲਾ ਗਿਆਨ ਨਹੀਂ ਪੜ੍ਹਾਉਣਾ ਪਿਆ। ਮਾਇਆ ਛਡਾਉਣ ਵਾਲਾ ਗਿਆਨ ਤਾਂ ਪੜ੍ਹਾਉਂਦੇ ਜੇ ਮਾਇਆ ਫੜਦਾ, ਫੜੀ ਹੋਈ ਨਹੀਂ, ਫੜਨੇ ਨਹੀਂ ਦਿੱਤੀ। ਕਿਉਂਕਿ ਉਹ ਸੀ ਜੈਸੀ ਉਪਜੀ ਪੇੜ 'ਤੇ, ਉਹ ਤਾਂ ਪੇੜ 'ਤੇ ਜੈਸੀ ਉਪਜੀ ਸੀ ਉਹੀ ਜੀ ਸੀ।
ਬਚਪਨ ਸੀ। ਬੁੱਧੀ ਕੀ ਸੀ? ਬਾਲ ਬੁੱਧ ਸੀ। ਉਹ ਬਾਲ ਬੁੱਧ ਤੋਂ ਹੀ ਸਿੱਧੇ ਵਿਵੇਕ ਬੁੱਧ ਵੱਲ ਨੂੰ ਲੈ ਗਏ। ਬਾਲ ਬੁੱਧ ਤੋਂ ਵਿਵੇਕ ਬੁੱਧ ਵੱਲ ਨੂੰ ਜਾਣਾ ਬੜਾ ਆਸਾਨ ਹੈ। ਬਾਲ ਬੁੱਧ ਤੋਂ ਕੁਬੁੱਧ ਹੋ ਕੇ ਵਿਵੇਕ ਬੁੱਧ ਬਣਨੀ ਬੜੀ ਔਖੀ ਹੈ। ਜੇ ਬਾਲ ਬੁੱਧ ਤੋਂ ਕੁਬੁੱਧ ਬਣ ਜਾਏ, ਸਿੱਖਿਆ ਹੋ ਜਾਏ ਸਾਖਤਾਂ ਦੀ, ਫੇਰ ਕੁਬੁੱਧ ਤੋਂ ਬੁੱਧ, ਬੁੱਧ ਤੋਂ ਬੁੱਧ ਤੋਂ ਕੁਬੁੱਧ ਤੋਂ ਬੁੱਧ, ਬਾਲ ਬੁੱਧ ਤੋਂ ਫੇਰ ਜਾਣਾ ਪਊਗਾ। ਇਹ ਡਬਲ ਮਿਹਨਤ ਹੋ ਜਾਂਦੀ ਹੈ। ਜਿੰਨਾ ਪਾਸੇ ਨੂੰ ਚਲੇਗਾ ਉਹਨਾਂ ਵਾਪਸ ਆਉਣਾ ਪੈਂਦਾ, ਵਾਪਸ ਆ ਕੇ ਫੇਰ ਤੁਰਨਾ ਪੈਂਦਾ। ਇਹ ਭੇਦ ਹੈ ਸਾਰਾ ਹੀ ਬੇਦੀ ਸੋਢੀਆਂ ਦਾ। ਇਹ ਭੇਦ ਜਗ੍ਹਾ ਜਗ੍ਹਾ ਪਿਆ ਗੁਰਬਾਣੀ 'ਚ। ਵਿਚਿੱਤਰ ਨਾਟਕ ਸਿੱਧਾ ਭੇਦ ਦੱਸਿਆ ਹੋਇਆ ਹੈ। ਜੇ ਵਿਚਿੱਤਰ ਨਾਟਕ ਨਾ ਹੁੰਦਾ ਇਹਦਾ ਪਤਾ ਹੀ ਨਹੀਂ ਸੀ ਲੱਗਣਾ ਇਹ ਗੱਲ ਦਾ ਜੀ। ਵਿਚਿੱਤਰ ਨਾਟਕ ਕੋਈ ਇਸ਼ਾਰਾ ਕਰਦਾ ਹੈ ਕਿ ਉਹ ਅਖੀਰ 'ਚ ਆ ਕੇ ਸਵਈਏ ਨੇ ਪੰਜਵੇਂ ਪਾਤਸ਼ਾਹ ਵੇਲੇ। ਨੌਵੇਂ ਪਾਤਸ਼ਾਹ ਨੇ ਤਾਂ ਇਹਨਾਂ ਦੀ ਨਹੀਂ ਕੀਤੀ ਵਿਆਖਿਆ ਜ਼ਰੂਰ, ਜਾਂ ਤਾਂ ਨੌਵੇਂ ਪਾਤਸ਼ਾਹ ਕਰਦੇ ਇਹਦੀ ਵਿਆਖਿਆ ਸਵਈਆਂ ਦੀ, ਜਾਂ ਫਿਰ ਦਸਵੇਂ ਪਾਤਸ਼ਾਹ ਕਰਦੇ। ਨੌਵੇਂ ਪਾਤਸ਼ਾਹ ਨੇ ਤਾਂ ਕੀਤੀ ਨਹੀਂ, ਦਸਵੇਂ ਪਾਤਸ਼ਾਹ ਨੂੰ ਕਰਨੀ ਪਈ ਇਹ ਗੱਲ। ਜਿਹੜੀ ਰਹਿ ਗਈ ਸੀ ਉਹ ਦਸਵੇਂ ਪਾਤਸ਼ਾਹ ਨੇ ਕੀਤੀ ਹੈ, ਨਹੀਂ ਤਾਂ ਰਹਿ ਗਈ ਸੀ ਇਹ ਗੱਲ, ਵਿਆਖਿਆ ਰਹਿ ਗਈ ਸੀ ਇਹਦੀ। ਹਾਂਜੀ। ਖੇਲ ਗੂੜੋ ਕੀਓ ਹਰੀ ਰਾਏ, ਸੰਤੋਖ ਸਮਾਚਰਿਓ ਬਿਮਲ ਬੁੱਧੀ ਸਤਿਗੁਰ ਸਮਾਣੋ। ਕਹਿੰਦੇ ਇੱਕ ਡਿਗਰੀ ਹੋਰ ਚਲਿਆ ਗਿਆ ਖੇਲ ਉੱਤੇ, ਗੂੜਾ ਹੋ ਗਿਆ। ਖੇਲ ਗੂੜੋ ਕੀਓ, ਹੁਣ ਇੱਕ ਸੁਰ ਹੋਰ ਚੱਕੀ ਗਈ, ਉੱਪਰ ਚਲੀ ਗਈ ਇੱਕ ਸੁਰ ਹੋਰ। ਖੇਲ ਇੱਦਾਂ ਵੀ ਗੂੜਾ ਹੋਰ ਹੋ ਗਿਆ। ਗੂੜਾ ਤਾਂ ਇੱਥੇ ਹੀ ਹੋ ਗਿਆ ਸੀ ਚੌਥੇ ਪਾਤਸ਼ਾਹ ਵੇਲੇ ਗੂੜਾ ਤਾਂ ਹੋ ਗਿਆ। ਬੇਦੀ ਸੋਢੀਆਂ ਦਾ ਫਰਕ ਤਾਂ ਇੱਥੇ ਹੀ ਆ ਗਿਆ। ਅਪਰੰਪਰ ਪੀੜਾਂ ਤਾਂ ਇੱਥੇ ਹੀ ਆ ਗਈ। ਗੁਰ ਅਰਜਨ ਕਰ ਗੁਰੂ ਰਾਮਦਾਸ ਅਪਰੰਪਰ ਪੀਣਾ, ਜੋ ਪੀਣਾ ਬਜਾਈ ਅਪਰੰਪਰ, ਜੋ ਸਿੱਧੀ ਸ਼ਬਦ ਦੀ ਗੱਲ ਕੀਤੀ, ਸ਼ਬਦ ਗੁਰੂ ਦੀ ਗੱਲ ਕੀਤੀ, ਜੋ ਸਿੱਧੀ ਤਤ ਗਿਆਨ ਦੀ ਗੱਲ ਕੀਤੀ, ਡਾਇਰੈਕਟ ਗੁਰੂ ਅਰਜਨ ਨੂੰ ਉਪਦੇਸ਼ ਕੀਤਾ ਗੁਰੂ ਰਾਮਦਾਸ ਨੇ, ਉਹ ਸਿੱਧੀ ਉਹ ਪੀਣਾ ਬਚ ਪਈ। ਸਿੱਧਾ ਹੀ ਸ਼ਬਦ ਗੁਰੂ ਪ੍ਰਗਟ ਕਰਤਾ। ਇਦੋਂ ਹੋਰ ਗੂੜਾ ਹੋ ਗਿਆ ਖੇਲ। ਖੇਲ ਗੂੜੋ ਕੀਓ ਹਰੀ ਰਾਏ, ਹਰੀ ਰਾਏ ਨੇ ਖੇਲ ਗੂੜਾ ਕਰਤਾ। ਉਹਨੇ ਗੱਲ ਪ੍ਰਗਟ ਕਰਤੀ, ਅੰਦਰੋਂ ਬਾਹਰ ਕਰਤੀ। ਇੱਕ ਤਾਂ ਦੀਆਂ ਰੋਟੀਆਂ ਅੰਦਰ ਪੱਕੀਆਂ, ਇੱਕ ਪੱਕੀਆਂ ਆ ਗਈਆਂ ਬਾਹਰ ਪਬਲਿਕ 'ਚ ਹੋ ਗਈ ਪ੍ਰਗਟ। ਆ ਵੀ ਨਹੀਂ ਹੋਏ ਹਾਲੇ ਥਈ। ਜੇ ਗੂੜਾ ਨਹੀਂ ਖੇਲ ਹੁੰਦਾ ਤੇ ਅਪਰੰਪਰ ਪੀਣਾ ਦਾ ਅੰਦਰ ਹੈ ਨਾ। ਜਦ ਅੰਦਰ ਵਾਲੀ ਗੱਲ ਬਾਹਰ ਆਉਂਦੀ ਹੈ, ਜੇ ਪ੍ਰਗਟ ਹੁੰਦਾ ਤਾਂ ਖੇਲ ਗੂੜਾ ਹੋ ਜਾਂਦਾ। ਖੇਲ ਗੂੜੋ ਕੀਓ ਹਰਿ ਰਾਏ, ਸੰਤੋਖ ਸਮਾਚਰਿਓ। ਸੰਤੋਖ ਸਮਾਚਰਿਓ, ਸੰਤੋਖ ਦੇ ਜਿਹੜਾ ਸੀਗਾ, ਸੰਤੋਖ ਨੇ ਕਾਲ ਜਿੱਤ ਲਿਆ। ਸਮਾਚਰਿਓ ਸਮੇਂ ਨੂੰ ਖਾ ਗਿਆ। ਸੰਤੋਖ ਜਿਹੜਾ ਸੀ ਅਰਜਨ ਸਤਿਗੁਰ ਦਾ, ਸੰਤੋਖ ਕਾਲ ਖਾ ਗਿਆ, ਚੱਲ ਲਿਆ ਉਹਨੇ ਕਾਲ। ਕਹਿੰਦੇ ਨੇ ਸੂਰਜ, ਉਹ ਤਾਂ ਸੂਰਜ ਮੂੰਹ 'ਚ ਪਾਉਂਦੇ ਨੇ ਨਾ, ਹਨੂਮਾਨ ਦੇ ਮੂੰਹ 'ਚ, ਹਨੂਮਾਨ ਦੇ ਉਲਟਾ ਕਰਦੇ ਨੇ ਉਹ। ਕਾਲ ਜਿਹੜਾ ਸੀਗਾ, ਸੰਤੋਖ ਅੰਦਰ ਚਲਿਆ ਗਿਆ, ਕਾਲ ਬਾਹਰ ਰਹਿ ਗਿਆ। ਕਾਲ ਨੂੰ ਖਾ ਗਿਆ, ਕਾਲ ਦਾ ਗ੍ਰਾਸ ਬਣ ਗਿਆ। ਕਿਉਂ? 3 ਲੋਕ ਅੰਦਰ ਹੋ ਗਏ, ਆ ਬਾਹਰ ਚਲਾ ਗਿਆ। ਜਬ ਤ੍ਰਿਭਵਨ ਤਨ ਮਾਹੇ ਚੱਲਦੇ ਨਾ, ਕਾਲ ਵਿੱਚ ਹੀ ਹੈ। ਕਾਲ ਕੀ ਹੈ? 3 ਲੋਕ 3 ਲੋਕ ਅੰਦਰ ਹੋ ਗਏ ਤੇ ਆ ਬਾਹਰ ਚਲਾ ਗਿਆ। ਆਪ ਸੁਖ ਸਾਗਰ 'ਚ ਹੈ ਤੇ 3 ਲੋਕ ਭਵ ਸਾਗਰ 'ਚ ਨੇ, ਤੇ ਕਾਲ ਤਾਂ ਖਾਧਾ ਗਿਆ। ਫਿਰ ਕਾਲ ਤਾਂ ਅੰਦਰ ਹੋ ਗਿਆ, ਸਮਾਂ ਤਾਂ ਅੰਦਰ ਹੋ ਗਿਆ। ਸਮਾਂ ਤਾਂ ਮਾਇਆ 'ਚ ਹੈ, ਭਵ ਸਾਗਰ 'ਚ ਹੈ ਸਮਾਂ। ਫਿਰ ਭਵ ਸਾਗਰ ਅੰਦਰ ਹੈ, ਉਹ ਸੁਖ ਸਾਗਰ 'ਚੋਂ ਬਾਹਰ। ਆ ਖੇਲ ਗੂੜਾ ਕਰਤਾ। ਤੇ ਅਗਲੀ ਗੱਲ ਹੈ ਖੇਲ ਗੂੜੋ ਕੀਓ, ਮਾਇਆ ਬਣਨੇ ਨਹੀਂ ਦਿੰਦਾ ਅੰਦਰ।
ਸੰਤੋਖ ਦੇ ਦਾਇਰੇ 'ਚ ਮਾਇਆ। ਜਦ ਮਾਇਆ ਨਹੀਂ ਅੰਦਰ ਵੜਦੀ, ਮਾਇਆ ਵਿੱਚ ਉਦਾਸੀ ਹੋ ਗਿਆ। ਜਿਹੜਾ ਮਾਇਆ ਵਿੱਚ ਉਦਾਸੀ ਹੈ ਉਹਦੇ ਅੰਦਰ ਮਾਇਆ ਹੋ ਜਾਂਦੀ ਹੈ, ਆ ਬਾਹਰ ਹੋ ਜਾਂਦਾ ਉਹ ਮਾਇਆ ਤੋਂ। ਜੇ ਮਾਇਆ ਤੋਂ ਪਰੇ ਹੋਊਗਾ ਤਾਂ ਫਿਰ ਜਾਊਗਾ ਕਿਤੇ, ਸੁਖ ਸਾਗਰ 'ਚ ਜਾਊ। ਮਾਇਆ ਤੋਂ ਪਰੇ ਹੋਰ ਕਿੱਥੇ ਜਾਊਗਾ? ਜੇ ਮਾਇਆ ਤੋਂ ਬਾਹਰ ਜਾਊਗਾ ਕਿੱਥੇ? ਸੁਖ ਸਾਗਰ 'ਚ ਜਾਊ। ਉਹ ਜੇ ਕਿਸੇ ਟਾਪੂ 'ਚ ਬੈਠਾ ਹੈ ਜਾਂ ਟਾਪੂ ਛੱਡ ਕੇ ਜਾਊ, ਸਮੁੰਦਰ ਜਾਊ ਜਾਂ ਕਿਸੇ ਮੁਲਕ ਜਾਊ, ਚੱਲ ਸਮੁੰਦਰ 'ਚ ਜਾਊ ਐਂ ਕਹਿ ਲਓ। ਟਾਪੂ ਭਵ ਸਾਗਰ ਹੈ। ਜਿੱਥੇ ਕੋਈ ਟਾਪੂ ਹੈ ਭਵ ਸਾਗਰ ਹੈ, ਆਲੇ ਦੁਆਲੇ ਸੁਖ ਸਾਗਰ ਹੈ। ਜੇ ਮੱਛੀ ਚੱਕ ਕੇ ਟਾਪੂ ਸੁੱਟਦੀ ਤੜਫਦੀ ਹੈ ਉੱਥੇ ਮੱਛੀ, ਪਾਣੀ ਹੈ ਨਹੀਂ ਨਾ। ਮੱਛੀ ਨੇ ਮਾਰੀ ਛਾਲ, ਸੁੱਕੇ ਥਾਂ ਜਾ ਪਈ, ਉੱਥੇ ਤੜਫਦੀ ਹੈ। ਜਿਉਂ ਜਲ ਛਾੜ ਬਾਹਰ ਪਿਓ ਮੀਨਾ ਪਾਣੀ ਨਾਲ ਹੀ ਆ, ਮੱਛੀ ਤੜਫਦੀ ਹੈ। ਕੌਣ ਚੱਕ ਕੇ ਸਿੱਟੇ ਇਹਨੂੰ ਪਾਣੀ 'ਚ? ਮੱਛੀ ਦੇ ਹੱਥ ਪੈਰ ਹੈ ਨਹੀਂ, ਮੱਛੀ ਦੇ ਹੱਥ ਪੈਰ ਹੈ ਨਹੀਂ। ਛਾਲ ਮਾਰ ਬੈਠੀ, ਛਾਲ ਮਾਰ ਕੇ ਸੁੱਕੇ ਥਾਂ ਆ ਗਈ। ਹੁਣ ਸੁੱਕੇ ਥਾਂ ਤੇ ਛਾਲਾਂ ਜ਼ਰੂਰ ਤੜਫਦੀ ਜ਼ਰੂਰ ਹੈ, ਪਰ ਪਾਣੀ ਤੇ ਨਹੀਂ ਪਹੁੰਚ ਸਕਦੀ ਉੱਥੇ। ਖਾਲ ਗੁੜ, ਹਾਂ, ਖੇਲ ਗੂੜੋ ਕਿਉ, ਖੇਲ ਗੂੜਾ ਕਰਤਾ ਹਰੀ ਰਾਏ। ਮੱਛੀ ਤਾਂ ਪਾਣੀ 'ਚ ਹੈ, ਪਾਣੀ ਛੱਡਦੀ ਹੋਈ ਨਹੀਂ। ਸੰਤੋਖ ਸਮਾਚਰਿਓ, ਉਹ ਪਾਣੀ 'ਚ ਹੈ। ਪਾਣੀ 'ਚ ਹਜ਼ਾਰਾਂ ਮੀਲਾਂ ਤੱਕ ਮੱਛੀ ਫਿਰਦੀ ਹੈ, ਬਾਹਰ ਦੂਰ ਦੂਰ ਤੱਕ। ਟਾਪੂ ਵਿੱਚ ਹੀ ਹੈ, ਟਾਪੂ ਦੇ ਚਾਰ ਛਪੇਰੇ ਘੁੰਮਦੀ ਹੈ। ਟਾਪੂ ਦੇ ਲੋਕਾਂ ਦੀ ਪਕੜ ਤੇ ਪਰੇ ਹੈ ਸਮੁੰਦਰ ਜੋ ਹੈ। ਬਿਮਲ ਬੁੱਧੀ ਸਤਿਗੁਰ ਸਮਾਣੋ, ਬਿਮਲ ਬੁੱਧੀ ਸਤਿਗੁਰ ਸਮਾਣੋ। ਬਿਮਲ ਬੁੱਧ ਹੈ, ਬੁੱਧ ਬਿਮਲ ਹੈ। ਹੁਣ ਨਿਰਮਲ ਨਹੀਂ ਹੈ, ਬਿਮਲ ਹੈ। ਨਿਰਮਲ ਬੁੱਧ ਕਿਹਨੂੰ ਕਹਿੰਦੇ ਨੇ? ਨਿਰਮਲ ਬੁੱਧ ਉਹਨੂੰ ਕਹਿੰਦੇ ਨੇ ਜਿਹਨੂੰ ਬਾਲ ਬੁੱਧ ਕਹਿੰਦੇ ਆ। ਨਿਰਮਲ ਬੁੱਧ ਤੋਂ ਜਦ ਰੰਗ ਚੜ੍ਹ ਕੇ ਵਿਵੇਕ ਬੁੱਧ ਬਣ ਜਾਂਦੀ ਹੈ, ਫਿਰ ਇਹ ਬਿਮਲ ਬੁੱਧ ਕਹਾਉਂਦੀ ਹੈ। ਨਿਰਮਲ ਬੁੱਧ ਉਹ ਹੈ ਜਿਹੜੀ ਬਾਲਕ ਬੁੱਧ ਹੈ, ਜਿਹਨੂੰ ਬਾਲ ਬੁੱਧ ਕਹਿੰਦੇ ਨੇ। ਜਦ ਉਹਨੂੰ ਰੰਗ ਚੜ੍ਹਦਾ ਨਾਮ ਦਾ, ਫਿਰ ਉਹ ਜਿਹੜੀ ਬੁੱਧ ਬਣਦੀ ਹੈ ਨਾ, ਬਦਲ ਕੇ ਬੁੱਧ ਬਦਲੀ, ਉਹ ਵਿਵੇਕ ਬੁੱਧ ਬਣਦੀ ਹੈ। ਉਹਨੂੰ ਬਿਮਲ ਬੁੱਧ ਕਹਿੰਦੇ ਨੇ। ਉੱਥੇ ਮਾਇਆ ਤੋਂ ਰਹਿਤ ਹੈ। ਬਿਮਲ ਦਾ ਮਤਲਬ ਮਾਇਆ ਤੋਂ ਰਹਿਤ, ਮਾਇਆ ਦੇ ਨਾਲ ਲਿਪਤ ਨਹੀਂ ਹੁੰਦੀ ਹੈ। ਮਾਇਆ ਦੇ ਵਿੱਚ, ਮਾਇਆ ਦੀ ਭੁੱਖੇ ਨਹੀਂ ਇਹਦੇ ਵਿੱਚ, ਮਾਇਆ ਦੀ ਇੱਛਾ ਹੀ ਨਹੀਂ ਹੈ ਬੁੱਧ ਵਿੱਚ। ਮਾਇਆ ਬਾਰੇ ਸੋਚਣਾ ਦਾ ਵਿਸ਼ਾ ਹੀ ਨਹੀਂ ਹੈ ਬੁੱਧ। ਮਾਇਆ ਬਾਰੇ ਸੋਚਣਾ, ਮਾਇਆ ਬਾਰੇ ਸਮਝਣਾ ਦਾ ਵਿਸ਼ਾ ਹੀ ਨਹੀਂ। ਜਿਹੜੀ ਬੁੱਧ ਦਾ ਮਾਇਆ ਦਾ ਬਾਰੇ ਸੋਚਣਾ, ਮਾਇਆ ਬਾਰੇ ਸਮਝਣਾ ਇਹਦਾ ਵਿਸ਼ਾ ਨਾ ਰਹੇ, ਉਹ ਬਿਮਲ ਬੁੱਧ ਹੁੰਦੀ ਹੈ। ਉਹ ਨਿਰਾਕਾਰ ਬਾਰੇ ਸੋਚਣਾ, ਨਿਰਾਕਾਰ ਬਾਰੇ ਜਾਣ ਲਓ, ਉਹਦਾ ਵਿਸ਼ਾ ਨਿਰਾਕਾਰ ਰਹਿੰਦਾ, ਉਹ ਬਿਮਲ ਬੁੱਧ ਹੈ। ਸੰਸਾਰ ਬਾਰੇ, ਮਾਇਆ ਬਾਰੇ ਉਹਨੂੰ ਗਿਆਨ ਹੈ। ਉਹ ਪਹਿਲਾਂ ਹੀ ਜਿਹੜਾ ਮਾਇਆ ਦਾ ਗਿਆ, ਮਾਇਆ ਦੇ ਉਗਣ ਨੇ ਨਾ, ਉਹਦਾ ਪਤਾ ਹੈ। ਇਸ ਕਰਕੇ ਮਾਇਆ ਦਾ ਉਹਨੇ ਗਿਆਨ ਤੇ ਕੀ ਲੈਣਾ? ਇਹ ਮਾਇਆ ਦਾ ਗਿਆਨ ਜਿਹੜੇ ਲੋਕ ਕਹਿੰਦੇ ਮਾਇਆ 'ਚੋਂ ਲਾਭ ਪਾਉਣ ਖਾਤਰ ਕਰਦੇ ਨੇ, ਮਾਇਆ ਨੂੰ ਬੈਨੀਫੀਸ਼ੀਅਲ ਬਣਾਉਣ ਵਾਸਤੇ, ਮਾਇਆ 'ਚੋਂ ਸੁੱਖ ਲੈਣ ਵਾਸਤੇ ਦਾ ਗਿਆਨ ਲੈਂਦੇ ਨੇ। ਤਾਂ ਬਣਾਈਆਂ ਨੇ ਗੱਡੀਆਂ ਮੋਟਰਾਂ, ਤਾਂ ਬਣਾਏ ਤੇ ਹਵਾਈ ਜਹਾਜ਼। ਫਿਰ ਹਵਾਈ ਜਹਾਜ਼ਾਂ ਨਾਲ ਆਦਮੀਆਂ ਦਾ ਸ਼ਿਕਾਰ ਕਰਨ ਲੱਗ ਗਏ, ਆਪਣੇ ਦੁਸ਼ਮਣਾਂ ਦਾ ਸ਼ਿਕਾਰ ਕਰਨ ਲੱਗ ਗਏ। ਪਹਿਲਾਂ ਹਥਿਆਰ ਬਣਾਏ ਤੇ ਜੰਗਲੀ ਜਾਨਵਰਾਂ ਵਾਸਤੇ, ਫਿਰ ਆਦਮੀ ਦਾ ਸ਼ਿਕਾਰ ਹੋਣ ਲੱਗ ਗਿਆ ਉਹਦੇ ਨਾਲ। ਬਣਾਏ ਕਿਸੇ ਹੋਰ ਕੰਮ ਖਾਤਰ, ਫਿਰ ਉਹਦਾ ਮਿਸਯੂਜ਼ ਵੀ ਹੋਣ ਲੱਗ ਜਾਂਦਾ ਨਾ। ਹਾਂਜੀ, ਆ ਜੋਨੀ ਸੰਭਵਿਓ ਸੁਜਸ ਕਲ ਕਵੀਆਂ ਬਖਾਨਿਓ। ਆ ਜੋਨੀ ਸੰਭਵਿਓ, ਆ ਜੋਨੀ ਸੰਭਵਿਓ ਸੁਜਸ ਕਲ ਕਵੀਆਂ ਬਖਾਨਿਓ। ਆ ਜੂਨੀ ਵਿੱਚ ਰਹਿੰਦੇ ਹੋਏ, ਜੂਨੀ ਮੌਜੂਦ ਹੈ। ਸਰੀਰ ਜੋ ਹੈਗਾ, ਸਰੀਰ ਨਹੀਂ ਛੱਡਿਆ। ਬੁੱਧ ਬਿਮਲ ਹੈ। ਬਿਮਲ ਬੁੱਧ ਆਦਮੀ ਦੇ ਸਰੀਰ 'ਚ ਨਹੀਂ ਰਹਿ ਸਕਦੀ ਬੁੱਧੀ। ਪਰਮੇਸ਼ਰ ਦੀ ਬੁੱਧ ਹੈ। ਬੁੱਧ ਪਰਮੇਸ਼ਰ ਦੀ, ਸਰੀਰ ਆਦਮੀ ਦਾ।
ਇਹ ਕਿਵੇਂ ਹੋ ਗਿਆ? ਪਰ ਉਹਨੇ ਸੰਭਵ ਕਰਕੇ ਦਿਖਾਤਾ। ਆਜ ਉਨੀ ਸੰਭਵ ਹੋ। ਉਹ ਬੁੱਧ ਪਰਮੇਸ਼ਰ ਵਾਲੀ ਬੰਦੇ ਦਾ ਸਰੀਰ, ਇਹ ਕੀ ਹੋ ਗਈ ਗੱਲ? ਇਹ ਤਾਂ ਮੁਸ਼ਕਲ ਗੱਲ ਹੈ। ਸਰੀਰ ਬੰਦੇ ਦਾ ਹੋਵੇ, ਬੁੱਧ ਪਰਮੇਸ਼ਰ ਵਾਲੀ ਹੋਵੇ, ਕਿਵੇਂ ਹੋ ਗਿਆ? ਪਰ ਸੰਭਵ ਕਰਕੇ ਦਿਖਾਤਾ ਮੂਹਰੇ। ਆ ਬੈਠਾ ਦੇਖ ਲਓ, ਕਹਿੰਦੇ ਅਜੂਨੀ ਵਿੱਚ ਹੈ, ਬੁੱਧ ਪਰਮੇਸ਼ਰ ਵਾਲੀ ਹੈ। ਉਹ ਵੈਰੀ ਬਗਾਨਾ ਕੋਈ ਹੈ ਹੀ ਨਹੀਂ, ਆਪਣਾ ਭਰਾ ਕੋਈ ਹੈ ਹੀ ਨਹੀਂ। ਇੱਕੋ ਅੱਖ ਨਾਲ ਝਾਕਦਾ ਸਭ ਨੂੰ, ਇੱਕ ਪਿਤਾ ਇੱਕ ਬਾਰਕ ਕਹੀ ਜਾਂਦਾ। ਇਹ ਤਾਂ ਗੱਲ ਮੁਸ਼ਕਲ ਸੀ। ਸਭ ਕੋ ਮੀਤ ਹਮ ਆਪਣ ਕੀ ਨੋ ਕਹੀ ਜਾਂਦਾ, ਹਮ ਸਭੂ ਕੇ ਸਾਜਨ। ਇਹ ਤਾਂ ਸੁਭਾਅ ਸਾਰਾ ਹੀ ਪਰਮੇਸ਼ਰ ਵਾਲਾ ਬੁੱਧ। ਇਹ ਸੁਭਾਅ ਵਾਲੀ ਬੁੱਧ ਪਰਮੇਸ਼ਰ ਦੀ ਬੁੱਧ ਹੈ, ਆਦਮੀ ਦੀ ਨਹੀਂ ਬੁੱਧ ਹੁੰਦੀ ਹੈ। ਆਦਮੀ ਦੀ ਬੁੱਧ ਹੁੰਦੀ ਹੋਈ ਨਹੀਂ ਹੈ। ਸਿੱਖ ਦੀ ਬੁੱਧ ਆਦਮੀ ਦੀ ਬੁੱਧ ਹੈ ਨਹੀਂ। ਸਿੱਖ ਦੀ ਬੁੱਧ ਪਰਮੇਸ਼ਰ ਵਾਲੀ ਬੁੱਧ ਹੈ। ਸਿੱਖਿਆ ਲਈ ਹੈ ਤਾਂ ਸਿੱਖ ਹੈ, ਜੇ ਸਿੱਖਿਆ ਲਈ ਹੈ ਤਾਂ ਬੁੱਧ ਬਦਲੀ ਹੈ, ਜੇ ਬਦਲੀ ਹੈ ਪਰਮੇਸ਼ਰ ਵਾਲੀ ਬੁੱਧ ਹੈ। ਆਜ ਉਨੀ ਸੰਭਵ ਹੋ ਸੁਜਸ ਕਲ ਕਵੀਨ ਬਖਾਨੇ ਹੋ। ਜਿਹੜੀ ਬੁੱਧ ਨਾ ਵਿਸ਼ਨੂੰ ਚ ਹੈ, ਨਾ ਬ੍ਰਹਮਾ ਚ ਹੈ, ਨਾ ਸ਼ਿਵਜੀ ਚ ਹੈ। ਉਹ ਕਹਿੰਦੇ ਬੁੱਧ ਹੋ ਹੀ ਨਹੀਂ ਸਕਦੀ ਆਦਮੀ ਦੇ ਵਿੱਚ, ਇਹ ਜੂਨੀ ਦੇ ਵਿੱਚ ਸੰਭਵ ਕਰਕੇ ਦਿਖਾਤੀ ਗੱਲ। ਜਿਹੜੀ ਗੱਲ ਨਹੀਂ ਮੰਨੀ ਜਾ ਸਕਦੀ, ਕਹਿੰਦੇ ਡਿਨਾਈ ਕਰਦੇ ਨੇ ਸਾਰੇ ਸਿਮਰਤ ਸ਼ਾਸਤਰ, ਉਹਦਾ ਨਾ ਸੰਭਵ ਕਰਕੇ ਦਿਖਾਤੀ, ਪੋਸੀਬਲ ਕਰਕੇ ਦਿਖਾਤੀ। ਜੋਨੀ 'ਚ ਰਹਿੰਦੇ ਹੋਏ, ਸਰੀਰ 'ਚ ਰਹਿੰਦੇ ਹੋਏ ਸੰਭਵ ਹੋ ਸਕਦਾ, ਇਹ ਸਾਬਤ ਕਰਕੇ ਦਿਖਾਤਾ। ਪੋਸੀਬਲ ਹੈ, ਇਹ ਗੱਲ ਸਾਬਤ ਕਰਤੀ। ਆ ਜੋਨੀ ਸੰਭਵ ਹੋ, ਸੰਭਵ ਹੈ। ਸੁਜਸ ਕਲ ਕਵੀਨ ਬਖਾਨੇ ਹੋ। ਇਸ ਕਵੀ ਜਨ ਜਿਹੜਾ ਕਾਲਾ ਹੈ, ਇਸ ਗੱਲ ਕਰਕੇ ਜਸ ਕਰਦਾ, ਇੰਨੀ ਗੱਲ ਦਾ ਹੀ ਜਸ ਕਰਦਾ, ਹੋਰ ਗਾਹਾਂ ਜਸ ਨਹੀਂ ਕੀਤਾ। ਐਦੋਂ ਵੱਧ ਨਹੀਂ ਅਸੀਂ ਜਸ ਕੀਤਾ ਇਹਨਾਂ ਦਾ। ਇੰਨੀ ਗੱਲ ਦਾ ਜਸ ਹੈ, ਜਿਹੜਾ ਜੇ ਕੀਤਾ ਵੀ ਹੈ ਜਸ, ਆ ਬਿਲਕੁਲ ਕਲੀਅਰ ਕਰਤੀ ਗੱਲ ਭੱਟ ਨੇ। ਜੇ ਅਸੀਂ ਜਸ ਕੀਤਾ ਵੀ ਹੈ, ਸੁਜਸ ਕਲ ਕਵੀਨ ਬਖਾਨੇ ਹੋ, ਇਹ ਗੁਣ ਦਾ ਜਸ ਕੀਤਾ, ਗੁਣ ਸੰਭਵ ਕਰਤਾ, ਇੰਨਾ ਜਸ ਕੀਤਾ। ਪਰਮੇਸ਼ਰ ਵਾਲੀ ਬੁੱਧ ਹੈ, ਆਦਮੀ ਦਾ ਸਰੀਰ ਹੈ, ਸੰਭਵ ਕਰਕੇ ਦਿਖਾਤਾ। ਇਸ ਗੱਲ ਦੀ ਵਡਿਆਈ ਕਰਦਾ ਮੈਂ, ਔਰ ਇਸੇ ਗੱਲ ਦੀ ਵਡਿਆਈ ਭੱਟਾਂ ਨੇ ਕੀਤੀ ਹੈ, ਤੋਂ ਜ਼ਿਆਦਾ ਨਹੀਂ ਵਡਿਆਈ ਕੀਤੀ। ਇਹਨਾਂ ਨੇ ਕੀ ਕਰਤਾ? ਇਹਨਾਂ ਨੇ ਪਰਮੇਸ਼ਰ ਬਣਾਤੇ। ਕਿਵੇਂ ਬਣਾਤੇ? ਵੀ ਮੱਤ ਮਾਰੀ ਹੋਈ ਸੀ ਤਾਂ ਬਣਾਤੇ। ਇਹ ਸਮਝ ਨਹੀਂ ਆਈ। ਅਸਲ ਦੇ ਵਿੱਚ ਇਹਨਾਂ ਨੇ ਆ ਜਿਹੜਾ ਅਸਲ ਜਸ ਹੈ, ਇਹ ਲੁਕੋ ਲਿਆ। ਅਸਲ ਜਸ ਲੁਕੋ ਲਿਆ। ਲੁਕਾਉਣਾ ਸੀ ਵੀ ਜੂਨੀ 'ਚ ਆ ਕੇ ਸੰਭਵ ਹੋ ਸਕਦਾ ਹੈ। ਉਹ ਜਿਹੜੀ ਪਿਛਲੀ ਮੱਤ ਸੀ ਨਾ, ਹਿੰਦੂ ਮੱਤ ਬਚਾਉਣ ਵਾਸਤੇ ਅਰਥ ਕੀਤੇ ਨੇ। ਕਿਵੇਂ ਬਚੇ ਉਹ ਬ੍ਰਹਮਾ ਵਿਸ਼ਨੂੰ ਸ਼ਿਵ ਜੀ? ਕਿਵੇਂ ਤਿੰਨੇ ਬਚਣ? ਕਿਵੇਂ ਪੁੰਨ ਪਾਪ ਬਚੇ? ਪੁੰਨ ਪਾਪ ਨਹੀਂ, ਕਿਵੇਂ ਜੰਮਣ ਵਰਨ ਬਚੇ? ਕਿਵੇਂ ਚਾਰੇ ਯੁੱਗ ਉਹੀ ਬਚਣ? ਕਿਵੇਂ ਚਾਰ ਪਦਾਰਥ ਉਹੀ ਬਚਣ? ਕਿਵੇਂ ਸਰਗੁਣ ਨਿਰਗੁਣ ਉਹਨਾਂ ਵਾਲੇ ਬਚਣ? ਬਚਦਾ ਕੱਖ ਵੀ ਨਹੀਂ ਉਹਨਾਂ ਦਾ ਗੁਰਬਾਣੀ 'ਚ। ਉਹਨਾਂ ਨੇ ਸਭ ਕੁਝ ਬਚਾ ਕੇ ਰੱਖਿਆ ਹੋਇਆ ਉਹਨਾਂ ਦਾ। ਅੱਜ ਟੀਕਾਕਰਨ ਨੇ ਸਭ ਕੁਝ ਬਚਾ ਕੇ ਰੱਖਿਆ ਹੋਇਆ। ਇਹੀ ਕੁਛ ਹੋ ਰਿਹਾ ਸੀ ਬੀੜਿਆਂ ਦੇ ਪ੍ਰਚਾਰ ਦਾ, ਅੰਮ੍ਰਿਤਸਰ ਦੇ ਪ੍ਰਚਾਰ ਦਾ, ਅਨੰਦਪੁਰ ਸਾਹਿਬ ਦੇ ਪ੍ਰਚਾਰ ਦਾ ਹੀ ਫਰਕ ਸੀ। ਤਾਂ ਗੁਰੂ ਨੌਵੇਂ ਪਾਤਸ਼ਾਹ ਨੂੰ ਉੱਥੇ ਨਹੀਂ ਸੀ ਵੜਨ ਦਿੱਤਾ। ਮੱਤ ਭੇਦ ਸੀ ਪ੍ਰਚਾਰ ਦਾ, ਬੇਸਿਕ ਮੱਤ ਭੇਦ ਸੀ। ਇਹ ਗੱਲ ਲੁਕੋਈ ਅੱਜ ਤੱਕ ਕਿਹਨੇ? ਬੀੜਿਆਂ ਨੇ। ਇਹਨਾਂ ਨੇ, ਅਕਾਲੀਆਂ ਨੇ, ਇਹ ਸਭ ਬੀੜੇ ਹੀ ਨੇ। ਸਭ ਬੀੜਿਆਂ ਦਾ ਪ੍ਰਚਾਰ ਹੈ ਗੋਲ ਕਾਲਾ। ਗੁਰੂ ਵਾਲੇ ਤਾਂ ਮੁੱਠੀ ਕੁ ਭਰ ਹੁੰਦੇ ਤੇ ਥੋੜੇ ਜੇ ਹੈਨ, ਬਿਰਲੇ ਨਾ ਹੀ ਘਣੇ। ਘਣੇ ਇਹਨਾਂ ਦੇ ਨੇ, ਬਿਰਲੇ ਸਾਡੇ ਨੇ। ਬਿਰਲੇ ਗੁਰੂ ਵਾਲੇ ਨੇ, ਘਣੇ ਮਾਇਆਧਾਰੀ ਨੇ, ਬਿਰਲੇ ਨੇ ਗੁਰੂ ਵਾਲੇ। ਬਿਰਲੇ ਗੁਰੂ ਵਾਲੇ ਔਰ ਬਿਰਲੇ ਹੀ ਰਹਿਣਗੇ ਉਹ। ਪਰ ਉਹ ਬਿਰਲੇ ਹੀ ਇਹਨਾਂ ਦੇ ਭਾਰੂ ਹੋ ਜਾਂਦੇ ਨੇ। ਉਹ ਪੱਟ ਕਿੰਨੇ ਸੀ ਇਹ ਭਗਤ, ਅੱਜ ਤੱਕ ਭਾਰੂ ਨੇ ਸਾਰਿਆਂ ਤੇ। ਉਹ
ਬੋਲਦੇ ਨਹੀਂ ਹੁੰਦੇ। ਜਦ ਉਹ ਬੋਲਦੇ ਨੇ ਫਿਰ ਇਹ ਬੋਲਦੇ ਨਹੀਂ ਹੁੰਦੇ, ਚੁੱਪ ਕਰ ਜਾਂਦੇ ਨੇ। ਜਦ ਭਗਤ ਬੋਲਦੇ ਸੀ ਜਦ ਦੁਨੀਆ ਚੁੱਪ ਕਰ ਗਈ ਸੀ। ਹੁਣ ਜਾਂ ਗੁਰਬਾਣੀ ਦੀ ਵਿਆਖਿਆ ਹੁੰਦੀ ਹੈ, ਸਾਰੇ ਚੁੱਪ ਕਰ ਰਹੇ ਨੇ, ਮੂੰਹ 'ਚ ਘੁੰਗਣੀਆਂ ਪਾ ਕੇ ਚੁੱਪ ਕਾਹਦੇ ਕਰੇ ਨੇ? ਕਹਿਣ ਨੂੰ ਕੁਛ ਰਿਹਾ ਹੀ ਨਹੀਂ ਉਹਨਾਂ ਕੋਲ, ਕਹਿਣ ਨੂੰ ਨਹੀਂ ਕੁਛ ਹੈ, ਝੂਠੇ ਨੇ। ਸਭ ਕੁਛ ਫਰਾਡ ਕੀਤਾ ਸੰਗਤ ਨਾਲ, ਇਹਨਾਂ ਨੇ ਧਰੋਹ ਕੀਤਾ, ਗੁਰੂ ਨੂੰ ਪਿੱਠ ਦਿੱਤੀ, ਗੁਰੂ ਨੂੰ ਪਿੱਠ ਦਿੱਤੀ ਹੈ, ਸੰਗਤ ਨਾਲ ਧਰੋਹ ਕੀਤਾ। ਇਹਦਾ ਫਲ ਇਹਨਾਂ ਨੂੰ ਮਿਲਦਾ ਰਿਹਾ। ਰਣਜੀਤ ਸਿੰਘ ਨੂੰ ਵਧੀਆ ਫਲ ਮਿਲਿਆ ਹੁਣ ਤੱਕ। ਰਣਜੀਤ ਸਿੰਘ ਨੇ ਜੋ ਕੰਮ ਕੀਤਾ ਉਹਦਾ ਫਲ ਮਿਲ ਗਿਆ। ਹਾਂਜੀ। ਗੁਰ ਨਾਨਕ ਅੰਗਦ ਵਰਿਓ, ਗੁਰ ਅੰਗਦ ਅਮਰ ਨਿਧਾਨ। ਗੁਰੂ ਨਾਨਕ ਅੰਗਦ ਵਰਿਓ, ਗੁਰੂ ਨਾਨਕ ਦੇ ਅੰਗਦ ਨੂੰ ਉਪਦੇਸ਼ ਕੀਤਾ, ਅੰਗਦ ਨੂੰ ਉਪਦੇਸ਼ ਕੀਤਾ। ਵਰਿਓ ਵਾਰਿਸ਼ ਕੀਤੀ ਉਹਦੇ ਤੇ, ਉਹ ਧੋਤਾ ਮੈਲ ਧੋਤੀ ਪਹਿਲਾਂ ਉਹਦੇ ਤੇ ਲਾ ਕੇ ਪੂਰਾ ਉਪਦੇਸ਼ ਕੀਤਾ ਉਹਨੂੰ। ਹਾਂਜੀ। ਗੁਰ ਅੰਗਦ ਅਮਰ ਨਿਧਾਨ। ਗੁਰੂ ਅੰਗਦ ਨੇ ਅਮਰਦਾਸ ਨੂੰ ਆਪਣਾ ਸਾਰਾ ਖਜ਼ਾਨਾ ਦੇ ਦਿੱਤਾ, ਜਿਹੜਾ ਨਿਧਾਨ ਸੀ, ਗਿਆਨ ਦਾ ਸਾਰਾ ਖਜ਼ਾਨਾ ਅੰਗਦ ਨੇ ਅਮਰਦਾਸ ਨੂੰ ਦੇ ਦਿੱਤਾ। ਅੰਗਦ ਅਮਰ ਨਿਧਾਨ। ਗੁਰ ਰਾਮਦਾਸ ਅਰਜਨ ਵਰਿਓ, ਪਾ ਰਸ ਪਰਸ ਪ੍ਰਮਾਨ। ਹੁਣ ਗੁਰੂ ਰਾਮਦਾਸ ਨੂੰ ਕਿਹਨੇ ਉਪਦੇਸ਼ ਦਿੱਤਾ? ਇਹ ਕੱਟ ਗਿਆ ਇੱਥੋਂ, ਕੱਟ ਗਿਆ ਨਾ, ਇਹ ਕੱਟ ਗਿਆ ਇੱਥੋਂ। ਹਾਂ ਵੀ ਰਾਮਦਾਸ ਨੇ ਏਦਾਂ ਕਰਤਾ ਵੀ ਗੁਰੂ ਅਮਰਦਾਸ ਨੇ ਰਾਮਦਾਸ ਨੂੰ ਵਰਿਆ, ਉਹ ਨਹੀਂ ਆਈ ਗੱਲ, ਆਈਓ ਨਹੀਂ, ਉਹ ਲੋੜ ਨਹੀਂ ਪਈ ਉੱਥੇ, ਉੱਥੇ ਲੋੜ ਨਹੀਂ ਪਈ। ਗੁਰੂ ਰਾਮਦਾਸ ਨੂੰ ਉਪਦੇਸ਼ ਦੀ ਲੋੜ ਨਹੀਂ ਪਈ। ਜੋ ਸੁਣਦੇ ਤੇ ਉਪਦੇਸ਼ ਸੀ। ਆਪਣੇ ਆਪ ਨੂੰ ਆਪੇ ਬਣਾਇਆ, ਕਿਸੇ ਦੇ ਦਖਲ ਦੀ ਲੋੜ ਨਹੀਂ ਪਈ ਬਣਾਉਣ ਦੀ। ਆਪਣੇ ਆਪ ਨੂੰ ਆਪ ਸੁਣ ਕੇ ਬਣਾਉਂਦੇ ਰਹੇ। ਜਦੇ ਪਤਾ ਲੱਗਾ ਜਾਂ ਰਾਮਦਾਸ ਮੰਨ ਗਿਆ। ਗੁਰੂ ਅਮਰਦਾਸ ਨੂੰ ਤਾਂ ਪਤਾ ਹੀ ਸੀ, ਤਾਂ ਹੀ ਕਹਿੰਦੇ ਨੇ ਉਹ ਜਿਹਾ ਮੁੰਡਾ ਤਾਂ ਉਹੀ ਆ। ਉਹ ਕਹਿੰਦੇ ਇਹੋ ਜਿਹਾ ਮੁੰਡਾ ਚਾਹੀਦਾ, ਕਹਿੰਦੇ ਇਹਦੇ ਵਰਗਾ ਤਾਂ ਫਿਰ ਇਹੀ ਹੋਰ ਹੈ ਨਹੀਂ, ਉਹੀ ਸੀ ਬਸ। ਪਤਾ ਉਹਨੂੰ ਵੀ ਸੀ, ਇਹ ਨਹੀਂ ਵੀ ਪਤਾ ਨਹੀਂ ਸੀ ਗੁਰੂ ਅਮਰਦਾਸ ਨੂੰ। ਗੁਰੂ ਅਮਰਦਾਸ ਨੂੰ ਪਤਾ ਸੀ, ਪਰ ਕਿਵੇਂ ਨਾ ਪਤਾ ਹੋਵੇ? ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਾਣੇ ਕਿਵੇਂ ਨਾ ਜਾਣਦੇ। ਅਮਰਦਾਸ ਦੀ ਗਤ ਰਾਮਦਾਸ ਨੇ ਸਮਝ ਲਈ ਸੀ, ਰਾਮਦਾਸ ਦੀ ਗਤ ਅਮਰਦਾਸ ਨੇ ਸਮਝ ਲਈ ਸੀ। ਦੋਏ ਜਾਣਦੇ ਸੀ। ਉਹ ਆਪਣਾ ਬਦਲੀ ਜਾਂਦਾ ਸੀ ਉਸ ਹਿਸਾਬ ਨਾਲ। ਕਹਿਣਾ ਨਹੀਂ ਪਿਆ ਵੀ ਤੂੰ ਬਦਲ ਜਾ, ਬਦਲ ਗਿਆ। ਰੰਗ ਦੂਆ ਚੜਿਆ ਹੀ ਨਹੀਂ। ਹਾਂਜੀ। ਗੁਰੂ ਰਾਮਦਾਸ ਅਰਜਨ ਵਰਿਓ। ਗੁਰੂ ਰਾਮਦਾਸ ਨੇ ਅਰਜਨ ਨੂੰ ਜ਼ਰੂਰ ਸਿੱਖਿਆ ਦਿੱਤੀ। ਕਿਉਂ? ਦੋ ਭਾਈ ਦੂਏ ਸੀ ਨਾ, ਉਹਨਾਂ ਦਾ ਥੋੜ੍ਹਾ ਬਹੁਤਾ ਹੋ ਸਕਦਾ ਰੰਗ ਚੜਿਆ ਹੋਵੇ। ਦੋ ਵੱਡੇ ਸੀ, ਵੱਡਿਆਂ ਦੀ ਸੰਗਤ ਕਰਦੇ ਸੀ। ਬੱਚਿਆਂ ਦੀ ਸੰਗਤ ਜ਼ਿਆਦਾ ਹੁੰਦੀ ਆ, ਬਾਪ ਦੀ ਸੰਗਤ ਘੱਟ ਹੁੰਦੀ ਆ। ਭਰਾਵਾਂ ਦੀ ਸੰਗਤ ਜ਼ਿਆਦਾ ਹੁੰਦੀ ਹੈ, ਬਾਪ ਦੀ ਸੰਗਤ ਘੱਟ ਹੁੰਦੀ ਹੈ। ਕਿ ਉਹ ਤਾਂ ਗਾਹਾਂ ਸੰਗਤ ਵਿੱਚ ਨੇ, ਵੱਡੀ 'ਚ ਵੱਡੀ ਸੰਗਤ ਬਿਠਾ ਨਹੀਂ ਸਕਦੇ ਬੱਚੇ ਨੂੰ। ਜੋ ਆਪਸ ਵਿੱਚ ਜੋ ਗੱਲਾਂ ਕਰਦੇ ਉਹਦਾ ਅਸਰ ਪੈ ਜਾਂਦਾ। ਬੜੇ ਭਾਈ ਜੋ ਗੱਲਾਂ ਆਪਸ ਵਿੱਚ ਘਰ 'ਚ ਹੁੰਦੀਆਂ ਨੇ, ਇਹਦਾ ਮਤਲਬ ਘਰ 'ਚ ਵਾਤਾਵਰਨ ਠੀਕ ਨਹੀਂ ਸੀਗਾ ਗੁਰੂ ਅਰਜਨ ਦੇ। ਘਰ ਦਾ ਵਾਤਾਵਰਨ ਜੇ ਸਹੀ ਹੁੰਦਾ, ਮੁੰਡੇ ਨਹੀਂ ਸੀ ਵਿਗੜਦੇ ਦੋਏ। ਘਰ ਦਾ ਵਾਤਾਵਰਨ ਠੀਕ ਨਹੀਂ ਸੀਗਾ ਉੱਥੇ। ਘਰ 'ਚ ਬੜੇ ਹੋਏ ਤੀ ਆ ਕੇ, ਕਿਉਂਕਿ ਨੇੜਤਾ ਰੱਖਦੇ ਰਹੇ ਨੇ, ਨੇੜਤਾ ਰੱਖਦੇ ਰਹੇ ਨਾ, ਪਿੱਛੇ ਆ ਕੇ ਵੜਦੇ ਰਹੇ ਨੇ। ਇਹਨਾਂ ਨੇ ਵੀ ਨਹੀਂ ਦੂਰ ਕੀਤੇ ਬਹੁਤੇ। ਆ ਭਾਈ ਗੁਰਦਾਸ ਦੀਆਂ ਵਾਰਾਂ ਨੇ ਕੀ ਰੰਗ ਲਾਇਆ ਹੋਇਆ? ਜੇ ਮੰਨ ਲਈਏ ਵੀ ਭਾਈ ਗੁਰਦਾਸ ਉਹੀ ਆ, ਰੰਗ ਕੀ ਲਾਇਆ ਹੋਇਆ ਉਹਨਾਂ ਨੇ? ਪੜ੍ਹ ਲਓ। ਹੋ ਸਕਦਾ ਭਾਈ ਗੁਰਦਾਸ ਦਾ ਹੀ ਅਸਰ ਹੋਵੇ ਉਹਨਾਂ ਨੂੰ। ਉਹਦੇ ਫਿਰਥੀਆ ਸੀ,
ਜੇ ਭਾਈ ਗੁਰਦਾਸ ਉਹੀ ਹੈ ਵੀ ਪਿਰਥੀ ਵਾਲੀ ਉਹ ਗੱਲ ਹੈ, ਪਿਰਥੀਆ ਵੀ ਤਾਂ ਸੀਗਾ ਹੀ, ਉਹਦੇ ਨਾਲ ਲਿੰਕ ਹੈ ਇਹਦਾ ਭਾਈ ਗੁਰਦਾਸ ਦਾ, ਗੁਰੂ ਘਰ ਨਾਲ ਦਾ ਲਿੰਕ ਹੈ ਨਹੀਂ। ਪਿਰਥੀਏ ਦਾ ਪ੍ਰਚਾਰ ਹੈ ਫਿਰ ਕੀਤਾ ਹੋਇਆ। ਜੇ ਅਸੀਂ ਮੰਨ ਵੀ ਲਈਏ ਇਹਨਾਂ ਦੀ ਗੱਲ, ਬਲ ਤਾਂ ਉਹਨਾਂ 12 ਹੈ ਹੀ ਨਹੀਂ, ਬੋਲੀ ਹੋਣੀ ਆ ਉਹ। ਜੇ ਜ਼ਿਆਦਾ ਜ਼ੋਰ ਪਾਉਣਗੇ ਪਿਰਥੀਏ ਦੇ ਨਾਲ ਅਟੈਚਮੈਂਟ ਫਿਰ ਉਹਦੀ ਭਾਈ ਗੁਰਦਾਸ ਦੀ, ਉਹ ਵੀ ਕਰਦਾ ਹੀ ਹੈ, ਉਹ ਕਿਹੜਾ ਬਗਾਨਾ। ਉਹ ਲਿਖਣ ਨੂੰ ਜੇ ਲਿਖਾ ਲਿਓ ਤੇ ਬੀੜ ਫੇਰ ਕੀ ਹੋ ਗਿਆ। ਜੇ ਚਿੱਠੀ ਕਿਸੇ ਤੇ ਲਿਖਾ ਲਈ ਫਿਰ ਉਹਦੇ ਨਾਲ ਕੀ ਹੋ ਗਿਆ। ਜੇ ਇੱਕ ਬੀੜ ਲਿਖਤੀ ਫਿਰ ਕੀ ਹੋ ਗਿਆ। ਅੱਖਰ ਤਾਂ ਗੁਰੂ ਨੇ ਉਹੀ ਪਵਾਏ ਨੇ, ਆਪ ਸ਼ੁੱਧ ਕੀਤੀ ਹੈ, ਉੱਥੇ ਤਾਂ ਗੜਬੜ ਕਰੇ ਨਹੀਂ ਸਕਦਾ ਸੀ। ਜੇ ਉਹਦੀ ਲਿਖਾਈ ਚੰਗੀ ਸੀ, ਲਿਖਾ ਵੀ ਲਈ, ਫਿਰ ਕੀ ਹੋ ਗਿਆ। ਬਹੁਤ ਬੜੀ ਤੋਪ ਚਲਾਤੀ। ਇੰਨੀਆਂ ਬੀੜਾਂ ਹੋਰ ਪਈਆਂ ਹਜ਼ਾਰਾਂ ਹੀ ਹੱਥ ਲਿਖਤਾਂ, ਉਹਨਾਂ ਦੀ ਗੱਲ ਨਹੀਂ ਕਰਦਾ। ਉਹਨੇ ਇੱਕ ਬੀੜ ਲਿਖਤੀ, ਪਤਾ ਨਹੀਂ ਕੀ ਤੋਪ ਚਲਾਤੀ ਬਈ। ਕਿਹੜੀ ਗੱਲ ਦਾ ਰੌਲਾ ਪਾਇਆ ਇਹਨਾਂ ਨੇ। ਬਹੁਤ ਸ਼ਾਤਰ ਨੇ ਲੋਕ ਇਹ ਤਾਂ ਛੋਟੀਆਂ ਗੱਲਾਂ ਦਾ ਰੌਲਾ ਪਾ ਕੇ ਹਾਈਲਾਈਟ ਕਰੀ ਗਏ। ਬੜੀ ਗੱਲ ਹੈ ਵੀ ਇੰਨੇ ਪੰਨੇ ਇੱਕ ਆਦਮੀ ਨੇ ਕਾਗਜ਼ 'ਤੇ ਲਿਖ ਦਿੱਤੇ ਕਲਮ ਨਾਲ, ਕੀ ਤੋਪ ਚਲਾਤੀ ਹੈ। ਹੁਣ ਲੋਕਾਂ ਨੇ ਐਡੀਆਂ ਕਿਤਾਬਾਂ ਲਿਖੀਆਂ ਪਈਆਂ ਨੇ, ਖੜੇ ਹੱਥਾਂ ਨਾਲ ਲਿਖੇ ਨੇ ਸਾਰੇ। ਅੱਜ ਦੇਖ ਲਓ ਕਿੰਨੇ ਨੇ, ਰੋਜ਼ ਕਿਤਾਬਾਂ ਛਪਦੀਆਂ ਨੇ ਬੜੀਆਂ। ਦੁਨੀਆ ਹੀ ਲਿਖਦੀ ਰਹੀ ਹੈ, ਪਤਾ ਨਹੀਂ ਕੀ ਗੱਲ ਹੈ। ਜਿਹੜਾ ਲਿਖਣ ਵਾਲਾ ਹੁੰਦਾ ਉਹਨੂੰ ਇਹ ਜ਼ਰੂਰੀ ਥੋੜ੍ਹੀ ਹੈ ਵੀ ਉਹ ਕਹਾਂ ਸਹਿਮਤ ਹੈ ਸਾਰੀ ਗੱਲ ਨਾਲ, ਇਹ ਸਮਝ ਹੈ ਸਾਰੀ ਗੱਲ ਦੀ। ਜਿਵੇਂ ਲਿਖਾਈ ਗਏ ਨਕਲ ਕੀਤੀ ਹੈ, ਉਹ ਤਾਂ ਪੋਥੀ ਪਈ ਦੀ ਨਕਲ ਕਰਤੀ। ਉਹ ਪੋਥੀਆਂ ਦੀ ਨਕਲੇ ਕੀਤੀ ਹੈ, ਅਤਾਰੇ ਕੋਲ ਨੇ ਅਤਾਰਾ ਹੀ ਕੀਤਾ, ਨਕਲੇ ਕੀਤੀ ਹੈ। ਇਹਦੇ ਨਾਲ ਬ੍ਰਹਮ ਗਿਆਨ ਨਹੀਂ ਬਣ ਗਿਆ। ਬ੍ਰਹਮ ਗਿਆਨ ਦਾ ਤਾਂ ਪਤਾ ਲੱਗਦਾ ਉਹ ਜਿਹੜਾ ਸਵਾਲ ਆਈ ਹੋਈ ਉਹਦੀ। ਇਹੀ ਕਹਿੰਦੇ ਨੇ ਵਿਦਵਾਨ ਸੀ, ਵਿਦਵਾਨ ਤਾਂ ਮੂਰਖ ਹੁੰਦੇ ਨੇ। ਫਿਰ ਜੇ ਮੂਰਖ ਨੇ ਹੋ ਜਾਓ ਸੀ। ਫਿਰ ਵੀ ਆਉਂਦੀ ਉਹ ਭਾਈ ਗੁਰਦਾਸ ਨੇ ਨਹੀਂ ਲਿਖੀ ਉਹ ਵੀ 12, ਇਹ ਬਦਨਾਮ ਕਰਦੇ ਇਹਨਾਂ ਨੂੰ। ਉਹਦੀ ਬੋਲੀ ਹੋਈ ਨਹੀਂ, ਉਹਦੀ ਭਾਸ਼ਾ ਨਹੀਂ ਲਿਖੀ ਹੋਈ। ਕਮ ਸੇ ਕਮ ਉਹਨੂੰ ਸਾਰੀਆਂ ਗੱਲਾਂ ਦਾ ਪਤਾ ਸੀ, ਮੈਂ ਕੀ ਲਿਖ ਕੇ ਆਇਆ। ਕਦੇ ਵੀ ਨਹੀਂ ਸੀ ਉਹ ਲਿਖਦਾ। ਇਹ 12 ਸਾਫ਼ ਲਿਖਿਆ ਹੋਇਆ ਉਹਦੇ ਵਿੱਚ। ਗੁਰੂ ਸਤਿਗੁਰ ਕੋ ਹਰ ਬਖਸ਼ਿਆ ਹਰ ਅੰਮ੍ਰਿਤ ਭਗਤ ਭੰਡਾਰਾ। ਗੁਰੂ ਸਤਿਗੁਰ ਕੋ ਹਰ ਬਖਸ਼ਿਆ ਹਰ ਅੰਮ੍ਰਿਤ ਭਗਤ ਭੰਡਾਰਾ। ਮੂਰਖ ਹੋਏ ਤਿਨ ਕੀ ਰੀਸ ਕਰੇ ਤਿਸ ਹਾਲਤ ਪਲਤ ਮੁਖ ਕਾਲਾ। ਜੇ ਉਹ ਰੀਸ ਕਰਦਾ ਗੁਰਬਾਣੀ, ਸਤਿਗੁਰ ਨੇ ਜੋ ਗੁਰਬਾਣੀ ਲਿਖੀ ਹੈ ਇਹਨਾਂ ਦੀ ਜੇ ਰੀਸ ਕਰਦਾ, ਉਹ ਕਹਿੰਦਾ ਮੂਰਖ ਹੈ। ਗੁਰਬਾਣੀ ਦੇ ਵਿੱਚ ਇਹ ਆ ਵੀ ਮੂਰਖ ਹੈ ਜੇ ਇਹਨਾਂ ਦੀ ਰੀਸ ਕਰੂ। ਜਿਹੜਿਆਂ ਨੇ ਰੀਸ ਕੀਤੀ ਆ ਮੂਰਖ ਸੀ। ਮੂਰਖ ਹੋਏ ਤਿਨ ਕੀ ਰੀਸ ਕਰੇ ਤਿਸ ਹਾਲਤ ਪਲਤ ਮੁਖ। ਉਹ ਤਾਂ ਹਾਲਤ ਪਲਤ ਮੁਖ ਕਾਲਾ ਕਰਾਉਣ ਵਾਸਤੇ ਲਿਖਦਾ ਭਾਈ ਗੁਰਦਾਸ। ਜੇ ਭਾਈ ਗੁਰਦਾਸ ਦੀ ਬਾਣੀ ਪ੍ਰਵਾਨ ਨਹੀਂ ਹੋਈ, ਉਹਦਾ ਮੁਖ ਕਾਲਾ ਹੀ ਮੰਨਿਆ ਜਾਊਗਾ। ਹਾਲਤ ਪਲਤ ਗੁਰਬਾਣੀ ਕਾਲਾ ਕਰਦੀ ਹੈ। ਅਸੀਂ ਨਹੀਂ ਮੰਨਦੇ ਭਾਈ ਗੁਰਦਾਸ ਦਾ ਮੁਖ ਕਾਲਾ। ਅਸਲ 'ਚ ਮੁਖ ਕਾਲਾ ਕਰਨਾ ਚਾਹੁੰਦੇ ਨੇ ਇਹ ਪੀੜੇ ਭਾਈ ਗੁਰਦਾਸ ਦਾ। ਅਸੀਂ ਕਿਵੇਂ ਮੰਨ ਲਈਏ। ਇਸ ਹਿਸਾਬ ਨਾਲ ਭਾਈ ਗੁਰਦਾਸ ਦਾ ਮੁਖ ਕਾਲਾ ਹੈ ਕਿ 12 ਪ੍ਰਮਾਣ ਨਹੀਂ ਉਹਦੀਆਂ, ਵਾਲਾਂ ਖੋਟੀਆਂ ਨੇ ਉਹਦੀਆਂ। ਅਸੀਂ ਨਹੀਂ ਮੰਨ ਸਕਦੇ ਭਾਈ ਗੁਰਦਾਸ ਦਾ ਮੁਖ ਕਾਲਾ। ਅਸੀਂ ਕਿਵੇਂ ਮੰਨ ਲਈਏ। ਖਬਰ ਹੈ ਇਹਨਾਂ ਦਾ ਕੋਈ ਹੋਊਗਾ ਗੁਰਦਾਸ। ਇਹਨਾਂ ਨੇ ਖਬਰਾਂ ਕਿਹੜਾ ਡੁਪਲੀਕੇਟ ਗੁਰਦਾਸ ਖੜਾ ਕੀਤਾ ਹੈ, ਕੀ ਕੀਤਾ ਮੀਣਿਆਂ ਨੇ। ਮੀਣਿਆਂ ਦਾ ਇਹਦਾ ਕੀਤਾ ਸਭ ਕੁਛ। ਹੁਣ ਦੀਆਂ 12 ਲਿਖੀਆਂ ਹੋਈਆਂ ਨੇ ਸਾਰੀਆਂ। ਹਾਂਜੀ। ਗੁਰੂ ਰਾਮਦਾਸ ਅਰਜਨ ਵਰਿਓ ਪਾ ਰਸ ਪਰਸ ਪ੍ਰਮਾਨ। ਗੁਰੂ ਰਾਮਦਾਸ ਅਰਜਨ ਵਰਿਓ। ਰਾਮਦਾਸ ਨੇ ਅਰਜਨ ਨੂੰ ਉਪਦੇਸ਼ ਕੀਤਾ। ਪਾ ਰਸ ਪਾਇਆ ਉਹਦੇ ਅੰਦਰ, ਰਸ ਭਰਿਆ। ਪਰਸ ਪ੍ਰਮਾਨ ਐਸਾ ਰਸ ਪਾਇਆ, ਪਰਸ ਪ੍ਰਮਾਨ। ਹਾਂ, ਐ ਸਮਝ ਲਓ ਵੀ ਉਹਨੂੰ ਛੋਹ ਪ੍ਰਾਪਤ, ਛੂ ਲਿਆ ਉਹਦਾ ਅੰਦਰ। ਐਸਾ ਰਸ ਪਾਇਆ ਗਿਆਨ ਦਾ। ਰਸ ਪਰਸ ਪ੍ਰਮਾਨ। ਉਹਨੇ ਸ਼ਬਦ ਗੁਰੂ ਆਪਣਾ ਆਤਮਾ ਆਪਣੇ ਮੂਲ ਦਾ ਸਪਰਸ਼ ਕਰਾਤਾ ਉਹਨੂੰ। ਐਸਾ ਗਿਆਨ ਦਾ ਰਸ ਉਹਨੂੰ ਲਾਇਆ ਤੇ ਉਹਨੂੰ ਮੂਲ, ਆਪਣੇ ਮੂਲ ਨਾਲ ਸਪਰਸ਼ ਹੋ ਗਿਆ ਉਹਦਾ।
ਮੂਲ ਨਾ, ਕਿਉਂਕਿ ਰਸ ਮੂਲ ਤੋਂ ਹੀ ਮਿਲਣਾ। ਅਸਲ 'ਚ ਰਸ ਇਹ ਮੂਲ ਤੋਂ ਮਿਲਣਾ, ਅਸਲ 'ਚ ਰਸ ਮੂਲ ਤੋਂ ਮਿਲਣਾ। ਉਹ ਆਪਣੇ ਮੂਲ ਨਾਲ ਜੁੜ ਗਿਆ, ਉੱਥੇ ਸਪਰਸ਼ ਹੋ ਗਿਆ ਜਿੱਥੋਂ ਰਸ ਆਉਂਦਾ ਹੈ। ਜਿੱਥੋਂ ਰਸ ਆਉਂਦਾ ਹੈ ਨਾ ਉਹਨੂੰ ਅਸਲ 'ਚ ਉਹਦੇ ਨਾਲ ਜੋੜਤਾ, ਸ਼ਬਦ ਗੁਰੂ ਨਾਲ ਜੋੜਤਾ। ਹਾਂਜੀ। ਸਾਧ ਜੀਵਨ ਅਰਜਨ ਅਮੋਲ ਆ ਜੋਨੀ ਸੰਭੋ। ਸਦ ਜੀਵਨ ਅਰਜਨ ਅਮੋਲ। ਜਿਹੜਾ ਅਰਜਨ ਹੈ ਜਿਹਨੇ ਜਿੱਤ ਲਏ ਨਾ ਬਕਾਰ ਸਾਰੇ ਹੀ, ਉਹਨੂੰ ਅਰਜਨ। ਅਰੀ ਹੁੰਦਾ ਹੈ ਦੁਸ਼ਮਣ। ਅਰੀ ਕਹਿੰਦੇ ਦੁਸ਼ਮਣ ਨੂੰ, ਔਗਣ ਸਾਰੇ ਅਰੀ ਨੇ, ਸਾਡੇ ਦੁਸ਼ਮਣ ਨੇ। ਜਿਹਨੇ ਉਹਨਾਂ ਨੂੰ ਜਿੱਤ ਲਿਆ ਔਗਣਾਂ ਨੂੰ, ਉਹ ਅਰਜਨ ਹੈ। ਜਿਹਨੇ ਸਾਰੇ ਔਗਣ ਜਿੱਤ ਲਏ, ਮਨ ਜਿੱਤ ਲਿਆ ਹੈ ਕਹਿ ਲੋ। ਸਾਧ ਜੀਵਨ ਅਰਜਨ ਅਮੋਲ ਆ ਜੋਨੀ ਸੰਭੋ। ਜਿਹੜਾ ਅਰਜਨ ਅਮੋਲ ਹੈ, ਇਹ ਅਰਜਨ ਅਮੋਲ ਹੈ। ਉਹ ਜਿਹਨੇ ਮਹਾਭਾਰਤ ਦੀ ਲੜਾਈ ਲੜੀ, ਉਹ ਅਰਜਨ ਅਮੋਲ ਨਹੀਂ ਸੀਗਾ। ਉਹ ਲੜਾਈ ਲੜਦਾ ਸੀ ਧਰਤੀ ਵਾਸਤੇ, 5 ਪਿੰਡਾਂ ਵਾਸਤੇ, ਰਾਜ ਵਾਸਤੇ ਲੜਾਈ ਲੜੀ ਹੈ ਜਿਹੜੀ, ਉਹ ਅਮੋਲ ਨਹੀਂ ਹੁੰਦੀ। ਅਮੋਲ ਅਰਜਨ ਉਹ ਹੈ ਜਿਹੜਾ ਸੱਚਖੰਡ ਦੇ ਅਵਿਨਾਸ਼ੀ ਰਾਜ ਵਾਸਤੇ ਲੜਾਈ ਲੜੇ। ਜਿਹਨੇ ਜੰਗ ਲੜੀ ਹੈ ਨਾ ਅਵਿਨਾਸ਼ੀ ਰਾਜ ਦੀ, ਉਹ ਅਰਜਨ ਅਮੋਲ ਹੈ। ਜਿਹਨੇ ਸੰਸਾਰੀ ਰਾਜ ਦੀ ਜੰਗ ਲੜੀ ਹੈ, ਉਹ ਅਰਜਨ ਅਮੋਲ ਨਹੀਂ ਨਾਲ ਉਹਦੇ ਲੱਗ ਸਕਦਾ। ਉਹ ਅਮੋਲ ਨਹੀਂ ਹੈ। ਉਹਦਾ ਤਾਂ ਮੁੱਲ 5 ਪਿੰਡ ਸੀ। ਜੇ 5 ਪਿੰਡ ਦੇ ਦਿੰਦੇ ਤਾਂ ਲੜਾਈ ਹੋਣੀ ਨਹੀਂ ਸੀ। ਉਹਨਾਂ ਦੀ ਕੀਮਤ 5 ਪਿੰਡ ਹੈ। ਸਾਰੇ ਜਿੰਨੇ ਬੰਦੇ ਮਰੇ ਨੇ ਨਾ ਉੱਥੇ, ਸ਼ਹੀਦ ਹੋਏ ਨੇ, 5 ਪਿੰਡਾਂ ਵਾਸਤੇ, 5 ਪਿੰਡਾਂ ਵਾਸਤੇ ਹੋਏ ਨੇ। ਉਹਦਾ ਮੁੱਲ ਪੈ ਗਿਆ। ਜੇ 5 ਪਿੰਡ ਦੇ ਦਿੰਦੇ ਪੜਨਵਾਂ ਨੂੰ, ਲੜਾਈ ਹੋਣੀ ਸੀ ਹੋਣੀ। ਤੇ ਇਹ 5 ਪਿੰਡਾਂ ਦੀ ਕੋਈ ਲੜਾਈ ਨਹੀਂ। ਇਹ ਤਾਂ ਛੱਡਣ ਦੀ, ਵੀ ਸਾਰਾ ਭਵ ਸਾਗਰ ਤੁਹਾਨੂੰ ਛੱਡਿਆ ਭਾਈ। ਇਹ ਛੱਡਣ ਦੀ ਲੜਾਈ ਹੈ। ਉਹ ਭਵ ਸਾਗਰ ਤੇ ਥੋੜੇ ਜਿਹੇ ਕਬਜ਼ੇ ਦੀ ਲੜਾਈ ਹੈ। ਵੀ ਸਾਨੂੰ ਨਾ ਆਵੇ ਨਾ, ਵੀ ਸਾਡਾ ਹਿੱਸਾ ਜਿਹੜਾ ਭਵ ਸਾਗਰ ਦਾ ਅਸੀਂ ਤਾਂ ਰੱਖਣਾ ਆਪਣਾ। ਉਹਦਾ ਭਵ ਸਾਗਰ ਹਿੱਸਾ ਰੱਖਣ ਦੀ ਲੜਾਈ ਹੈ। ਇਹ ਭਵ ਸਾਗਰ ਤਿਆਗਣ ਦੀ ਲੜਾਈ ਹੈ। ਜਿਹੜੇ ਤਿਆਗਣ ਨਹੀਂ ਦਿੰਦੇ ਉਹਨਾਂ ਨਾਲ ਲੜਾਈ ਹੈ ਔਗਣ। ਜਿਹੜੇ ਭਵ ਸਾਗਰ ਛੱਡਣ ਨਹੀਂ ਦਿੰਦੇ, ਇਹ ਸਾਡੀ ਉਹਨਾਂ ਨਾਲ ਲੜਾਈ ਹੈ। ਇਹ ਜਿਹੜੇ ਭਵ ਸਾਗਰ 'ਚੋਂ ਸਾਡਾ ਹਿੱਸਾ ਖੁਦੇ ਨੇ, ਉਹਨਾਂ ਨਾਲ ਲੜਾਈ ਹੈ। ਅਸੀਂ ਕਹਦੇ ਆਪਣਾ ਹਿੱਸਾ ਛੱਡੀਏ ਭਵ ਸਾਗਰ 'ਚੋਂ। ਦੋ ਲੜਾਈਆਂ ਇਹ ਨੇ। ਅਰਜਨ ਅਮੋਲ ਆ ਜੋਨੀ ਸੰਭੋ। ਜੋਨੀ ਜਾ ਕੇ ਸੰਭਵ ਕਰਕੇ ਦਿਖਾਤਾ ਕਿ ਅਮੋਲ ਜੰਗ ਵੀ ਕੋਈ ਹੁੰਦੀ ਹੈ। ਅਮੋਲ ਲੜਾਈ ਕੀ ਹੈ? ਉਹ ਜੰਗ ਜਿੱਤਣੀ ਹੈ ਜਿਹਦਾ ਮੁੱਲ ਕੋਈ ਨਹੀਂ। ਸੰਸਾਰੀ ਪਦਾਰਥ ਦਾ ਕੋਈ ਮੁੱਲ ਨਹੀਂ। ਸੰਸਾਰ 'ਚ ਉਹਦੀ ਕੋਈ ਕੀਮਤ ਨਹੀਂ। ਜੂਨੀ ਜਾ ਕੇ ਉਹਨੇ ਇਹ ਸਾਬਤ ਕਰਿਆ ਹੈ। ਹਾਂ, ਅਜੋਨੀ ਸੰਭੋ ਭੈ ਭੰਜਨ ਪਰ ਦੁੱਖ ਨਿਵਾਰ ਅਪਾਰ ਅਨੁਭਵ। ਪੈ ਭੰਜਨ, ਉਹ ਜਿਹੜਾ ਸੰਭਵ ਲਫ਼ਜ਼ ਹੈ ਨਾ, ਸੰਭਵ ਅਸਲ ਦੇ ਵਿੱਚ ਸੰਭਵ ਦਾ ਅਰਥ ਹੈ ਹੋਰ ਸੈਂਸ ਵਿੱਚ ਵਰਤਦਾ ਇੱਥੇ ਲਫ਼ਜ਼ ਨੂੰ। ਸਾਧ ਜੀਵਨ ਉਹ ਸੰਭਵ ਉਹ ਲਫ਼ਜ਼ ਹੈ, ਇੱਥੇ ਸੰਭਵ ਵਰਤਿਆ ਲਫ਼ਜ਼। ਉੱਪਰ ਸੰਭਵ ਹੋਇਆ, ਉੱਥੇ ਸੰਭਵ ਹੋਇਆ, ਸੰਭਵ ਲਫ਼ਜ਼ ਹੈ। ਇਹਦਾ ਅਰਥ ਉਹ ਨਹੀਂ ਹੈ, ਇਹਦਾ ਹੋਰ ਹੈ। ਸ਼ਬਦ ਹੋਰ ਹੈ। ਇਹ ਸਵੈਭੰਗ ਨਹੀਂ ਹੈ। ਸੰਭਵ ਦਾ ਅਰਥ ਹੋਰ ਹੈ। ਸੰਭਵ ਸਵੈਮ ਦੀ ਪੈ, ਆਪਣੀ ਜਿਹੜੀ ਭੈ ਪੈਦਾ ਕਰਨੀ ਹੈ ਨਾ, ਆਪਣੇ ਅੰਦਰੋਂ ਪੈਦਾ ਹੋਣੀ ਹੈ ਭੈ। ਕਿ ਜੇ ਹੁਕਮ ਤੋਂ ਬਾਹਰ ਚਲੇ ਗਏ ਜਾਂ ਗਿਆਨ ਹੋ ਜਾਣਾ, ਇੱਕ ਭੈ ਪੈਦਾ ਹੋਣੀ ਹੈ। ਗਿਆਨ ਨਾਲ, ਗਿਆਨ ਜਿਹੜਾ ਹੈ ਉਹਦੇ ਨਾਲ ਇੱਕ ਭੈ ਪੈਦਾ ਹੋਣੀ ਹੈ। ਗਿਆਨ ਦਿੰਦੇ ਹਾਂ ਬੱਚਿਆਂ ਨੂੰ, ਭੈ ਪੈਦਾ ਕਰਦੇ ਹਾਂ ਵੀ ਦੇਖੋ ਇੱਧਰ ਇੱਧਰ ਝਾਕ ਕੇ ਲਾਈਨ ਟੱਪਣੀ ਹੈ, ਰੇਲ ਆ ਗਈ, ਆ ਬੰਦਾ ਬਣ ਗਿਆ, ਦੇਖੋ ਮਰਿਆ ਪਿਆ। ਭੈ ਪੈਦਾ ਹੋ ਗਈ। ਭੈ ਨਾਲੋਂ ਸਾਵਧਾਨੀ ਨਾਲ ਸੜਕ ਰੇਲ ਪਾਰ ਕਰਨਗੇ। ਉਹ ਜੋ ਭੈ ਨਾਲ ਚੱਲਣਗੇ, ਡਰ ਨਾਲ। ਐਵੇਂ ਅਸੀਂ ਜਦ
ਭੈ ਵਿੱਚ ਜਦੋਂ ਹੁਕਮ ਦੇ ਬਾਹਰ ਆ ਤਾਂ ਮੌਤ ਹੈ। ਹੁਕਮ ਦੇ ਅੰਦਰ ਕਾਲ ਦਾ ਸਾਡੇ ਤੋਂ ਬਾਹਰ ਨਹੀਂ ਚੱਲਣਾ। ਮੋਰਚੇ 'ਚ ਬੈਠਾ ਸਿਪਾਹੀ, ਉਹ ਕਹਿੰਦਾ ਸਿਰ ਨਹੀਂ ਬਾਹਰ ਕੱਢਣਾ, ਜਿਹੜਾ ਸਿਰ ਬਾਹਰ ਗਿਆ ਕੱਢਿਆ ਹੋ ਗਿਆ, ਪੈ ਦਿੱਤਾ, ਸਿਰ ਨਹੀਂ ਬਾਹਰ ਕੱਢਣਾ। ਸਿਰ ਬਾਹਰ ਗਿਆ ਔਰ ਗਿਆ, ਗੋਲੀ ਠਾਹ ਵੱਜ ਜਾਣੀ ਹੈ। ਗੋਲੀਆਂ ਆਉਂਦੀਆਂ ਨੇ ਮੀਂਹ ਵਾਂਗੂ ਚੱਲਦੀਆਂ, ਮੋਰਚੇ ਦੇ ਥੱਲੇ ਰੱਖਣਾ, ਸਿਰ ਉੱਪਰ ਨਹੀਂ ਕੱਢਣਾ। ਇਵੇਂ ਸੰਤੋਖ ਦੇ ਦਾਇਰੇ ਤੋਂ ਬਾਹਰ ਗਿਆ ਔਰ ਮਰਿਆ, ਖਤਮ। ਜਿੰਨਾ ਚਿਰ ਸੰਤੋਖ ਦੇ ਦਾਇਰੇ ਦੇ ਕਿਲੇ ਦੇ ਵਿੱਚੋਂ ਤੁਸੀਂ, ਕਾਲ ਤੁਹਾਡੇ ਤੇ ਕੁਛ ਨਹੀਂ ਵਿਗਾੜ ਸਕਦਾ। ਇਹ ਇੱਕ ਭੈ ਹੈ, ਇਹ ਸੰਭੋ ਹੈ, ਸਵੈਮ ਦਾ ਭਾਵ ਪੈਦਾ ਕੀਤਾ ਹੋਇਆ। ਡੱਡਾ ਡਰ ਉਪਜਾ ਡਰ ਜਾਈ, ਡਰ ਜਾਈ। ਜੇ ਇਹ ਡਰ ਸਵੈਮ ਦਾ ਭਾਵ ਪੈਦਾ ਹੋ ਜਾਵੇ, ਸੰਸਾਰ ਦਾ ਕੋਈ ਵੀ ਡਰ ਨਹੀਂ ਰਹਿੰਦਾ। ਇਹ ਗੱਲ ਦੀ ਵਿਆਖਿਆ ਹੈ, ਸ਼ਬਦ ਦੇ ਅਰਥ ਤੇ ਆਪ ਹੀ ਵਿਆਖਿਆ ਹੋਗੀ। ਉਹਦੇ ਸੰਭੋ ਤੋਂ ਸਵੈਮ ਅਰਥ ਕਰਦੇ ਨੇ, ਹੋ ਨਹੀਂ ਸਕਦੇ। ਕਰਕੇ ਦਿਖਾਓ ਇੱਥੇ ਕਿਵੇਂ ਹੋ ਜਾਣਗੇ। ਸੰਭੋ ਲਫ਼ਜ਼ ਦੇ ਅਰਥੇ ਨਹੀਂ ਸਵੈਮ ਨਾਲ ਮਿਲਦੇ, ਕਦੇ ਮਿਲੇ ਨਹੀਂ ਸਕਦੇ। ਕੋਈ ਮਿਲਾ ਕੇ ਦਿਖਾਵੇ, ਕਿਹੜਾ ਦਿਖਾ ਦੂਗਾ ਮਿਲਾ ਕੇ। ਸਵੈਮ ਦਾ ਭਾਵ ਪੈਦਾ ਕੀਤਾ ਹੋਇਆ, ਸ੍ਰੇਸ਼ਟ ਭਾਵ ਪੈਦਾ ਕੀਤਾ ਹੋਇਆ। ਡੱਡਾ ਡਰ ਉਪਜਾ ਡਰ ਜਾਈ, ਤਾ ਡਰ ਮੈਂ ਡਰ ਰਹਾ ਸਮਾਈ। ਉਹ ਗੱਲ ਹੈ। ਅੱਗੇ ਦੇਖੋ ਉਹੀ ਗੱਲ ਆਊਗੀ ਵਿਆਖਿਆ। ਸਦ ਜੀਵਨ ਅਰਜਨ ਅਮੋਲ ਆ ਜੋਨੀ ਸੰਭੋ। ਆ ਜੋਨੀ ਸੰਭੋ ਸਵੈਮ ਦੇ ਭਾਵ ਦੇ ਵਿੱਚ ਹੈ, ਤਾਂ ਜੋਨੀ ਹੈ। ਹੁਕਮ ਵਿੱਚ ਹੈ ਤਾਂ ਜੋਨੀ ਹੈ। ਜਿੰਨਾ ਚਿਰ ਹੁਕਮ ਹੈ ਮੌਤ ਹੈ ਨਹੀਂ। ਸਵੈਮ ਦਾ ਭਾਵ ਹੈ, ਪਤਾ ਹੈ ਕਿ ਜਿੰਨਾ ਚਿਰ ਅੰਦਰ ਆ ਨਹੀਂ ਕਾਲ ਦਾ ਬਾਹਰ ਲੱਗਣਾ। ਕਿਲੇ ਦੇ ਵਿੱਚ ਆਪਾਂ ਨੂੰ ਸੇਫ ਹਾਂ, ਕਿਲੇ ਤੋਂ ਬਾਹਰ ਜਾਵਾਂਗੇ ਖਤਰਾ ਹੈ। ਹਾਂ, ਆ ਜੂਨੀ ਸੰਭੋ। ਚੂਨੀ ਵਿੱਚ ਆ ਕੇ, ਚੂਨੀ 'ਚ ਆ ਕੇ ਸਰੀਰ ਦਾ ਖਤਰਾ ਨਹੀਂ, ਖਤਰਾ ਆਤਮਾ ਦਾ। ਸਰੀਰ ਨੂੰ ਨਹੀਂ ਬਚਾ ਰਹੇ, ਆਤਮਾ ਦੀ ਗੱਲ ਬਚਾਉਣ ਦੀ ਹੈ। ਕਾਲ ਆਤਮਾ ਨੂੰ ਫੜ ਕੇ ਨਹੀਂ ਲਿਜਾ ਸਕਦਾ। ਆਤਮਾ ਜਬਰਦਸਤੀ ਛੱਡੇ ਸਰੀਰ ਨੂੰ ਆਪਣੇ। ਕਾਲ ਸੰਤੋਖ ਦੇ ਦਾਇਰੇ 'ਚ ਨਹੀਂ ਆ ਸਕਦਾ। ਹੁਕਮ ਦੇ ਅੰਦਰ ਕਾਲ ਨਹੀਂ ਚੱਲਦਾ। ਉਹ ਕਾਲ ਹੈ ਹੁਕਮ। ਹੁਕਮ ਨੇ ਬਾਹਰੋਂ ਕਾਲ 'ਚ ਲਿਆਉਣਾ ਤੇ ਬਾਹਰੋਂ ਫੜ ਕੇ ਅੰਦਰ ਹੁਕਮ 'ਚ ਲੈ ਕੇ ਆਉਣਾ ਤਾਂ ਉਹਦਾ ਪਹਿਲਾਂ ਹੀ ਹੁਕਮ 'ਚ ਹੈ। ਸਰੀਰ ਨੇ ਛੱਡਣਾ, ਸਰੀਰ ਬਾਹਰ ਹੈ, ਉਹ ਆਪ ਅੰਦਰ ਹੈ। ਪਹਿਲਾਂ ਹੀ ਅੰਦਰ ਆਪ ਤਾਂ। ਸਰੀਰ ਬਾਹਰ ਹੈ ਮਾਇਆ 'ਚ, ਆਪ ਹੁਕਮ ਦੇ ਵਿੱਚ ਹੈ। ਫਰਕ ਕੀ ਹੈ? ਫਰਕ ਕੀ ਹੈ? ਫਰਕ ਨਹੀਂ ਕੁਝ ਵੀ ਹੈਗਾ। ਉਹ ਤਾਂ ਹੱਥ ਲਾਇਆ ਹੋਇਆ ਹੈ, ਬੱਸ 'ਚ ਬੈਠਾ ਹੈ, ਗੱਡੀ 'ਚ ਬੈਠਾ ਹੈ, ਕੰਧ ਨੂੰ ਹੱਥ ਲਾਇਆ ਹੋਇਆ। ਗੱਡੀ ਚੱਲ ਪਈ, ਹੱਥ ਪਿੱਛੇ ਕਰ ਲਿਆ, ਗੱਡੀ ਚਲੀ, ਕੰਧ ਉੱਥੇ ਖੜੀ ਹੈ। ਸਰੀਰ ਤਾਂ ਕੰਧ ਹੈ, ਕੰਧ ਤੋਂ ਹੱਥ ਚੁੱਕ ਲਿਆ, ਸਰੀਰ ਇੱਥੇ ਰਹਿ ਗਿਆ, ਗੱਡੀ ਗਾਂ ਤੁਰ ਪਈ। ਆਤਮਾ ਗਾਂ ਚਲੀ ਗਈ, ਸਰੀਰ ਉੱਥੇ ਰਹਿ ਗਿਆ। ਆਤਮਾ ਨੂੰ ਟੱਚ ਕੀਤਾ ਹੋਇਆ, ਕੰਧ ਦੀਵਾਰ ਟੱਚ ਕੀਤੀ, ਗੱਡੀ 'ਚ ਬੈਠਾ। ਦੀਵਾਰ ਵੀ ਟੱਚ ਹੈ, ਗੱਡੀ ਵੀ, ਗੱਡੀ ਤੁਰ ਪਈ, ਹੱਥ ਪਿੱਛੇ ਡਾਲਿਆ। ਉਹ ਦੀਵਾਰ ਤਾਂ ਨਹੀਂ ਤੁਹਾਨੂੰ, ਜੇ ਦੀਵਾਰ 'ਚ ਫੜਿਆ ਹੋਇਆ ਮਜ਼ਬੂਤ ਤਾਂ ਗੱਡੀ ਦੀਵਾਰ ਦਾ ਝਟਕਾ ਪਊਗਾ। ਦੀਵਾਰ ਨਾਲ ਹੱਥ ਟੱਚੇ ਕੀਤਾ ਹੋਇਆ। ਉਹ ਤ੍ਰਿਕੁਟੀ ਟੱਚੇ ਹੈ ਸਾਡਾ। ਧਿਆਨ ਦਾ ਟੱਚ ਹਟਾ ਲਿਆ। ਧਿਆਨ ਹੀ ਹਟਾਉਣਾ ਤ੍ਰਿਕੁਟੀ 'ਚੋਂ, ਹੋਰ ਕੀ ਹਟਾਉਣਾ? ਜਿਹੜਾ ਮਾੜਾ ਮੋਟਾ ਧਿਆਨ ਦੀ ਲੋੜ ਪੈਂਦੀ ਹੈ ਜਿੰਨਾ ਚਿਰ ਸਰੀਰ ਆ, ਉਹੀ ਹਟਾਉਣਾ। ਮਾੜੇ ਮੋਟੇ ਧਿਆਨ ਦੀ ਲੋੜ ਪੈਂਦੀ ਰਹਿਣੀ ਹੈ ਤ੍ਰਿਕੁਟੀ 'ਚ। ਸਾਰਾ ਹੀ ਨਹੀਂ ਧਿਆਨ ਹਟਦਾ। ਜਿਵੇਂ ਜੋਗੀ ਹਟਾਉਂਦੇ ਨੇ, ਇੱਦਾਂ ਨਹੀਂ ਹਟਾਈਦਾ ਹੁੰਦਾ। ਇੱਦਾਂ ਹਟਦਾ ਹੀ ਨਹੀਂ ਹੁੰਦਾ। ਟੱਚ ਰਹੂਗਾ। ਟੱਚ ਬਿਨਾਂ ਸਰੀਰ ਤੁਰਦਾ ਹੀ ਨਹੀਂ। ਟੱਚ ਬਿਨਾਂ ਬੋਲੇ ਨਹੀਂ ਹੁੰਦਾ। ਟੱਚ ਬਿਨਾਂ ਅੱਖ ਨਹੀਂ, ਪਲਕ ਨਹੀਂ ਝਪਕ ਸਕਦਾ। ਉਹ ਮਾਇਆ ਵਿੱਚ ਉਦਾਸੀ ਤਾਂ ਹੀ ਕਿਹਾ। ਉਦਾਸੀ ਆ ਟੈਂਪਰੇਰੀ ਆ, ਵੀ ਹੱਥ ਲਾਇਆ ਜਾਂ ਮਰਜੀ ਪਰੇ ਚੱਕ ਲਈਏ। ਉਹਦਾ ਉੱਡਣ ਦੀ ਡੰਜ ਹੈ। ਉੱਡਣ ਸੇਤੀ ਡੰਜ। ਆਹੋ, ਉੱਡਣ ਦੀ ਡੰਜ ਹੈ। ਗੱਡੀ ਤਾਂ ਤਿਆਰ ਖੜੀ ਹੈ, ਸਟਾਰਟ ਹੈ, ਤੁਰਨ ਵਾਲੀ ਹੈ। ਉਹਦਾ ਉੱਡਣ ਸੇਤੀ ਡੰਜ ਹੈ ਉਹਦੀ। ਜਾਂ ਉੱਡੂ ਧਰਤੀ ਛੱਡਣੀ ਨਹੀਂ ਹੈ।
ਜਦ ਉੱਡਦਾ ਹੈ ਧਰਤੀ ਤੇ ਛੱਡੇ ਦਿੰਦਾ ਹੈ, ਜਿੱਥੇ ਬੈਠਾ ਉੱਡਣਾ ਹੀ ਆ ਉੱਥੋਂ। ਫਿਰ ਇੱਕ ਬਹੁਤੀ ਕੋਈ ਲੰਬੀ ਚੌੜੀ ਗੱਲ ਨਹੀਂ ਹੈਗੀ ਇਹ, ਸਰੀਰ ਛੱਡਣ ਵਾਲੀ ਸਰੀਰ ਛੱਡਣ ਵਾਲੀ ਗੱਲ। ਹੁਣ ਲੋਕਾਂ ਨੂੰ ਲੰਬੀ ਚੌੜੀ ਲੱਗਦੀ ਹੈ ਜੇ ਪਤਾ ਹੀ ਨਹੀਂ ਹੈ ਜਿਹਨਾਂ ਨੂੰ। ਸੰਤ ਮੂਲ ਹੀ ਛੱਡ ਦਿੰਦੇ ਨੇ ਸਰੀਰ ਨੂੰ, ਦੱਸ ਕੇ ਛੱਡ ਦਿੰਦੇ ਨੇ। ਇਹ ਤਾਂ ਪਹਿਲੇ ਉਹਦੀਆਂ ਗੱਲਾਂ ਨੇ, ਪਹਿਲੇ ਰੇਤ ਦੀਆਂ ਗੱਲਾਂ ਨੇ। ਉਹ ਗੱਲ ਬਹੁਤ ਗਾਹਾਂ ਦੀ ਹੈ। ਹਾਂਜੀ, ਪੈ ਭੰਜਨ ਪਰ ਦੁੱਖ ਨਿਵਾਰ। ਪੈ ਭੰਜਨ ਪਰ ਦੁੱਖ ਨਿਵਾਰ। ਪੈ ਭੰਜਨ, ਆ ਦੇਖੋ ਆ ਕੀ ਹੈ? ਡੱਡਾ ਡਰ ਉਪਜੈ ਤਾਂ ਡਰ ਮੈਂ ਡਰ। ਆ ਪੈ ਭੰਜਦੇ ਨਾ ਦੂਏ, ਜਿਹੜੇ ਦੂਏ ਪੈ ਨੇ ਸਾਰੇ ਸੰਭੋ ਹੈ। ਜੇ ਜਿਹੜਾ ਸੰਭੋ ਹੈ ਉਹ ਪੈ ਭੰਜਨ ਹੈ। ਸਵੈਮ ਦਾ ਪੈ ਜਿਹੜਾ ਪੈਦਾ ਹੋਇਆ ਨਾ, ਉਹੀ ਤਾਂ ਪੈ ਭੰਜਨ। ਉਹਦੇ ਨਾਲ ਬਾਕੀ ਦੀ ਪੈ ਸਭ ਖਤਮ ਹੋ ਗਈ। ਪੈ ਭੰਜਨ ਸੰਭੋ ਵਾਸਤੇ ਆਇਆ ਹੋਇਆ ਲਫ਼ਜ਼। ਸਵੈਮ ਦਾ ਭਾਉ ਜਿਹੜਾ ਪੈਦਾ ਕੀਤਾ ਹੈ, ਪੈ ਪੈਦਾ ਕੀਤਾ ਹੋਇਆ। ਭਾਣੇ ਦਾ ਜਿਹੜਾ ਪੈ ਹੈ ਉਹ ਬਾਕੀ ਪੈ ਰਹਿਣੇ ਨਹੀਂ ਦਿੰਦਾ। ਪੈ ਭੰਜਨ ਸਵੈ ਭਾਉ ਕਿਉਂ ਆਇਆ ਜੀ ਉਹਦੇ ਵਾਸਤੇ? ਹੈ ਸਵੈ ਭਾਉ, ਸੰਭੋ। ਭਾਉ ਨੂੰ ਪਾਊਡਰ ਨੂੰ ਕਹਿੰਦੇ ਨੇ। ਸੰਭੋ ਸਵੈਮ ਦਾ ਭਾਉ, ਸਵੈਮ ਦਾ ਆਪਣੇ ਆਪੇ ਪੈਦਾ ਕੀਤਾ ਭਾਉ ਆਪਣੇ ਅੰਦਰ। ਇਹ ਹੁਕਮ 'ਚ ਰਹਿਣਾ। ਹੁਕਮ ਦਾ ਪੈ ਮੰਨਿਆ ਹੈ, ਹੁਕਮ ਦਾ ਡਰ ਮੰਨਣਾ ਨਹੀਂ। ਉਹ ਜਿਹੜਾ ਮੰਨਣਾ ਹੁਕਮ ਦਾ ਡਰ ਮੰਨਿਆ, ਉਹ ਆਪੇ ਪੈਦਾ ਕੀਤਾ। ਉਹਨੇ ਪੈ ਭੰਜਨ ਕੀਤੀ ਬਾਹਰਲੀ, ਬਾਹਰਲੀ ਪੈ ਰਹੀ ਉਹ ਨਹੀਂ। ਬਹੁਤ ਤਕੜਾ ਪੁਆਇੰਟ ਹੈ ਇਹ। ਉਹਨਾਂ ਦਾ ਸਾਰਾ ਸਵੈ ਭੰਗ ਵਾਲੇ ਅਰਥ ਵਿਗੜੇ, ਸਾਰੀ ਇੱਥੇ ਸੂਤ ਹੋ ਜਾਂਦੇ ਨੇ। ਜਾਣ ਕਿੱਥੇ ਜਾਂਦੇ ਨੇ ਭੱਜ ਕੇ। ਸਵੈਮ ਦਾ ਭਾਵ ਜਿਹੜਾ ਪੈਦਾ ਕੀਤਾ ਹੈ ਨਾ, ਉਹ ਸਵੈਮ ਭੂ ਲਫ਼ਜ਼ ਇੱਕ ਹੋਰ ਕਹਿੰਦੇ ਨੇ। ਸਵੈਮ ਭੂ, ਸਵੈਮ ਭੂ ਦਾ ਅਰਥ ਹੋਰ ਆਊ। ਭੱਬੇ ਨੂੰ ਦਲੰਕੜਾ ਥੱਲੇ। ਉਹਦਾ ਤਾਂ ਸਵੈਮ ਭੂ ਦਾ ਮਤਲਬ ਹੈ, ਜਾਂ ਤਾਂ ਭੂ ਦਾ ਅਰਥ ਮਾਇਆ ਲਓ, ਭੂਮੀ ਲਓ। ਉਹ ਅਰ ਸੰਭੋ ਅਰ ਸੰਭੂ ਦੇ ਅਰਥ ਮਿਸਯੂਜ਼ ਕਰ ਰਹੇ ਨੇ। ਉਹ ਕਿਸੇ ਨਾ ਤਰੀਕੇ ਨਾਲ ਉਹ ਤਾਂ ਸਵੈ ਭੰਗ ਦਾ ਤਾਂ ਅਰਥ ਸਿੱਧਾ ਹੀ ਭੰਗ ਹੈ, ਦਾਲ ਹੈ। ਉਹ ਤਾਂ ਨਾਨਕ ਜਿਨ ਮਨ ਭੰਗ ਕਵੀ ਨਾ ਹੋਵੇ ਭੰਗ, ਉਹਦਾ ਸਿੱਧਾ ਦਾਲ ਹੈ ਉੱਥੇ ਅਰਥ। ਜੇ ਦਾਲ ਮੰਨਦੇ ਨੇ ਇਹਨਾਂ ਦਾ ਸਾਰੇ ਬੇੜਾ ਗਰਕ ਹੁੰਦਾ ਸੀ। ਉਹ ਤਾਂ ਬ੍ਰਹਮ ਦੇ ਵਿੱਚ ਲੀਨ ਹੁੰਦੇ ਨੇ ਸਾਰੇ, ਦਾਲ ਮੰਨਦੇ ਹੀ ਨਹੀਂ। ਸਾਰਾ ਉਹਨਾਂ ਦੀ ਫਿਲਾਸਫੀ ਹੋਈ ਗਲਤ। ਇਹ ਅਸਲ 'ਚ ਤਾਣੀ ਠੀਕ ਹੈ ਤਾਂ ਆਉਂਦੀ ਹੈ ਜੇ ਦਾਲ ਹੈ। ਤਾਣੀਆਂ ਨੂੰ ਠੀਕ ਆ ਸਕਦੀ ਹੈ। ਕੋਈ ਮਤ ਦਾਲ ਨਹੀਂ ਮੰਨਦੀ ਦੁਨੀਆ ਦੀ, ਇਸੇ ਕਰਕੇ ਤਾਣੀ ਉਲਝੀ ਹੋਈ ਠੀਕ ਕਿਸੇ ਤੇ ਆਈ ਹੋਈ ਨਹੀਂ। ਦਾਲ ਵਾਲੀ ਗੱਲ ਕਿਤੇ ਵੀ ਨਹੀਂ ਹੈ। ਕੋਈ ਦਾਲ ਨਹੀਂ ਇੱਕ ਹੁਣ ਆਵੇ ਦੋ ਟੁਕੜੇ ਹੋਇਆ, ਦੋ ਚਿੱਤੀ ਹੈ। ਦੋ ਚਿੱਤੀ ਠੀਕ ਹੋ ਗਈ, ਇੱਕ ਹੋ ਗਿਆ। ਪੈ ਭੰਜਨ ਪਰ ਦੁੱਖ ਨਿਵਾਰ ਅਪਾਰ ਅਨਭਉ। ਦੇਖੋ ਪੈ ਭੰਜ ਜਿਹੜੀ ਸੰਭੋ ਨੇ ਬਾਕੀ ਪੈ ਖਤਮ ਕਰਤੀ। ਪੈ ਭੰਜਨ ਪਰ ਦੁੱਖ ਨਿਵਾਰ। ਜਿਹੜਾ ਦੁੱਖ ਹੈ ਪਰ ਦੁੱਖ ਨਿਵਾਰ। ਹਾਂ, ਦੁੱਖ ਕਿਤੋਂ ਪੈਦਾ, ਕਿਤੋਂ ਆਉਂਦਾ ਸਾਨੂੰ ਦੁੱਖ? ਕਿਸੇ ਚੀਜ਼ ਤੋਂ। ਕੋਈ ਕਿਸੇ ਚੀਜ਼ ਦਾ ਵੀ ਦੁੱਖ ਆ ਸਕਦਾ। ਦੁੱਖ ਹੈ ਕਿਸੇ ਘਾਟੇ ਵਾਧੇ ਦਾ, ਕੋਈ ਰਿਸ਼ਤੇਦਾਰ ਦੇ, ਘਰ ਦੇ ਜਿਹਦੇ ਨਾਲ ਸਾਡਾ ਸੰਬੰਧ ਆ, ਉਹਦੇ ਵਿਛੋੜੇ ਦਾ, ਮਰਨ ਦਾ, ਜੰਮਣ ਦਾ, ਕਿਸੇ ਕਿਸਮ ਦਾ ਦੁੱਖ ਹੋ ਸਕਦਾ। ਇੱਕ ਤਾਂ ਆਪਣਾ ਨਿੱਜੀ ਦੁੱਖ ਹੁੰਦਾ ਅੰਦਰ, ਇੱਕ ਬਾਹਰੋਂ ਦੁੱਖ ਆਉਂਦਾ ਸਾਨੂੰ। ਮਾਇਆ 'ਚੋਂ ਜੋ ਦੁੱਖ ਹੁੰਦਾ ਉਹ ਪਰ ਦੁੱਖ ਵੀ ਨਿਬੜ ਜਾਂਦਾ। ਪਰ ਦੁੱਖ ਨਿਵਾਰ ਬਾਹਰ ਦੀ ਵਜ੍ਹਾ ਨਾਲ, ਮਾਇਆ ਦੀ ਵਜ੍ਹਾ ਨਾਲ ਜੋ ਦੁੱਖ ਪੈਦਾ ਹੁੰਦਾ ਸਾਨੂੰ, ਮੋਹ ਦੀ ਵਜ੍ਹਾ ਨਾਲ ਦੁੱਖ, ਮੋਹ ਦੀ ਵਜ੍ਹਾ ਨਾਲ ਵੀ ਦੁੱਖ ਹੋ ਸਕਦਾ ਨਾ। ਮਾਇਆ ਦੀ ਵਜ੍ਹਾ ਨਾਲ ਵੀ ਦੁੱਖ ਹੋ ਸਕਦਾ, ਘਾਟੇ ਵਾਧੇ ਦਾ। ਜਸ ਅਪਜਸ ਦੀ ਵਜ੍ਹਾ ਨਾਲ ਵੀ ਦੁੱਖ ਹੋ ਸਕਦਾ। ਇਹ ਬਾਹਰੋਂ ਆਇਆ ਹੋਇਆ ਦੁੱਖ ਹੈ। ਇੱਕ ਸਾਡੇ ਅੰਦਰੋਂ ਪੈਦਾ ਹੋਇਆ ਦੁੱਖ ਹੈ, ਇੱਕ ਬਾਹਰੋਂ ਪੈਦਾ ਹੁੰਦਾ। ਨਿੱਜੀ ਨਹੀਂ ਹੈਗਾ, ਪਰ ਨਿੱਜੀ ਦੁੱਖ ਨਹੀਂ। ਪਰ ਦੁੱਖ ਨਿਵਾਰ। ਪਰ ਦੁੱਖ ਨਿਵਾਰ। ਨਿੱਜੀ ਦੁੱਖ ਦਾ ਭੈ ਹੈ ਜਿਹੜੀ ਆਉਂਦੀ ਹੈ। ਅਪਾਰ ਅਨਭਉ। ਅਪਾਰ ਅਨੁਭਵ। ਜਿਹੜਾ ਅਨੁਭਵ ਹੈ
ਨਿਰਭੈ ਅਵਸਥਾ, ਅਨਭਉ ਨਿਰਭੈ ਅਵਸਥਾ। ਨਿਰਭਉ ਪੈ ਅਵਸਥਾ ਐਡੀ ਹੋ ਗਈ ਕਿ ਜਿਹਦਾ ਪਾਰੇ ਨਹੀਂ ਹੈ, ਪੈ ਪੈਦਾ ਹੀ ਨਹੀਂ ਹੋ ਸਕਦੀ। ਅਪਾਰ ਅਨੁਭਵ, ਅਨਭਉ ਅਵਸਥਾ ਅਪਾਰ ਅਵਸਥਾ ਹੋ ਗਈ, ਪੈ ਨਹੀਂ ਹੁਣ ਇਹਨੂੰ ਦਿੱਤਾ ਜਾ ਸਕਦਾ। ਹੁਕਮ ਤੋਂ ਸ਼ਕਤੀਸ਼ਾਲੀ ਕੋਈ ਚੀਜ਼ ਹੈ ਨਹੀਂ। ਜਿਹੜਾ ਹੁਕਮ ਦੇ ਵਿੱਚ ਹੈ, ਜਿਹੜਾ ਉਹਨੂੰ ਪੈ ਨਹੀਂ ਦਿੱਤਾ ਜਾ ਸਕਦਾ। ਅਪਾਰ ਅਨੁਭਵ ਹੈ। ਇਹਦੇ ਕਰਕੇ ਆਰੇ ਚੱਲਦੇ ਰਹੇ, ਜੋ ਵੀ ਕੁਛ ਹੁੰਦਾ ਰਿਹਾ, ਪਿੱਛੇ ਵੀ ਜੋ ਕੁਛ ਹੁੰਦਾ ਰਿਹਾ, ਮੌਤ ਦਾ ਹੀ ਭੈ ਹੁੰਦਾ ਹੈ। ਮੌਤ ਤੋਂ ਬੜਾ ਤਾਂ ਕੋਈ ਭੈ ਹੀ ਨਹੀਂ। ਫਿਰ ਇਹਦੇ ਭੈ ਤੋਂ ਤਾਂ ਆਮ ਆਦਮੀ ਹੋਰ ਬਥੇਰੇ ਬਾਹਰ ਨਿਕਲ ਜਾਂਦੇ ਨੇ। ਆ ਜਿਹੜੇ ਹੱਠ ਯੋਗੀ ਨੇ ਉਹ ਵੀ ਬਾਹਰ ਨਿਕਲ ਜਾਂਦੇ ਨੇ, ਪਰ ਉਹ ਤਰੀਕਾ ਅਨੁਭਵ ਨਹੀਂ ਹੈ। ਉਹ ਹੋਰ ਹੈ, ਉਹ ਹੰਕਾਰ ਦਾ ਰਸਤਾ ਹੈ। ਹੁਕਮ ਦੇ ਵਿੱਚ ਰਹਿ ਕੇ ਨਹੀਂ ਹੈਗੇ ਉਹ ਹੰਕਾਰ, ਉਹ ਆਪਣੇ ਪਾਣੀ 'ਚ ਨੇ। ਤਾਂ ਹੀ ਹੱਠ ਕਰ ਮਰੇ ਨਾਲ ਲਿਖੇ। ਹਾਂ, ਹੱਠ ਕਰ ਮਰੇ ਨਾ ਲਿਖੇ ਪਾਏ। ਹੱਠ ਵਾਲੇ ਹੱਠ ਯੋਗੀ ਵੀ ਇਹ ਕਰ ਲੈਂਦੇ ਨੇ, ਪਰ ਉਹ ਹੰਕਾਰ ਵਾਲਾ ਰਸਤਾ ਹੈ। ਇਹ ਹੁਕਮ ਦੇ ਅਧੀਨ ਰਹਿ ਕੇ ਉਹ ਆਪਣੇ ਪਾਣੀ, ਉਹ ਹੁਕਮ ਦੇ ਵਿਰੋਧ 'ਚ ਹੈ ਖੜਾ। ਅਗੈ ਗਹਿਣ ਭ੍ਰਮ ਭ੍ਰਾਂਤੀ ਦਹਨ ਸੀਤਲ ਸੁਖ ਦਾਤੋ। ਅਗਾਇ ਗਹਿਣ, ਅਗਾਇ ਗਹਿਣ ਦੀ ਸ਼ਕਤੀ ਫਿਰ ਪੈਦਾ ਹੁੰਦੀ ਹੈ। ਮਨ ਤਾਂ ਕਾਬੂ 'ਚ ਆਉਂਦਾ। ਅਗੈ ਗਹਿਣ ਮਨ ਨਹੀਂ ਨਾ ਫੜਿਆ ਜਾਂਦਾ, ਕਾਬੂ 'ਚ ਆਉਂਦਾ। ਅਗਾਇਆ ਮਨ, ਫਿਰ ਮਨ ਫੜਿਆ ਜਾਂਦਾ ਜੁੰਡਿਆਂ ਤੇ, ਫਿਰ ਬੁੱਧੀ ਬਿਠਾ ਲੈਂਦੀ ਹੈ ਫੜ ਕੇ। ਭ੍ਰਮ ਭ੍ਰਾਂਤੀ ਮਨ ਦਹਨ ਦੀ ਸਪੀਡ ਬਹੁਤ ਤੇਜ਼ ਹੈ, ਪਰ ਬੁੱਧੀ ਦੀ ਸਪੀਡ ਤੇਜ਼ ਹੋ ਗਈ, ਮਨ ਦੀ ਘਟ ਗਈ। ਅਗਾਇ ਗਹਿਣ, ਭ੍ਰਮ ਭ੍ਰਾਂਤੀ ਦਹਨ। ਆ ਜਿਹੜੀ ਭਰਮ ਭ੍ਰਾਂਤੀ ਉਹ ਦਹਨ ਹੋ ਗਿਆ। ਭਰਮ ਔਰ ਭ੍ਰਾਂਤੀਆਂ ਜਿਹੜੀਆਂ ਨੇ ਖਤਮ ਸਾਰੀਆਂ। ਗਿਆਨ ਪ੍ਰਚੰਡ, ਭਰਮ ਭ੍ਰਾਂਤੀਆਂ ਦੂਰ। ਦਹਨ ਸੀਤਲ ਸੁਖ ਦਾਤੋ। ਸੀਤਲ ਸੁਖ ਦਾਤੋ ਕਿਵੇਂ ਅਵਸਥਾ ਬਣਦੀ ਹੈ, ਕੱਲੀ ਕੱਲੀ ਨੰਬਰ ਵਾਈਜ਼ ਦੱਸੀ ਜਾਂਦਾ। ਅਵਸਥਾ ਜਿਹਦੀ ਬਣੀ ਹੋਈ ਹੈ ਉਹੀ ਦੱਸੂ। ਕਿਵੇਂ ਕਿਵੇਂ ਬਣੀ, ਕਿਵੇਂ ਕਿਵੇਂ ਬਣਦੀ ਹੁੰਦੀ ਹੈ ਉਹ ਦੱਸ ਰਿਹਾ। ਜਿਵੇਂ ਬਣਦੀ ਹੈ ਹੱਡ ਬੀਤੀ ਦੱਸ ਰਿਹਾ, ਐਵੇਂ ਕਿਵੇਂ ਦੱਸ ਦੂਗਾ ਕੋਈ। ਆ ਸੰਭੋ ਉਦਵਿਓ ਪੂਰਨ ਪੁਰਖ ਪੂਰਨ ਵਿਧਾਤੋ। ਆ ਸੰਭੋ ਉਦਵਿਓ ਪੁਰਖ ਪੂਰਨ ਵਿਧਾਤੋ। ਆ ਸੰਭਵਿਓ ਔਰ ਸੰਭੋ ਉਹ ਸੀ ਆ ਗਿਆ ਹੁਣ। ਇੱਥੇ ਆੜੇ ਨੂੰ ਕੰਨਾ ਲਾਤਾ, ਉੱਥੇ ਆੜੇ ਨੂੰ ਕੰਨਾ ਹੈ ਨਹੀਂ। ਹਾਂ, ਆ ਸੰਭੋ ਉਦਵਿਓ ਆ ਸੰਭੋ ਪੂਰਨ ਵਿਧਾਤੋ। ਜਨਮ 'ਚ ਆ ਕੇ ਸੰਭਵ ਕਰ ਹੋ ਗਿਆ ਹੈ। ਇਹ ਸਾਬਤ ਕਰਤਾ ਵੀ ਸਰੀਰ 'ਚ ਰਹਿੰਦੇ ਹੋਏ ਇਹ ਗੱਲਾਂ ਸੰਭਵ ਨੇ। ਉਦਵਿਓ ਪੁਰਖ ਪੂਰਨ ਵਿਧਾਤੋ ਕਿ ਆਦਮੀ ਦੀ ਜੂਨੀ ਵਿੱਚ, ਆਦਮੀ ਦੇ ਸਰੀਰ ਦੇ ਵਿੱਚ ਰਹਿੰਦੇ ਹੋਏ ਪੂਰਨ ਪੁਰਖ ਵਿਧਾਤੇ ਦਾ ਜਨਮ ਹੋ ਗਿਆ ਅੰਦਰ, ਸ਼ਬਦ ਗੁਰੂ ਦਾ। ਪੁਰਖ ਪੂਰਨ ਵਿਧਾਤੋ। ਪੂਰਨ ਪੁਰਖ ਵਿਧਾਤਾ ਸ਼ਬਦ ਗੁਰੂ ਪ੍ਰਗਟ ਹੋ ਗਿਆ ਅੰਦਰ। ਇਹ ਸੰਭਵ ਕਰਤਾ ਵੀ ਆਦਮੀ ਦੇ ਅੰਦਰ ਹੋ ਜਾਂਦਾ। ਉਦਵਿਓ, ਉਦਵੇ ਉੱਗ ਪਿਆ, ਉੱਗ ਪਿਆ। ਇਹ ਕਹੋ ਕੇ ਉੱਗ ਪਿਆ। ਸੂਰਜ ਚੜ੍ਹ ਪਿਆ, ਇਸ ਨੂੰ ਕਬੀਰ ਕਹਿੰਦਾ ਉਹਦੇ ਭਰ ਜਬ ਚੀਨਾ। ਉਹਨਾਂ ਨੇ ਦੁਬਾਰਾ ਸੰਭਵ ਕਰਤਾ ਵੀ ਆ ਐਂ ਹੋ ਜਾਂਦਾ ਹੈ। ਅੱਗੇ ਗੱਲਾਂ ਇਹ ਕਰਦੇ ਸੀ ਮੀਣੇ ਔਰ ਹੋਰ ਜਿਹੜੇ ਸੀ ਵਿਰੋਧੀ ਵੀ ਇਹ ਤਾਂ ਜੀ ਸੰਭਵ ਹੈ ਨਹੀਂ, ਗੱਲਾਂ ਐਵੇਂ ਗੱਪਾਂ ਮਾਰੀਆਂ ਹੋਈਆਂ ਨੇ। ਇਹੋ ਜਿਹੀਆਂ ਭ੍ਰਾਂਤੀਆਂ ਸੰਗਤ 'ਚ ਪੈਦਾ ਕਰਦੇ ਤੇ ਉਹ ਭ੍ਰਾਂਤੀਆਂ ਹੀ ਦੂਰ ਕੀਤੀਆਂ ਨੇ। ਭ੍ਰਾਂਤੀਆਂ ਹੀ ਨੇ ਨਾ ਉਹ ਜਿਹੜੀਆਂ ਭ੍ਰਾਂਤੀਆਂ ਪਾਈਆਂ ਹੋਈਆਂ ਤਾਂ ਆਦਮੀ ਦੇ ਜੂਨ 'ਚ ਕਿਵੇਂ ਹੋ ਜਾਊਗਾ। ਉਹ ਭ੍ਰਾਂਤੀਆਂ ਸਭ ਦੂਰ ਕਰਤੀਆਂ, ਸਾਬਤ ਕਰਤਾ। ਹਾਂਜੀ ਹਾਂ। ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ। ਨਾਨਕ ਆਦ, ਆਦ ਪਹਿਲਾ ਨਾਨਕ। ਆਦ ਦਾ ਮਤਲਬ ਪਹਿਲਾ। ਨਾਨਕ ਆਦ ਪਹਿਲਾਂ, ਪਹਿਲਾ ਨਾਨਕ। ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ। ਉਹਦੇ ਬਾਅਦ ਅੰਗਦ ਅਮਰ ਸਤਿਗੁਰ ਸ਼ਬਦ 'ਚ ਤਿੰਨੇ ਸਮਾ ਗਏ। ਦੇਖੋ ਤਿੰਨ ਇਕੱਠੇ ਸਮਾ ਗਏ, ਚੌਥਾ ਫਿਰ ਰੱਖ ਲਿਆ। ਚੌਥਾ ਫਿਰ ਰੱਖ। ਇਹ ਅੱਡੇ ਚੱਲਣਗੇ। ਇਹਨਾਂ ਨੇ ਤਿੰਨਾਂ ਦੀ ਹੋਈ ਸੱਦ ਆਈ ਹੋਈ ਆ ਇਕੱਠੀ, ਤਾਂ ਹੀ ਸੱਦ ਵੀ ਤਿੰਨਾਂ ਦੀ ਹੈ, ਚੌਥੇ ਦੀ ਸੱਦ ਨਹੀਂ ਹੈ।
ਉਹ ਬੇਦੀਆਂ ਸੋਡੀਆਂ ਵਾਲੀ ਗੱਲ ਐਵੇਂ ਜੜੀ ਰਹਿਣੀ ਹੈ। ਉਹ ਤਿੰਨੇ ਅਸਲ 'ਚ ਇੱਕੋ ਹੀ ਆ ਉੱਥੇ। ਉਹ ਰਾਨ ਕੇ ਚੱਲਦਾ ਨਾਲ ਸਮਾਇਓ ਨਾਨ ਤਿੰਨੇ ਇਕੱਠੇ ਸਮਾਏ ਕਿ ਤਿੰਨੇ ਇਕੱਠੇ ਸਮਾਏ ਕਿ ਉਹਨਾਂ ਚਿਰ ਧਿਆਨ ਨਾਨਕ ਦਾ ਇਹਨਾਂ ਦੇ ਉੱਤੇ ਹੀ ਟਿਕਿਆ ਹੋਇਆ। ਬਿਨਾਂ ਸਰੀਰ ਤੇ ਧਿਆਨ ਨਾਨਕ ਦਾ ਇਹਨਾਂ ਦੇ ਉੱਤੇ ਹੀ ਟਿਕਿਆ ਹੋਇਆ। ਇਹ ਹਿੱਲ ਨਾ ਜਾਣ। ਦੂਈ ਮੱਤ ਤੋਂ ਜਾਂ ਦੂਈ ਮੱਤ ਚਾਹੁੰਦਾ ਹਿੱਲ ਜਾਂਦਾ ਹੁੰਦਾ। ਜਿਹੜਾ ਇੱਕ ਮੱਤ ਛੱਡ ਕੇ ਦੂਈ ਤੇ ਆਉਂਦਾ ਨਾ, ਪਿੱਛੇ ਸਾਰੀ ਮੱਤ ਬੈਠੀ ਆ। ਜੇ ਫੇਰ ਪ੍ਰੈਸ਼ਰ ਪਾ ਲੈਣ ਆ ਕੇ ਉਸ ਬੰਦੇ ਨੂੰ ਇੱਕ ਆਪਾਂ ਦੇ ਆਈਏ ਦੂਏ ਦੇਸ਼ ਦੇ ਬੰਦੇ ਨੂੰ ਰਾਜ, ਦੂਈ ਮੱਤ ਦੇ ਨੂੰ, ਜੇ ਉਹਦਾ ਧਿਆਨ ਨਾ ਮੁੜ ਕੇ ਰੱਖੀਏ ਹਿੱਲ ਸਕਦਾ ਹੈ। ਨਾਨਕ ਦਾ ਪੂਰਾ ਪਹਿਰਾ ਰਿਹਾ ਅੰਗਦ ਤੇ ਔਰ ਅਮਰਦਾਸ ਤੇ। ਔਰ ਉਹ ਵੀ ਕਹਿੰਦੇ ਰਹਿੰਦੇ ਵੀ ਸਿਰ ਤੇ ਹੱਥ ਰੱਖੀ ਨਾਲੇ ਖੜੀ। ਤਾਂ ਨਾਨਕ ਨੇ ਰਾਜ ਦਿੱਤਾ ਕਹਿ ਰਹੇ ਨੇ। ਫਿਰ ਥੋੜ੍ਹੀਆਂ ਦੇ ਦਿੱਤਾ ਵੀ ਬਦਲ ਦੋ ਹੁਣ ਲੈਣ। ਫਿਰ ਘਰ ਦਾ ਹੀ ਹੋ ਗਿਆ ਰਾਜ। ਫਿਰ ਥੋੜ੍ਹੀ ਪਰਮੇਸ਼ਰ ਦਾ ਹੀ ਰਾਜ ਹੋ ਗਿਆ। ਫਿਰ ਘਰ ਦੇ ਜੰਮਿਆਂ ਦਾ ਰਾਜ ਹੋ ਗਿਆ। ਸਾਡੇ ਹੀ ਘਰ ਜੰਮੇ ਨੇ ਉਹ, ਸਿੱਧੇ ਹੀ ਬ੍ਰਹਮ ਗਿਆਨੀ ਜੰਮੇ ਨੇ। ਕਿਸੇ 'ਚੋਂ ਆਏ ਨਹੀਂ ਹੋਏ ਦੂਈ ਮੱਤ 'ਚੋਂ। ਦੂਈ ਮੱਤ 'ਚੋਂ ਨਹੀਂ ਆਏ ਹੋਏ। ਜਿਹੜੀਆਂ ਦੂਈਆਂ ਮੱਤਾਂ 'ਚੋਂ ਲੈ ਕੇ ਬੰਦੇ ਪਹਿਲਾਂ ਅਸੀਂ ਦੋ ਇਸਤੇਮਾਲ ਕੀਤੇ ਐ ਕਹਿ ਲਓ ਪਰਮੇਸ਼ਰ ਨੇ। ਦੂਈਆਂ ਮੱਤਾਂ 'ਚੋਂ ਬੰਦੇ ਲੈ ਕੇ ਜਿਨ੍ਹਾਂ ਦੇ ਮੋਢੇ 'ਤੇ ਰੱਖ ਕੇ ਚਲਾਈ ਪਹਿਲਾਂ। ਉਹਨੇ ਕਿਹਾ ਇੱਦਾਂ ਨਹੀਂ ਚੱਲਣਾ ਕੰਮ। ਇਹ ਫਿਰ ਬਗਾਨੀ ਮੰਗੀ ਜਿਹੜੀ ਫੌਜ ਹੈ ਨਾ, ਬਣਾਈ ਤਾਂ ਅਸੀਂ ਆਪਣੀ ਹੋ ਹੈ, ਪਰ ਘਰ ਪੈਦਾ ਕਰੋ। ਚੌਥੇ ਨੰਬਰ 'ਤੇ ਆ ਕੇ ਘਰੇ ਪੈਦਾ ਕਰ ਲਿਆ। ਆਪੇ ਘਰ ਦੇ ਹੀ ਨੇ ਸਾਰੇ। ਹੁਣ ਵੀ ਖਾਲਸਾ ਘਰ ਦਾ ਹੀ ਹੈ। ਹੁਣ ਸਾਰੇ ਘਰ ਦੇ ਹੀ ਆਉਣਗੇ, ਬਗਾਨਾ ਨਹੀਂ ਕੋਈ ਆਉਣਾ ਇੱਥੇ। ਸਾਰੇ ਘਰ ਦੇ ਆਉਣਗੇ। ਤਾਂ ਹੀ ਖਾਲਸੇ ਨੂੰ ਦੇ ਗਏ ਉਹ। ਇਹ ਸਮਾਦੇ ਧਾਰਨੀ ਸਿੱਧੇ ਹੀ ਆਉਣਗੇ ਇੱਥੇ। ਤਾਂ ਹੀ ਕਹਿ ਦੀ ਖਾਲਸਾ ਮੇਰੋ ਸਤਿਗੁਰ ਪੂਰਾ ਪੂਰਾ। ਇਹ ਮਤ ਮੁੰਡੋਂ ਹੀ ਪੜ੍ਹਦੇ ਆਉਣਗੇ, ਇਸੇ ਮਤ ਦੇ ਵਿੱਚ ਆਉਣਗੇ ਸਿੱਧੇ ਡਾਇਰੈਕਟ। ਇਹ ਗੱਲ ਬਣਾਈ ਹੋਈ ਹੈ। ਪੜ੍ਹਾਈ ਹੁਣ ਤਾਂ ਦੇ ਦਿੱਤੀ ਪੂਰੀ। ਆਪਣਾ ਹੀ ਬਣਾਤਾ ਥੱਲੇ ਤੋਂ ਲੈ ਕੇ ਉੱਤੇ ਤੱਕ ਦੀ ਪੜ੍ਹਾਈ। ਇਸੇ ਗੱਲ 'ਤੇ ਉਹ ਡਰਦੇ ਸੀ। ਜੇ ਇਹਨਾਂ ਨੇ ਉਹ ਬਣਾਤੀ ਇੱਕ ਕਿਸਮ ਦੀ ਆਰਗੇਨਾਈਜੇਸ਼ਨ, ਹਾਂ ਪੜ੍ਹਾਈ ਉਹ ਬਣਾਤੀ ਜਿਵੇਂ ਵੇਦ ਬਣਾਏ ਹੋਏ ਸੀ, ਫਿਰ ਕੰਮ ਔਖਾ ਹੋ ਜੂਗਾ। ਵੇਦਾਂ ਦੀ ਪੜ੍ਹਾਈ ਤਾਂ ਇਹਨਾਂ ਨੇ ਬੰਦ ਕਰਤੀ, ਅਰਥ ਬਦਲ ਕੇ। ਹਾਂਜੀ। ਅਗੈ ਗਹਿਨ ਭ੍ਰਮ ਭ੍ਰਾਂਤੀ ਦਹਨ, ਸੀਤਲ ਸੁਖ ਦਾਤੋ। ਅਗਾਏ ਗਹਿਣ ਭ੍ਰਮ ਭ੍ਰਾਂਤੀ ਦਹਨ। ਭ੍ਰਮ ਭ੍ਰਾਂਤੀਆਂ ਸਾਰੀਆਂ ਨਸ਼ਟ ਕਰਤੀਆਂ ਜਿਹੜੀਆਂ ਲੋਕਾਂ ਦੀਆਂ ਪਾਈਆਂ ਹੋਈਆਂ ਤੀਆਂ। ਕਿਹਦੀਆਂ ਪਾਈਆਂ ਹੋਈਆਂ ਤਾਂ ਭ੍ਰਮ ਭ੍ਰਾਂਤੀਆਂ? ਪਹਿਲਾਂ ਇਹ ਦੱਸੋ। ਭ੍ਰਮ ਭ੍ਰਾਂਤੀ ਕੌਣ ਫੈਲਾ ਰਹੇ ਤੇ? ਜਿਹੜੀਆਂ ਦਹਨ ਕੀਤੀਆਂ ਨੇ ਫੈਲਾ ਰਹੇ ਤੇ ਇਹੀ ਮੀਣੇ ਮਸੰਦ ਜਿਹੜੇ ਜੋਗੀ ਸ੍ਰੀ ਚੰਦ ਕੇ ਇਹੀ ਕੰਮ ਲੱਗੇ ਤੇ ਹੋਰ ਕੀ ਲੱਗੇ ਤੇ? ਉਹ ਕਿੱਡੀ ਬਾਂਹ ਦਿਖਾਈ ਆ ਸ੍ਰੀ ਚੰਦ ਦੀ। ਉਹ ਕੀ ਹੈ? ਭ੍ਰਮਾਂਤੀਆਂ ਫੈਲਾਈਆਂ ਹੋਰ ਕੀ ਆ? ਝੂਠ ਦਾ ਪ੍ਰਚਾਰ ਕਰਦੇ ਸੀ ਇਹ ਸਾਰੇ ਲੋਕ। ਦਰਿਆ ਅਟਕ ਗਿਆ। ਝੂਠ ਦਾ ਪ੍ਰਚਾਰ ਭ੍ਰਮਾਂਤੀਆਂ ਫੈਲਾਉਂਦਾ ਹੁੰਦਾ। ਗੁਰਬਾਣੀ ਨੂੰ ਲੋਕ ਮੰਨ ਨਾ ਲੈਣ, ਆਪਣਾ ਇਹੋ ਜਿਹਾ ਕੁਛ ਕਰਦੇ ਰਹਿੰਦੇ ਸੀ। ਤਾਂ ਹੀ ਚੁਗਲ ਚਗਲਾਂ ਦੀ ਗੱਲ ਕੀਤੀ ਹੋਈ ਹੈ ਨਾ। ਕੂੜਿਆਰ ਆਏ ਬਹਿ ਕੂੜਿਆਰਾਂ ਜਾਏ ਬਹਿ ਕੂੜਿਆਰਾਂ ਪਾਸ। ਕੂੜਿਆਰ ਆਉਂਦੇ ਸੀ ਸੰਗਤ ਵਿੱਚ, ਗੱਲਾਂ ਸੁਣ ਕੇ ਫਿਰ ਗਾਹਾਂ ਪਲਾਨ ਬਣਾਉਂਦੇ ਤੇ ਆਪਾਂ ਕੀ ਕਰਨਾ, ਐਂ ਲੱਗੇ ਹੋਏ ਤੇ ਉਹ। ਗੁਰਬਾਣੀ ਦੀ ਸਾਰੀ ਗੱਲ ਜ਼ਾਹਰ ਹੈ। ਇਹ ਤਾਂ ਇਹਨਾਂ ਨੇ ਬੰਦ ਕਰਤੀ ਇਹ ਪ੍ਰਚਾਰ ਵੀ ਸਾਡਾ ਬਾਜ। ਆਖਿਰ ਲੋਕ ਕਹਿਣਗੇ ਬੰਦੇ ਕੌਣ ਸੀ, ਲੱਭੋ। ਹੁਣ ਨਵਾਂ ਕੰਮ ਛੇੜਤਾ ਇਹਨਾਂ ਨੂੰ, ਲੱਭੋ ਇਤਿਹਾਸ ਸਾਰਾ। ਲੱਭਣਗੇ ਤਾਂ ਇਹੀ ਨਿਕਲਣਗੇ। ਜੇ ਹੁਣ ਤਲਾਸ਼ੀ ਹੋਣ ਲੱਗ ਗਈ ਇਹਨਾਂ ਦੇ ਕੋਲੋਂ ਹੀ ਨਿਕਲਣਾ ਸਭ ਕੁਛ। ਇਹ ਇਹਨਾਂ ਦੇ ਘਰੋਂ ਹੀ ਨਿਕਲਣਾ ਇਹ ਸਾਰਾ। ਇਹ ਨਜਾਇਜ਼ ਅਸਲਾ ਇਹਨਾਂ ਦੇ ਘਰੇ ਪਿਆ ਸਾਰਾ। ਉਹ ਤਲਾਸ਼ੀ ਸ਼ੁਰੂ ਹੋ ਜੂ ਨਾ ਬਿਆਨ ਕਿਹਦੇ ਅੰਦਰ ਕੀ ਹੈ।
ਕਿਹਦੇ ਅੰਦਰ ਕੀ ਹੈ। ਕਈ ਤਾਂ ਬਿਨਾਂ ਤਲਾਸ਼ੀ ਤੇ ਕੱਢੀ ਜਾਂਦੇ ਨੇ ਮਿਸ਼ਨਰੀ ਵਾਲੇ, ਤਾਂ ਜੋ ਉਹਨਾਂ ਦੇ ਅੰਦਰ ਹੈ। ਬਾਕੀ ਜਿਹੜੇ ਨਹੀਂ ਬੋਲਦੇ ਤਲਾਸ਼ੀ ਤੇ ਬੋਲਣਗੇ। ਜਿਹੜਾ ਚੁੱਪ ਕੀਤੇ ਹੋਏ ਨੇ ਉਹਨਾਂ ਦੀ ਤਲਾਸ਼ੀ ਹੋਊਗੀ ਜਾਂ ਪਤਾ ਲੱਗ ਜੂਗਾ, ਜਾਂ ਤਾਂ ਚੁੱਪ ਕਰਕੇ ਮੰਨ ਲੈਣਗੇ ਜਾਂ ਫਿਰ ਬੋਲਣਗੇ। ਵੋਟ ਤਾਂ ਇੱਕ ਪਾਸੇ ਪਾਉਣੀ ਪਊਗੀ, ਚਾਹੇ ਖਿਲਾਫ ਪਾ ਦੇਣ ਚਾਹੇ ਦੂਏ ਪਾਸੇ ਪਾ ਦੇਣ, ਹੱਕ 'ਚ ਪਾ ਦੇਣ, ਜਾਂ ਫਿਰ ਚੁੱਪ ਕਰ ਜਾਣ। ਵੋਟਾਂ ਲੈਣੀਆਂ ਵੀ ਉਹਨਾਂ ਦੀਆਂ, ਵੋਟਾਂ ਲੈਣੀਆਂ ਉਹਨਾਂ ਦੀਆਂ ਲੈਣੀਆਂ। ਅਸੀਂ ਤਾਂ ਬਈ ਵਿਚਾਰੇ ਹੀ ਹਾਂ, ਗਊ ਦੇ ਜਾਏ ਹਾਂ, ਗਊ ਦੇ ਜਾਏ ਬਣ ਜਾਣਗੇ। ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ। ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ। ਸ਼ਬਦ ਸਮਾਇਓ, ਜਿਹੜੇ ਸਤਿਗੁਰ ਨੇ ਤਿੰਨੇ ਸ਼ਬਦ ਦੇ ਵਿੱਚ ਸਮਾ ਗਏ। ਗੁਰ ਸ਼ਬਦ ਸਮਾਵੈ ਅਵਰ ਨਾ ਜਾਣੈ ਕੋਏ ਜੀਓ। ਆਉਣ ਗਏ ਸਤਿਗੁਰ ਮੋਇਓ। ਫਿਰ ਸ਼ਬਦ ਸਮਾਇਓ। ਹਾਂ, ਧੰਨ ਧੰਨ ਗੁਰੂ ਓਏ ਨਾਨਕ ਸ਼ਬਦ ਦੇ ਵਿੱਚ ਸਮਾਇਆ ਹੋਇਆ ਉਹੀ ਸ਼ਬਦ ਤਾਂ ਲੈਣੇ ਦੇ ਅੰਦਰ ਪ੍ਰਗਟ ਹੈ। ਨਾਨਕੇ ਪ੍ਰਗਟ ਹੈ ਲੈਣੇ ਦੇ ਅੰਦਰ, ਹੋਰ ਕੌਣ ਹੈ? ਜਿਹੜਾ ਸ਼ਬਦ ਪ੍ਰਗਟ ਹੈ ਨਾਨਕ ਨੇ ਉਹ ਸਮਾਇਆ ਹੋਇਆ। ਫਿਰ ਨਾਨਕੇ ਪ੍ਰਗਟ ਹੈ ਨਾਲ। ਅਮਰਦਾਸ ਦੇ ਅੰਦਰ ਸ਼ਬਦ ਪ੍ਰਗਟ ਹੋਇਆ, ਦੋ ਇਕੱਠੇ ਹੀ ਬੈਠੇ ਨੇ। ਆ ਗੁਰਬਾਣੀ ਨਾਲ ਨਹੀਂ ਬੈਠੀ ਉੱਥੇ। ਹਾਂਜੀ, ਧੰਨ ਧੰਨ ਗੁਰੂ ਰਾਮਦਾਸ ਗੁਰ। ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨੀ ਪਾਰਸ ਪਰਸ ਮਿਲਾਇਓ। ਧੰਨ ਧੰਨ ਗੁਰੂ। ਧੰਨ ਧੰਨ ਗੁਰੂ ਰਾਮਦਾਸ ਗੁਰ। ਰਾਮਦਾਸ ਗੁਰ। ਰਾਮਦਾਸ ਦਾ ਗੁਰ ਤਾਂ ਗੁਰੂ ਹੈ, ਸ਼ਬਦ ਗੁਰੂ ਹੈ ਸਿੱਧਾ ਹੀ। ਰਾਮਦਾਸ ਨੇ ਸਿੱਧੀ ਉਹ ਸ਼ਬਦ ਗੁਰੂ ਤੇ ਸਿੱਖਿਆ ਲਈ ਹੈ ਗੁਰਬਾਣੀ ਤੋਂ। ਧੰਨ ਧੰਨ ਗੁਰੂ ਰਾਮਦਾਸ ਗੁਰ। ਉਹ ਗੁਰੂ ਗਿਆਨ ਗੁਰੂ ਆ ਉਹਦਾ, ਰਾਮਦਾਸ ਦਾ ਗਿਆਨ ਨੇ ਚਾਨਣ ਕੀਤਾ ਹੋਇਆ ਅੰਦਰ ਉਹਦੇ। ਜੋ ਗਿਆਨ ਸੁਣਿਆ ਉਹ ਗਿਆਨ ਹੈ ਗੁਰੂ ਬਣਾ ਲਿਆ ਉਹਨੇ, ਉਹੀ ਗੁਰਦੇਵ ਬਣਾ ਲਿਆ। ਧੰਨ ਧੰਨ ਗੁਰੂ ਰਾਮਦਾਸ ਗੁਰ। ਜਿਹੜਾ ਰਾਮਦਾਸ ਦੇ ਗੁਰਦੇਵ ਕੋਲ ਗਿਆਨ ਗੁਰੂ ਆ ਉਹ ਧੰਨ ਧੰਨ। ਸਾਰਾ ਚਾਨਣ ਹੈ ਉਹਨੂੰ, ਤਿੰਨ ਲੋਕ ਦਾ, ਲੋਕ ਪਰਲੋਕ ਦਾ ਚਾਨਣ ਹੈ ਉੱਥੇ। ਐਸਾ ਗਿਆਨ ਹੈ ਉਹਦੇ ਕੋਲ, ਬਚਪਨ ਤੋਂ ਹੀ ਲੈ ਲਿਆ। ਜਿਨੀ ਪਾ ਰਸ ਪਰਸੀ ਮਿਲਾਇਓ। ਜਿਹਨੇ ਐਸਾ ਰਸ ਕੀਤਾ ਪ੍ਰਾਪਤ, ਪਰਸ ਮਿਲਾਇਓ। ਜਿਹਦੇ ਕੋਲ ਐਸਾ ਰਸ ਹੈ, ਜਿਹਦੇ ਸ਼ਬਦਾਂ 'ਚ ਐਸਾ ਰਸ ਹੈ, ਜਿਹਨੂੰ ਉਹ ਰਸ ਦਾ ਸਪਰਸ਼ ਹੋ ਗਿਆ, ਉਹ ਇਹਦੇ ਨਾਲ ਜੁੜ ਗਿਆ, ਰਸ ਨਾਲੇ। ਪਰਸ ਮਿਲਾਇਓ। ਬਸ ਜਿਹਨੂੰ ਸਪਰਸ਼ ਹੋ ਗਿਆ ਰਸ ਦਾ, ਉਹ ਨਾਲੇ ਜੁੜ ਗਿਆ ਉੱਥੇ ਹੀ। ਉਹ ਭੌਰਾ ਬਣ ਗਿਆ। ਫਿਰ ਉਹ ਬਣ ਗਿਆ ਭੌਰਾ। ਮਿਲਾਇਓ ਨਾਲ ਸੰਗਤ 'ਚ ਮਿਲ ਗਿਆ ਉਹ ਆ ਕੇ। ਐ ਸੰਗਤ ਇਕੱਠੀ ਹੋਈ ਹੈ ਤਾਂ ਕਿਤੇ ਛੇਵੇਂ ਪਾਤਸ਼ਾਹ ਦੀ ਫੌਜ ਬਣੀ ਹੈ ਜਾ ਕੇ। ਆ ਜਿਹੜੇ ਮਿਲਦੇ ਗਏ ਤਾਂ ਫੌਜ ਬਣੀ ਹੈ ਛੇਵੇਂ ਪਾਤਸ਼ਾਹ ਦੀ ਜਾ ਕੇ ਉੱਥੇ। ਜਦ ਤੇ ਇਕੱਠੇ ਹੋ ਗਏ ਫਿਰ ਪਾ ਰਸ ਪ੍ਰਾਪਤ ਕੀਤਾ। ਪਰਸ ਮਿਲਾਇਓ। ਪਾ ਜਿਹਦੇ ਨਾਲ ਸਪਰਸ਼ ਹੋ ਗਿਆ ਉਹ ਰਸ ਦਾ, ਜਿਹਨੂੰ ਮਿਲ ਗਿਆ, ਦੋ ਕੁੱਟਾਂ ਬਸ ਮਿਲ ਗਿਆ। ਇੱਕ ਜਗ੍ਹਾ ਹੋ ਗਏ ਸਾਰੇ, ਇੱਕ ਜਗ੍ਹਾ ਮਿਲ ਗਏ ਸੰਗਤ ਸਾਰੀ। ਪਰਸ ਮਿਲਾਇਓ।